ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਭਾਊ ਜੀ ਵੈਲਕਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਆਪ ਜੀ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਉਹ ਹੋ ਰਹੀ ਸੀਗੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਬੇਟੇ ਦੀ ਸ਼ਾਦੀ ਸੀ ਉੱਥੇ, ਤੇ ਤੁਹਾਡੀ ਗੱਲਬਾਤ ਹੋ ਰਹੀ ਸੀ। ਅਰਸ਼ ਮੈਨੂੰ ਕਹਿੰਦਾ ਵੀ ਤੁਸੀਂ ਜਾਓ ਤੇ ਮੈਂ ਪ੍ਰੋਗਰਾਮ ਸੰਭਾਲਾਂਗਾ। ਸੋ ਇਸ ਕਰਕੇ ਅੱਜ ਵਾਰੀ ਤਾਂ ਕੀਦਾ ਸਾਹਿਬ ਦੀ ਸੀ, ਪਰ ਉਹਨਾਂ ਨੇ ਤੁਹਾਨੂੰ ਮੈਸੇਜ ਕੀਤਾ, ਮੈਂ ਉਹ ਵੀ ਸੁਣਿਆ। ਸੋ ਇਟਸ ਸਰਪ੍ਰਾਈਜ਼ ਤੇ ਅੱਛਾ ਲੱਗਾ ਕਿ ਕਿਵੇਂ ਤੁਹਾਨੂੰ ਇੰਟਰੋਡਿਊਸ ਕਰਦੇ ਨੇ ਅਰਸ਼। ਹਾਂਜੀ, ਆਪਣਾ ਪ੍ਰੋਗਰਾਮ ਸੁਣ ਕੇ ਆਪਣੇ ਮਤਲਬ ਖਾਸ ਤੌਰ 'ਤੇ ਮਤਲਬ ਤੁਸੀਂ ਕਹੋ ਜਦੋਂ ਰੇਡੀਓ ਦੇ ਵਿੱਚ ਤੁਹਾਡੀ ਆਵਾਜ਼ ਸੁਣਦੇ ਜਾਂ ਆਪਣੇ ਬੇਟੇ ਦੀ ਆਵਾਜ਼ ਸੁਣੀ ਤਾਂ ਅੱਛਾ ਲੱਗਾ। ਮੈਂ ਕਾਫੀ ਘੱਟ ਸਮਾਂ ਮਿਲਦਾ। ਖੈਰ, ਉੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ ਜਿੱਥੋਂ ਤੁਸੀਂ ਕਰ ਰਹੇ ਸੀਗੇ, ਜਿੰਨੀ ਕਿ ਤੁਸੀਂ ਕੀਤੀ ਸਿੱਧੂ ਮੂਸੇਵਾਲੇ ਦੀ ਸਾਰੀ ਉਹ ਮਤਲਬ ਸਟੋਰੀ ਤੁਸੀਂ ਸੁਣਾਈ, ਜਿਹੜੇ ਗੈਂਗ ਨੇ 6 ਇੱਕ ਪਾਸੇ 2 ਇੱਕ ਪਾਸੇ। ਹਾਂਜੀ, ਤੇ ਪਹਿਲਾਂ ਆਪਾਂ ਵਧਾਈ ਦੇ ਦਈਏ ਬਾਪੂ ਮਤਲਬ ਕਰਨੈਲ ਸਿੰਘ ਪਾਰਸ। ਹਾਂਜੀ ਹਾਂਜੀ, ਉਹਨਾਂ ਦੇ ਮਤਲਬ ਭਾਈ ਰਣਜੀਤ ਸਿੰਘ ਜੀ ਸਿੱਧਵਾਂ। ਹਾਂਜੀ, ਉਹ ਵੀ ਸਤਿਕਾਰਯੋਗ ਸ਼ਖਸੀਅਤ ਢਾਡੀਆਂ ਦੇ ਵਿੱਚੋਂ ਇਕੱਠਾ ਇੱਕ ਬੜਾ ਵੱਡਾ ਗਰੁੱਪ ਹੁੰਦਾ ਸੀ। ਸਰਦਾਰ ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬੀ ਲਹਿਰਾਂ ਪ੍ਰੋਗਰਾਮ ਬਹੁਤ ਵੱਡਾ ਬੁਲੰਦੀ 'ਤੇ ਪਹੁੰਚਿਆ। ਹਾਂਜੀ, ਸੋ ਉਹਨਾਂ ਦੇ ਬੇਟੇ ਦੀ ਸ਼ਾਦੀ ਸੀਗੀ ਨਵਰੀਤ ਦੀ। ਅੱਜ ਅਸੀਂ ਉੱਥੇ ਗਏ ਸੀਗੇ ਅਤੇ ਬੇਟੀ ਕਿਰਨਦੀਪ, ਹਾਂਜੀ ਹੀਰ, ਉਹਨਾਂ ਦੀ ਸ਼ਾਦੀ 'ਤੇ ਉੱਥੇ ਜਦੋਂ ਪਾਰਕਿੰਗ ਲੋਟ ਦੇ ਵਿੱਚ ਮੈਂ ਪਹੁੰਚ ਗਿਆ, ਉਦੋਂ ਵੀ ਇੰਟਰਸਟਿੰਗ ਤੁਸੀਂ ਦੱਸ ਰਹੇ ਸੀ ਸਟੋਰੀ, ਮੈਂ ਸਾਰੀ ਸੁਣੀ। ਹਾਂ, ਹਰਭਜਨ ਮਾਨ, ਗੁਰਸੇਵਕ ਮਾਨ ਉੱਥੇ ਪਹੁੰਚੇ ਹੋਏ ਸਨ, ਹੋਰ ਭਗਤਵੰਤ ਸੱਜਣ ਉੱਥੇ ਪਹੁੰਚੇ। ਸਾਰਾ ਮੈਂ ਦੱਸ ਚੁੱਕਾ, ਵਧਾਈ ਦੇ ਚੁੱਕੇ ਹਾਂ, ਪਰ ਫਿਰ ਵੀ ਤੁਸੀਂ ਵੀ ਵਧਾਈ ਦੇ ਦਿਓ ਤਾਂ ਕਿ ਆਪਾਂ ਅਗਾਂਹ ਵਧੀਏ। ਜੀ ਮੇਰੇ ਵੱਲੋਂ ਜੀ ਲੱਖ ਲੱਖ ਦੀ ਕਰੋੜ ਕਰੋੜ ਵਧਾਈ ਹੋਵੇ, ਕਿਉਂਕਿ ਹੁਣ ਸਿੱਧਾ ਮਹਿੰਗਾ ਹੋ ਜਾਂਦਾ ਜੀ। ਅੱਗੇ ਲੱਖ ਲੱਖ ਨਹੀਂ ਹੁੰਦੇ ਸੀ, ਕਰੋੜ ਕਰੋੜ ਕਿੰਨੀਆਂ ਦੀ ਬਾਕੀ ਹੁੰਦੀ ਸੀ। ਚਲੋ ਜੀ, ਸਾਡੇ ਵੱਲੋਂ ਵਧਾਈਆਂ। ਅੱਛਾ, ਚਲੋ ਹੁਣ ਉੱਥੋਂ ਹੀ ਸ਼ੁਰੂ ਕਰ ਲੈਂਦੇ ਜਿੱਥੇ ਤੁਸੀਂ ਛੱਡੀ ਸੀ। ਅੱਜ ਆਪਣੇ ਕੋਲ ਸਮਾਂ ਹੀ ਸਮਾਂ 2 ਮਿੰਟ ਦੀ ਆਪਾਂ ਵਿੱਚ ਛੋਟੀ ਜਿਹੀ ਮੈਂ ਮਤਲਬ ਬ੍ਰੇਕ ਲੈਣੀ ਹੈ ਬਸ, ਬਾਕੀ ਸਮਾਂ ਹੀ ਸਮਾਂ। ਚਲੋ ਸਾਡੇ ਟੈਕਨੀਸ਼ੀਅਨ ਵੀ ਕਹਿੰਦੇ ਕਿ ਅੱਜ ਆਂਟੀ ਆਪਣੇ ਅੰਕਲ ਸਾਹਿਬ ਨੂੰ, ਭੱਟੀ ਸਾਹਿਬ ਨੂੰ ਜਿੰਨਾ ਮਰਜ਼ੀ ਸਮਾਂ ਦਿਓ, ਨੋ ਪ੍ਰੋਬਲਮ ਆ ਜੀ, ਡਿਪੈਂਡ ਕਰਦਾ ਸਾਡੇ ਸਰੋਤਿਆਂ 'ਤੇ। ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਜੋ ਕੁਝ ਘਟਨਾਕ੍ਰਮ ਸਾਹਮਣੇ ਆ ਰਹੇ ਨੇ, ਜਿਸ ਤਰੀਕੇ ਦੇ ਨਾਲ ਸਟੋਰੀਆਂ ਬਣ ਰਹੀਆਂ ਨੇ, ਜਿਸ ਤਰੀਕੇ ਨਾਲ ਜ਼ਿੰਮੇਵਾਰੀਆਂ ਲਈਆਂ ਜਾ ਰਹੀਆਂ ਨੇ, ਜਿਸ ਤਰੀਕੇ ਨਾਲ ਲਿੰਕ ਜੋੜੇ ਜਾ ਰਹੇ ਨੇ, ਗ੍ਰਿਫਤਾਰੀਆਂ ਹੋ ਰਹੀਆਂ ਨੇ, ਹਾਲੀਵੁੱਡ ਬਾਲੀਵੁੱਡ ਤੋਂ ਇਲਾਵਾ ਮੈਂ ਸਮਝਦਾ ਕਿ ਮਤਲਬ ਦੁਨੀਆ ਭਰ ਦੇ ਜਿਹੜੇ ਰੈਪਰ ਨੇ ਖਾਸ ਤੌਰ 'ਤੇ ਉਹ ਵੀ ਰੋ ਰਹੇ ਨੇ, ਕੁਰਲਾ ਰਹੇ ਨੇ। ਸਾਡੇ ਕੱਲ੍ਹ ਇੱਥੇ ਇੱਕ ਕੈਂਡਲਾਈਟ ਵਿਜ਼ਲ ਹੋ ਰਿਹਾ, ਉਹਦੀ ਸੋਸ਼ਲ ਨੈਟਵਰਕ ਮੀਡੀਆ ਦੇ ਨਾਲ ਨਾਲ ਸਾਡਾ ਮੇਨ ਸਟ੍ਰੀਮ ਮੀਡੀਆ ਵੀ ਉਹਨੂੰ ਕਵਰ ਕਰ ਰਿਹਾ। ਬਿਰਹਾਵੁੱਡ ਦੇ ਕਲਾਕਾਰਾਂ ਅਤੇ ਸਿਆਸੀ ਆਗੂਆਂ ਵਿੱਚ ਗੱਡੀਆਂ 'ਚ ਬੁਲਟ ਪ੍ਰੂਫ ਲਗਾਉਣ ਦੀ ਜਿਹੜੀਆਂ ਨੇ ਉਹ ਕਵਾਇਦ ਸ਼ੁਰੂ ਹੋ ਗਈ ਹੈ। ਕੀ ਕਹਿਣਾ ਚਾਹੋ? ਸਿੱਧੂ ਮੂਸੇਵਾਲੇ ਦੀ ਆਪਣੀ ਜਿਹੜੀ ਗੱਡੀ ਸੀ, ਮੈਂ ਕਿਹਾ ਐਂਡੈਵਰ ਗੱਡੀ ਸੀ ਇਹਨਾਂ ਕੋਲੇ, ਇਹਨਾਂ ਨੇ ਆਪਣੀ ਬਕਾਇਦਾ ਤੌਰ ਤੇ ਜਲੰਧਰ ਤੋਂ ਬੁਲਟ ਪ੍ਰੂਫ ਕਰਾਈ। ਹੁਣ ਜਿਸ ਲੈਵਲ ਤੇ AN-94 ਵਗੈਰੀਆਂ ਰਾਈਫਲਾਂ ਜਿਹੜੀਆਂ ਵਾ ਸਾਡੇ ਇਹਨਾਂ ਮੁੰਡਿਆਂ ਕੋਲ ਗਰੁੱਪਾਂ ਕੋਲ ਆ ਰਹੀਆਂ, ਉਹਦੇ ਲੈਵਲ ਤੇ ਅਸੀਂ ਬੁਲਟ ਪ੍ਰੂਫ ਗੱਡੀਆਂ ਨਹੀਂ ਕਰਾਈ। ਅਸੀਂ ਆਮ ਗੋਲੀ, 60 ਦੀ ਗੋਲੀ ਲੈ ਲਓ, ਪਿਸਟਲ ਦੀ ਗੋਲੀ ਲੈ ਲਓ, ਪਿਸਤੌਲ ਦੀ ਗੋਲੀ ਲੈ ਲਓ, ਇਹਨਾਂ ਨੂੰ ਮੁੱਖ ਰੱਖ ਕੇ ਅਸੀਂ ਕਰਾਉਂਦੇ ਆਪਣੀ ਗੱਡੀ ਬੁਲਟ ਪ੍ਰੂਫ ਕਰਦੇ ਹਾਂ। ਲੇਕਿਨ ਜਿਹੜੀਆਂ ਨਵੀਆਂ ਵੈਪਨਸ ਆਏ ਨੇ ਉਹ ਬੁਲਟ ਗਰੁੱਪ ਵਧੀਆ ਨਹੀਂ ਪਾੜਦੇ। ਹੁਣ ਇਸ ਵੇਲੇ ਇੱਕ ਹੋਰ ਲੱਗ ਗਈ ਹੈ, ਜਿਹੜੇ ਸਾਡੇ ਪੰਜਾਬੀ ਫਿਲਮ ਉਦਯੋਗ, ਜਿਹਨੂੰ ਅਸੀਂ ਬਾਲੀਵੁੱਡ ਕਹਿੰਦੇ, ਉਹਦੇ ਕਲਾਕਾਰ ਨੇ, ਇੱਕ ਭੋਜਪੁਰੀ ਫਿਲਮ ਉਦਯੋਗ ਜਿਹਨੂੰ ਬਿਰਹਾਵੁੱਡ ਕਹਿੰਦੇ। ਇਹਨਾਂ ਤੋਂ ਇਲਾਵਾ ਕਲਾਕਾਰਾਂ ਤੋਂ ਇਲਾਵਾ ਕਈ ਸਿਆਸੀ ਆਗੂ ਵੀ ਆਪਣੀਆਂ ਗੱਡੀਆਂ ਜਿਹੜੀਆਂ ਧੜਾਧੜ ਜਿਹੜੀਆਂ ਉਹ ਬੁਲਟ ਪ੍ਰੂਫ ਕਰਾ ਰਹੇ ਨੇ। ਪਿਛਲੇ 4 ਦਿਨਾਂ ਦੇ ਵਿੱਚ 142 ਬੰਦਿਆਂ ਨੇ ਆਪਣੀਆਂ ਬੁਲਟ ਪ੍ਰੂਫ ਗੱਡੀਆਂ ਕਰਾਉਣ ਦੀਆਂ ਐਪਲੀਕੇਸ਼ਨ ਦਿੱਤੀਆਂ, ਸਿਰਫ 4 ਦਿਨਾਂ ਦੇ ਵਿੱਚ, ਜੋ ਉਹਦਾ ਡੈਥ ਹੋਈ ਆ ਸਿੱਧੂ ਮੂਸੇਵਾਲੇ। ਕਿਉਂਕਿ ਇਹਦੀ ਬਕਾਇਦਾ ਤੌਰ ਤੇ ਐਸਡੀਐਮ ਕੋਲੇ ਤੇ ਜਾਂ ਡੀਸੀ ਕੋਲੋਂ ਪਰਮਿਸ਼ਨ ਲੈਣੀ ਪੈਂਦੀ, ਆਪਣੀ ਮਰਜ਼ੀ ਨਾਲ ਤੁਸੀਂ ਕਰਾ ਸਕਦੇ। ਉੱਥੇ ਲਿਖਣਾ ਪੈਂਦਾ ਕਿ ਤੁਸੀਂ ਇਹਦੇ ਦਰਵਾਜ਼ੇ ਜਾਂ ਸ਼ੀਸ਼ੇ ਜਾਂ ਪੂਰੀ ਗੱਡੀ ਬੁਲਟ ਪ੍ਰੂਫ ਕਰਾਉਣੀ। ਜੇ ਕਿਤੇ ਤੁਸੀਂ ਇਹਦੀ ਫਰੰਟ ਤੇ ਬੈਕ ਦੇ ਸ਼ੀਸ਼ੇ ਬੁਲਟ ਪ੍ਰੂਫ ਕਰਾਉਣੇ ਹੋਣ ਨਾ, ਉਹਦੇ ਤੇ 8 ਤੋਂ ਲੈ ਕੇ ਤੇ 12 ਲੱਖ ਰੁਪਏ ਲੱਗਦੇ। ਜੇ ਫਰੰਟ ਬੈਕ ਤੇ ਦਰਵਾਜ਼ਿਆਂ ਦੇ ਸ਼ੀਸ਼ੇ ਕਰਾਉਣੇ ਹੋਣ
ਫਿਰ 12 ਤੋਂ ਲੈ ਕੇ 17 ਲੱਖ ਰੁਪਏ ਲੱਗਦੇ ਨੇ ਸਾਰੇ ਸ਼ੀਸ਼ੇ ਦੇ ਪੰਨੇ ਦਰਵਾਜ਼ੇ। ਜੇ ਇਹ ਬੁਲਟ ਪ੍ਰੂਫ ਕਰਾਉਣੀ ਹੋਵੇ ਤੇ 18 ਤੋਂ ਲੈ ਕੇ 22 ਲੱਖ ਰੁਪਏ ਦਿੰਦੇ, ਦਾੜੀ ਤੋਂ ਮੁੱਛਾਂ ਨਹੀਂ ਹੋ ਜਾਂਦੀਆਂ। ਜੇ ਸਾਰੇ ਦਰਵਾਜ਼ੇ ਤੇ ਰੂਫ ਉੱਪਰਲੀ ਛੱਤ ਤੱਕ ਤਾਬ ਜਿਹੜੀ ਸਾਰਾ ਜਿਹੜੇ ਉਹ ਬੁਲਟ ਪ੍ਰੂਫ ਹੋਣਾ ਹੋਵੇ ਤੇ ਫਿਰ 35 ਤੋਂ ਲੈ ਕੇ 40 ਲੱਖ ਰੁਪਏ ਲੱਗਦੇ ਆ। ਤੇ ਜੇ ਕਿਤੇ ਪੂਰੀ ਦੀ ਪੂਰੀ ਗੱਡੀ ਬੁਲਟ ਪ੍ਰੂਫ ਕਰਾਉਣੀ ਹੋਵੇ ਤੇ 40 ਤੋਂ ਲੈ ਕੇ 45 ਲੱਖ ਰੁਪਏ ਲੱਗਦੇ। ਦਾੜੀ ਤੋਂ ਮੁੱਛਾਂ ਲੰਮੀਆਂ ਹੋ ਜਾਂਦੀਆਂ। ਇਸ ਵੇਲੇ ਜਿਹੜੇ ਲੀਡਰ ਕਲਾਕਾਰ ਡਰੇ ਇੰਨੇ ਪਏ ਨੇ, ਪਤਾ ਨਹੀਂ ਕਿਹਦੀ ਵਾਰੀ ਆ ਕਿਹਦੇ ਤੇ ਕੋਈ ਅਟੈਕ ਹੋਇਆ। ਕੱਲ ਮੈਂ ਬਕਾਇਦਾ ਤੌਰ ਤੇ ਨਾਂ ਲੈ ਕੇ ਦੱਸੇ ਸੀ ਕਿਹੜੇ ਕਿਹੜੇ ਗੈਂਗ ਕਿੱਥੇ ਕਿੱਥੇ ਬੈਠੇ ਤੇ ਕਿਵੇਂ ਕਿਵੇਂ ਆਪਰੇਟ ਕਰਦੇ, ਉਹਨਾਂ ਦੇ ਪਿੱਛੇ ਏਜੰਸੀਆਂ ਕਿਵੇਂ ਖੜੀਆਂ, ਕਿਵੇਂ ਉਹਨਾਂ ਦੀ ਪੁੱਛ ਪਤਾਈ ਕਰਦੀਆਂ। ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਹਾਲਾਤ ਬਹੁਤ ਮਾੜੇ ਨੇ। ਜਿਹੜੇ ਸਾਡੇ ਗੈਂਗਸਟ ਨੇ, ਇਹਨਾਂ ਨੂੰ ਜਦੋਂ ਅੰਮ੍ਰਿਤਸਰ ਦੇ ਵਿੱਚ ਸਾਡੇ ਮਾਨਯੋਗ SSP ਸਨ ਕੁੰਵਰ ਵਿਜੇ ਪ੍ਰਤਾਪ, ਉਹਨਾਂ ਕਾਫੀ ਹੱਦ ਤੱਕ ਕੰਟਰੋਲ ਕਰਨ ਦੀ ਜਿਹੜੀ ਸੀ ਉਹ ਕੋਸ਼ਿਸ਼ ਕੀਤੀ। ਖਾਰ ਕੇ ਸਨੈਚਰ ਫਿਗਰ ਤੇ ਆਮ ਵਰਤ ਪਕੜ ਲੈਂਦੇ। ਉਹਨੇ ਇੱਕ ਮੋਟਰਸਾਈਕਲ ਵਿੰਗ ਬਣਾਇਆ ਸੀ, ਉਹਨੂੰ ਬਕਾਇਦਾ ਤੌਰ ਤੇ ਹਰੀ ਝੰਡੀ ਦੇ ਕੇ ਚਲਾਇਆ ਸੀਗਾ ਤੇ ਹਰ ਚੌਂਕ ਦੇ ਵਿੱਚ 2 ਮੋਟਰਸਾਈਕਲ ਤੇ 4 ਜਵਾਨ ਖੜੇ ਹੁੰਦੇ ਸੀ। ਫਾਰ ਐਗਜ਼ਾਮਪਲ ਇਸ ਚੌਂਕ ਦੇ ਵਿੱਚ ਕੋਈ ਘਟਨਾ ਵਾਪਰੀ ਤੇ ਅਗਲੇ ਚੌਂਕ ਤੱਕ ਜਿਹੜਾ ਸੀ ਬੰਦਾ ਫੜ ਕੇ ਕੁਰਸੀ ਦੇ ਚੱਕੂ। ਬੜੀ ਫਾਸਟ ਸੀ ਉਦੋਂ ਅੰਮ੍ਰਿਤਸਰ ਦੇ ਵਿੱਚ, ਜਦੋਂ ਹੀ ਦਹਿਸ਼ਤ ਦਾ ਨਾਂ ਸੀਗਾ ਜੀ। ਤੇ ਸਾਡੇ ਸਿਆਸੀ ਆਗੂਆਂ ਨੂੰ ਬਕਾਇਦਾ ਤੌਰ ਤੇ ਗੱਲ ਚੰਗੀ ਨਹੀਂ ਸੀ ਲੱਗੀ। ਹਾਕਮ ਧਿਰ ਦੇ ਇੱਕ ਮੰਤਰੀ ਨੇ ਜਾ ਕੇ ਉਹਨਾਂ ਦੇ ਬੂਹੇ ਅੱਗੇ ਧਰਨਾ ਦਿੱਤਾ ਸੀਗਾ, ਇਹਨੂੰ ਬਦਲੋ। ਹਾਂ ਬਿਲਕੁਲ ਬਿਲਕੁਲ। ਇਹੋ ਜਿਹੇ ਅਫਸਰਾਂ ਨੂੰ ਬਦਲਣ ਵਾਸਤੇ ਵੀ ਸਿਆਸੀ ਅੱਗੂ ਹੁੰਦੇ ਤੇ ਮੁੜ ਕੇ ਮਗਰਮੱਛ ਦੇ ਹੰਝੂ ਹੋਣ ਵਾਸਤੇ ਸਾਰੇ ਤੁਰ ਪੈਂਦੇ ਜੀ। ਸਾਨੂੰ ਬੜਾ ਦੁੱਖ ਹੋਇਆ। ਅੱਜ ਉਹ ਵੀ ਸਖਤੇ ਦੇ ਵਿੱਚ ਨੇ। ਅੱਜ ਉਹਨਾਂ ਨੂੰ ਦਿਖਾਈ ਦਿੰਦਾ ਵੀ ਵਾਰੀ ਹੁਣ ਸਾਡੀ ਵੀ ਆ ਜਾਣੀ ਹੈ। ਇਸ ਕਰਕੇ ਆਪਣੀਆਂ ਗੱਡੀਆਂ ਇੱਕ 4 ਦਿਨਾਂ ਦੇ ਵਿੱਚ 142 ਐਪਲੀਕੇਸ਼ਨ ਆਉਣੀਆਂ ਬੁਲਟ ਪ੍ਰੂਫ ਗੱਡੀਆਂ ਕਹਿੰਦੇ ਬੜੀ ਵੱਡੀ ਗੱਲ ਆ। ਇਸ ਕਰਕੇ ਮੈਂ ਸੋਚਦਾ ਵੀ ਇਸ ਵੇਲੇ ਜਿਹੜੇ ਸਾਡੇ ਵੀਰ ਨੇ, ਵਿਚਾਰੇ ਭਰਾ ਨੇ, ਸਾਡੇ ਆਪਣੇ ਬੱਚੇ ਨੇ, ਇਹ ਜਿਹੜੇ ਗੈਂਗਸਟ ਬਣੇ ਆ, ਉਹਨਾਂ ਨੂੰ ਕੋ ਬਾਬੇ ਨਾਨਕ ਦੇ ਸੰਕਲਪ ਨੂੰ ਜਿਹੜਾ ਸੀ ਉਹ ਅਪਣਾਓ, ਕਿਰਤ ਕਰੋ ਜੀ, ਵੰਡ ਛਕੋ ਤੇ ਨਾਮ ਜਪੋ। ਜੇ ਕਿਤੇ ਜ਼ਿੰਦਗੀ 'ਚ ਕੋਈ ਤਰੱਕੀ ਕਰਨੀ ਹੈ, ਲੁੱਟਾਂ ਖੋਹਾਂ ਨਾਲ ਕੁਛ ਨਹੀਂ ਬਣਨਾ, ਡਾਕਿਆਂ ਨਾਲ ਕੁਛ ਨਹੀਂ ਬਣਨਾ। ਤੁਹਾਨੂੰ ਪਤਾ ਹੋਏਗਾ ਨਾ ਗੈਂਗਸਟਰਾਂ ਦੀ ਉਮਰ ਬੜੀ ਥੋੜੀ ਹੋਈ। ਬਿਲਕੁਲ ਬਿਲਕੁਲ। ਅਤੇ ਜਿੰਨਾ ਮਰਜ਼ੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੇਂਦਰ ਕੋਲੋਂ ਵੀ ਸੁਰੱਖਿਆ ਲੈਣ ਤੋਂ ਇਨਕਾਰ। ਅਗਲਾ ਕੁਐਸਚਨ ਹੈ, ਪੱਟੀ ਸਾਹਿਬ ਸੁਖਬੀਰ ਸਿੰਘ ਬਾਦਲ ਹੋਣਾ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਬੰਦ ਕਮਰਾ, ਪਰੰਤੂ ਉਸ ਤੋਂ ਪਹਿਲਾਂ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਵੱਲੋਂ ਵੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਮੈਂ ਖਬਰ ਵੈਸੇ ਪੜ੍ਹੀ ਹੈ ਕੀ ਕਾਰਨ, ਪਰ ਤੁਹਾਡਾ ਨਜ਼ਰੀਆ ਇਸ ਬਾਰੇ ਕੀ ਹੈ? ਦੇਖੋ ਜੀ, ਮੈਂ ਤੇ ਇੰਨੀ ਗੱਲ ਕੋਈ ਜਥੇਦਾਰ ਸਾਹਿਬ ਨੇ ਬਹੁਤ ਵਧੀਆ, ਜਿਹੜੀ ਗੱਲ ਅਸੀਂ ਰੋਜ਼ ਆਪਣੇ ਰੇਡੀਓ ਤੇ ਕਹਿੰਦੇ ਆ ਨਾ, ਜਥੇਦਾਰ ਸਿੰਘ ਨੇ ਆਪਣੀ ਵੀਡੀਓ ਗੱਲ ਕੀਤੀ। ਜਿਹੜੀ ਗੱਲ ਅਸੀਂ ਕਹਿੰਦੇ ਵੀ ਸੰਗੀਨਾਂ ਦੀ ਛਾਂ ਐਡ ਤੋਂ ਲੁੱਟਮਾ ਕੀਤੀ ਜਾ ਸਕਦੀ ਹੈ, ਧਰਮ ਪ੍ਰਚਾਰ, ਜਥੇਦਾਰ ਨੇ ਖੁਦ ਇੰਨੀ ਗੱਲ ਕੀਤੀ ਹੈ। ਉਹਨਾਂ ਨੇ ਇੰਨੀ ਗੱਲ ਕਹੀ, ਜੇ ਮੈਂ ਸਿਕਿਉਰਿਟੀ ਲੈ ਲਈ, ਜਦ ਮੈਂ ਸਿਕਿਉਰਿਟੀ ਲੈ ਲਵਾਂ ਤੇ ਮੇਰੇ ਲੋਕਾਂ ਦੇ ਲਾਤਾ ਟੁੱਟ ਜੂਗਾ, ਮੈਂ ਲੋਕਾਂ ਨੂੰ ਨਹੀਂ ਮਿਲ ਸਕਦਾ, ਸੰਗਤਾਂ ਨਾਲ ਨਹੀਂ ਮੈਂ ਰੂਬਰੂ ਹੋ ਸਕਦਾ। ਪਹਿਲਾਂ ਪੰਜਾਬ ਸਰਕਾਰ ਦੀ ਉਹਦੇ ਕਹਾ ਜੀ, ਮੈਂ ਕੇਂਦਰ ਸਰਕਾਰ ਦਾ ਆਪਣੇ ਦਿਲ ਦੀਆਂ ਗਰੀਆਂ ਤੋਂ ਧੰਨਵਾਦ ਕਰਦਾ। ਸਾਨੂੰ ਪਤਾ ਹੋਏ ਪਿੱਛੇ ਜੇ ਗ੍ਰਹਿ ਮੰਤਰੀ ਸਾਹਿਬ ਆਏ ਸੀ ਤੇ 1 ਘੰਟਾ ਮੀਟਿੰਗ ਕਰਕੇ ਗਿਆ ਸੀ ਜੈ ਸਰਕਾਰ ਬੰਦ ਕਮਰੇ ਦੇ, 1 ਘੰਟਾ ਮਿਲ ਕੇ। ਤੇ ਗ੍ਰਹਿ ਮੰਤਰੀ ਸਾਹਿਬ ਜਿਹੜੇ ਸਾਡੇ ਹੈਗੇ ਉਹ ਸਿੰਧੀ ਪਰਿਵਾਰ ਚੋਂ, ਉਹ ਮੰਨਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ। ਮੰਦਰਾਂ ਦੀ ਸਿਆਸਤ ਕਰਨਾ ਵੱਖਰੀ ਗੱਲ ਆ, ਲੇਕਿਨ ਉਹ ਕਹਿੰਦੇ ਸਾਡੀ ਆਸਥਾ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ। ਜਦੋਂ ਪਿਛਲੀ ਵਾਰੀ ਸੇਵਾ ਹੋਈ ਸੀ, 11 ਦਿਨ ਪਰਿਵਾਰ ਸਮੇਤ ਰਹਿ ਕੇ ਅੰਮ੍ਰਿਤਸਰ ਸੇਵਾ ਕਰਕੇ ਗਏ। ਮੈਨੂੰ ਉਮੀਦ ਹੈ ਕਿ ਸ਼ਾਇਦ ਉਹ ਟੈਲੀਫੋਨ ਤੇ ਗੱਲ ਕਰਨ ਜਾਂ ਆਪ ਅੱਜ ਚੰਡੀਗੜ੍ਹ ਆ ਰਹੇ ਨੇ, ਉਹ ਜਥੇਦਾਰ ਸਾਹਿਬ ਦਾ ਰਾਬਤਾ ਜ਼ਰੂਰ ਕਰਨਗੇ। ਜਥੇਦਾਰ ਸਾਨੂੰ ਜਿਹੜੀ ਇੰਟੈਲੀਜੈਂਸ ਦੀ ਰਿਪੋਰਟ ਹੈ, ਤੁਹਾਨੂੰ ਖੁਦ ਤੱਕ ਸਿਕਿਉਰਿਟੀ ਲੈ
ਲੇਕਿਨ ਜਥੇਦਾਰ ਸਾਹਿਬ ਨੇ ਪਹਿਲਾਂ ਕਹਿਤਾ ਵੀ ਪਹਿਲਾਂ ਵੀ ਸਿਕਿਉਰਿਟੀ ਲਈ ਤੇ ਮੈਨੂੰ ਸਿਕਿਉਰਿਟੀ ਕੋਈ ਲੋੜ ਨਹੀਂ ਕਿ ਮੈਂ ਸੰਗਤਾਂ ਨੂੰ ਟੁੱਟਣਾ ਚਾਹੁੰਦਾ। ਬਾਕੀ ਜ਼ਿੰਦਗੀ ਜਿਹੜੀ ਹੱਥ ਅਕਾਲ ਪੁਰਖ ਦੇ ਵਾ, ਜਿੰਨੀ ਲਿਖੀ ਉਹਨੇ ਤੇ ਭੁਗਣੀ ਅਸੀਂ। ਤੇ ਮੈਂ ਸੋਚੀ ਜਥੇਦਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਵਧੀਆ ਕੰਮ। ਮੈਂ ਦੱਸਿਆ ਵੀ ਕਈ ਤੁਹਾਡੇ ਹਿਸਾਬ ਨਾਲ ਸਵੇਰ ਤੇ ਸਾਡੇ ਹਿਸਾਬ ਨਾਲ ਕੱਲ ਇਹ ਡਿਟੇਲ ਵੀ ਦੱਸੀ ਸੀ ਕਿ ਸਿਕਿਉਰਿਟੀ ਜਥੇਦਾਰ ਨੇ ਕਦੋਂ ਸ਼ੁਰੂ ਕੀਤੀ ਸੀ ਲੈ। ਬਿਲਕੁਲ ਹਾਂਜੀ, ਮੈਂ ਸੁਣਦਾ ਕਿਉਂ ਕੀਤੀ ਸੀ, ਪੂਰੀ ਸੁਣੀ ਮੈਂ। ਉਹਨੂੰ ਹੁਣ ਆਪਾਂ ਦਰੋੜਾ ਕੰਮ ਹੈ। ਇਸ ਕਰਕੇ ਮੈਂ ਜਥੇਦਾਰ ਸਾਹਿਬ ਕਹਿੰਦਾ ਬਹੁਤ ਚੰਗਾ ਕੀਤਾ ਤੁਹਾਨੂੰ, ਤੁਹਾਡੀ ਸੁਰੱਖਿਆ, ਤੁਹਾਡਾ ਸੁਰੱਖਿਆ ਤੱਕ ਵਾਕਈ ਸੰਗਤ ਆ। ਕਿਉਂ ਤੁਸੀਂ ਇੱਕ ਆਵਾਜ਼ ਮਾਰੀ ਸੀ, ਤੁਹਾਡੇ ਕੋਲ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਦੇ ਫੋਨ ਆ ਗਏ ਸੀ, ਜਥੇਦਾਰ ਜੀ ਸਾਡੇ ਕੋਲ ਆਪਣਾ ਵੈਪਨ ਹੈਗਾ, ਅਸੀਂ ਨਿਸ਼ਕਾਮ ਸੇਵਾ ਕਰਨੀ, ਤੁਹਾਡੀ ਸਿਕਿਉਰਿਟੀ ਕਰਨੀ ਤਿਆਰ ਆ। ਇਹ ਹੁੰਦੀ ਹੈ ਸਿੱਖੀ, ਇਹ ਹੁੰਦੀ ਸਮਰਥਨ ਭਾਵਨਾ। ਭਾਵੇਂ ਸਾਡੀ ਕੁਛ ਗੱਲਾਂ ਤੇ ਸਹਿਮਤ ਨਹੀਂ ਜਥੇਦਾਰ ਨਾਲ, ਕੁਛ ਗੱਲਾਂ ਨਹੀਂ ਸਹਿਮਤ ਸੀ, ਜਿੱਥੇ ਨਹੀਂ ਸਹਿਮਤ ਵੀ ਠੋਕ ਕੇ ਵਿਰੋਧ ਵੀ ਕਰਦੇ ਉਹਨਾਂ ਦਾ ਗਲਤ ਹੋ ਰਹੀ ਹੈ ਤੇ ਨਹੀਂ ਹੋਣੀ ਚਾਹੀਦੀ। ਲੇਕਿਨ ਜਥੇਦਾਰ ਸਾਹਿਬ ਦਾ ਇਹ ਕਦਮ ਸ਼ਲਾਘਾਯੋਗ ਆ। ਲੇਕਿਨ ਮੈਂ ਇਹ ਵੀ ਗੱਲ ਕਹੂੰਗਾ, ਜੇ ਕਿਤੇ ਇੰਟੈਲੀਜੈਂਸ ਨੂੰ ਕੋਈ ਇਹੋ ਜਿਹੀ ਹੈਗੀ ਤੇ ਫਿਰ ਉਹਦੇ ਵਿਚਾਰ ਕਰਨਾ ਚਾਹੀਦਾ। 5 ਵਜੇ ਮੀਟਿੰਗ ਵਿਚਾਰ ਕਰ ਲਓ, ਬਹਿ ਕੇ ਕਰ ਲਓ, ਚੰਗੀ ਗੱਲ। ਦੋਸਤੋ ਆ ਵੀ ਖਬਰ ਪਹੁੰਚਾ ਦਿਓ ਹੁਣ ਜਥੇਦਾਰ ਸਾਹਿਬ ਤੱਕ ਵੀ ਅੱਜ ਅਸੀਂ ਇਹ ਵੀ ਚਰਚਾ ਕਰ ਰਹੇ ਹਾਂ, ਉਹੀ ਨਾ ਪਹੁੰਚਾ ਦਿਆ ਕਰੋ, ਇਹ ਵੀ ਪਹੁੰਚਾ ਦਿਆ ਕਰੋ ਵੀ ਅੱਜ ਆ ਵੀ ਗੱਲ ਹੋਈ ਹੈ। ਕਿਉਂ ਭੱਟੀ ਸਾਹਿਬ? ਬਿਲਕੁਲ ਈਸਟ ਵੈਸਟ ਨਾਰਥ ਸਾਊਥ ਜਿਹੜੀ ਗੱਲ ਉਹ ਕਹਿੰਦੇ ਹੁੰਦੇ ਨਾ, ਤੁਹਾਨੂੰ ਬਾਅਦ ਦੱਸੂਗਾ ਮੈਂ। ਸਾਡੇ ਵਜੇ ਕਿਵੇਂ ਹੋਇਆ ਮੇਰੇ ਬਾਰੇ, ਤੁਹਾਡੇ ਬਾਰੇ। ਚਲੋ ਮੈਂ ਹੀ ਜਥੇਦਾਰ ਸਾਹਿਬ ਤੁਹਾਡਾ ਸਤਿਕਾਰ ਆ ਜੀ। ਉਹਨਾਂ ਦੇ ਪੀਏ ਜਿਹੜੇ ਸਾਰੇ ਵਕਤ ਵਾਕਫ ਨੇ, ਦੱਸ ਹੀ ਦਿੰਦੇ ਆ ਵੀ ਅੱਜ ਜਦੋਂ ਗੱਲ ਹੋਈ ਆ ਗੱਲ ਕੀ ਸੀ। ਮੈਂ ਕੋਈ ਗੱਲ ਨਹੀਂ, ਆਪਣੇ ਨੂੰ ਦੱਸਿਆ ਕਿ ਆਪਣੇ ਨੂੰ ਸਤਿਕਾਰ ਜ਼ਰੂਰ ਕਰਦੇ। ਅਸੀਂ ਕੁਛ ਨਹੀਂ ਹੈ ਜੀ, ਅਸੀਂ ਤੇ ਤੁਹਾਡੇ ਮਤਲਬ ਤਖਤ ਦੇ ਚਰਨਾਂ ਦੀ ਧੂੜ ਨਹੀਂ ਹੈ। ਤੁਸੀਂ ਸਾਡੇ ਵਰਗੇ ਦੁਨਿਆਵੀ ਹੋ, ਠੀਕ ਹੈ। ਜਿੱਤੇ ਕਿਤੇ ਸਾਨੂੰ ਲੱਗਦਾ ਕਿ ਨਹੀਂ ਆ ਤੁਹਾਡੇ ਕੋਲ ਬਿਆਨ ਹੋਇਆ ਜਾਏ ਤੇ ਆਹ ਸੀ ਪਿਛੋਕੜ, ਆ ਸੀ ਆਹ ਸੀ ਉਹ ਸੀ, ਅਸੀਂ ਉਹੀ ਕਰਦੇ ਹਾਂ ਜੀ। ਖੈਰ ਐਨੀਵੇ, ਸੁਖਬੀਰ ਸਿੰਘ ਬਾਦਲ ਹੁਣਾਂ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਬੰਦ ਕਮਰਾ ਇੱਕ ਮੁਲਾਕਾਤ ਕੀਤੀ ਹੈ। ਖਬਰਾਂ ਇਹ ਨੇ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਸਾਂਝਾ ਉਮੀਦਵਾਰ ਬਣਾਉਣ ਦੀ ਕਈ ਕਹਿ ਰਹੇ ਨੇ ਕਿ ਸਹਿਮਤੀ ਬਣ ਗਈ, ਸਾਂਝਾ ਉਮੀਦਵਾਰ ਜੇ ਐਲਾਨ ਦਿੱਤਾ, ਕਈ ਬਲਾ 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 ਬੜਾ ਕੁਝ ਹੁੰਦਾ। ਪਰ ਅਸੀਂ ਕਦੀ ਵੀ ਇਹੋ ਜਿਹੀ ਖਬਰ ਮਤਲਬ ਪਹਿਲ ਦੇ ਆਧਾਰ ਤੇ ਬ੍ਰੇਕਿੰਗ ਨਿਊਜ਼ ਬਣਾ ਕੇ ਨਹੀਂ ਕੀਤੀ ਜੀ। ਬੱਲੇ 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 TRP ਬਾਜੀ, 4 ਕਾਲਾਂ ਉਹ ਹੋ ਗਈਆਂ, ਬਲਾ ਹੋ ਗਈਆਂ। ਸਹਿਮਤੀ ਬਣੀ ਜਾਂ ਨਹੀਂ ਬਣੀ ਇਹ ਗੱਲ ਵੱਖਰੀ ਹੈ। ਅੱਜ ਚਰਚਾ ਫੇਰ ਹੋਣੀ ਹੈ, ਕੀ ਸਹਿਮਤੀ ਨਹੀਂ ਬਣੀ ਇਹ ਵੀ ਆ ਰਿਹਾ। ਕੀ ਕਹਿਣਾ ਚਾਹੋਗੇ? ਜਿਹੜੀ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਸਿੰਘ ਮਾਨ ਦੀ ਆਪਣੀ ਜਿਹੜੀ ਸਹਿਮਤੀ ਦੀ ਤੁਸੀਂ ਗੱਲ ਕੀਤੀ, ਇਹ ਵਾਕਈ ਹਾਲੇ ਤੱਕ ਸਹਿਮਤੀ ਨਹੀਂ ਬਣੀ ਤੇ ਅੱਜ ਫਿਰ ਇਹਦੇ ਤੇ ਵਿਚਾਰ ਕੀਤਾ। ਚੰਡੀਗੜ੍ਹ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਕਾਫੀ ਅੱਜ ਸਰਗਰਮੀ ਰਹਿ ਗਈ, ਕਿਉਂਕਿ ਰਾਜਾ ਵੜਿੰਗ ਨੇ ਆਪਣੀ ਇੱਕ ਇੰਟਰਵਿਊ ਚ ਨਿਕਲ ਸੀ, ਜਦੋਂ ਉਹਨੂੰ ਐਂਕਰ ਨੇ ਸਵਾਲ ਪੁੱਛਿਆ ਵੀ ਦੇਖੋ ਜੇ ਕਿਤੇ ਸਾਂਝਾ ਉਮੀਦਵਾਰ ਸਿੱਧੂ ਮੂਸੇਵਾਲੇ ਦੇ ਸਾਡੇ ਨੂੰ ਬਣਾਇਆ ਜਾਂਦਾ ਤੇ ਤੁਸੀਂ ਸਹਿਮਤ ਹੋਗੇ? ਕਹਿੰਦਾ ਬਿਲਕੁਲ ਸਾਰੀਆਂ ਪਾਰਟੀਆਂ ਸਹਿਮਤ ਹੁੰਦੇ, ਕਾਂਗਰਸ ਬਿਲਕੁਲ ਸਹਿਮਤ ਹੋਈ, ਸਾਂਝਾ ਉਮੀਦਵਾਰ ਇੱਕੋ ਬਣਾ ਦੇ, ਖੜਾ ਕਰ ਦਿੱਤਾ। ਲੀਡਰ ਕਿਹੜੀ ਕੰਪਨੀ ਕਿਹਦਾ ਹੋਊਗਾ? ਪੰਜਾਬ ਦਾ ਹੋਊਗਾ? ਫਿਰ ਕਿੱਦਾਂ ਹੋਊਗਾ ਲੀਡਰ ਕਿਹੜੀ? ਆਜ਼ਾਦ ਉਮੀਦਵਾਰ ਹੋਏਗਾ, ਆਜ਼ਾਦ ਉਮੀਦਵਾਰ ਐਜ਼ ਇੰਡੀਪੈਂਡੈਂਟ। ਕਈ ਲੋਕਾਂ ਨੇ ਉਹਨੂੰ ਲਿਖਿਆ ਕਿ ਉਹਨੇ ਕਹਿਤਾ ਜਿਹਨੂੰ ਖੜਾ ਕਰਾਂਗੇ, ਬਿਲਕੁਲ ਗਲਤ ਗੱਲ ਆ। ਇਹ ਗੱਲ ਨਹੀਂ, ਉਹਨੂੰ ਸਵਾਲ ਪੁੱਛੇਗਾ, ਉਹਨੇ ਸਵਾਲ ਦੇ ਜਵਾਬ ਦਿੱਤਾ ਕਿ ਜੇ ਸਾਂਝਾ ਉਮੀਦਵਾਰ ਇਸ ਸੰਦਰਭ ਦੇ ਵਿੱਚ ਵੀ ਜੋ ਉਹਨਾਂ ਦੇ ਘੱਟ ਹੋ ਰਿਹਾ ਵਾ ਜੇ ਬਣਾਇਆ ਜਾਂਦਾ ਤੇ ਅਸੀਂ ਬਿਲਕੁਲ ਸਹਿਮਤ ਹਾਂ। ਜਿਹੜੀ ਸਿਮਰਨ ਸਿੰਘ ਮਾਨ ਦੀ ਤੇ ਸੁਖਬੀਰ ਸਿੰਘ ਬਾਦਲ ਦੀ ਸਿਰਫ ਇੱਕੇ ਗੱਲ ਤੇ ਕਿ ਉਹ ਖਾਲਸਾ ਨੂੰ ਲੈ ਕੇ ਥੋੜਾ ਜਿਹਾ ਉਹਨਾਂ ਦੇ ਵਿਚਾਰ ਵੱਖੋ ਵੱਖਰੇ, ਬਾਕੀ ਕੋਈ ਗੱਲ ਨਹੀਂ। ਕਿ ਬੀਬੀ ਕਮਲਜੀਤ ਕੌਰ ਨੇ ਵੀ ਕਹਿਤਾ ਉਸ ਸਮਰਥਾ ਜਤਾਤੀ ਕਿ ਮੈਂ ਇਲੈਕਸ਼ਨ ਨਹੀਂ ਲੜਦਾ, ਤੁਸੀਂ ਕੀ ਹੋਰ ਆਪਣਾ ਹੱਲ ਲੱਭ ਲਓ। ਹੁਣ ਮਾਨ ਸਾਹਿਬ ਕਹਿੰਦੇ ਕਿ ਤੁਸੀਂ ਸਾਰੇ ਮੈਨੂੰ ਵੋਟਾਂ ਪਾ ਦਿਓ ਤੇ ਮੈਂ ਆਪਣੀ ਜਿੱਤ ਪ੍ਰਾਪਤ ਕਰ ਲਵਾਂ ਜਾਂ ਆਪਣੀ ਕੋਈ ਸ਼ਾਨ ਬਣਾ ਲਵਾਂ, ਕਿਉਂਕਿ ਦੂਜੇ ਪਾਸੇ ਜਿਹੜਾ ਗੁਰਮੇਲ ਸਿੰਘ ਖੜਾ ਕੀਤਾ ਘਰਾਚੋਂ, ਗੁਰਮੇਲ ਸਿੰਘ ਘਰਾਚੋਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ। ਉਹ ਬਕਾਇਦਾ ਤੌਰ ਤੇ ਜਿਹੜੀਆਂ ਕਿਆਸਾਂ ਲਾਈਆਂ ਜਾ ਰਹੀਆਂ ਸੀ ਭਗਵੰਤ ਮਾਨ ਦੀ ਭੈਣ ਚੋਂ ਲੜੇਗੀ, ਬਿਲਕੁਲ ਗਲਤ। ਆਪਾਂ ਪਹਿਲਾਂ ਵੀ ਕਿਹਾ ਸੀ ਇਹ ਗੱਲ ਦੀ, ਜੇ ਕਰੂ ਤੇ ਭਗਵੰਤ ਮਾਨ ਜਿਹੜੀ ਮਾੜੀ ਮੋਟੀ ਸੇਵ ਵੀ ਖਤਮ ਕਰਾ ਦੂ।
ਜਿਹੜਾ ਗੁਰਮੇਲ ਸਿੰਘ ਘਰਾਚੋ ਕੌਣ ਆ? ਗੁਰਮੇਲ ਸਿੰਘ ਘਰਾਚੋ ਉਹ ਪਿੰਡ ਦਾ ਸਰਪੰਚ ਹੈ। ਜਦੋਂ ਪੂਰੀ ਹਨੇਰੀ ਵਗਦੀ ਸੀ ਕਾਂਗਰਸ ਦੀ, ਸਾਰੇ ਸਰਪੰਚ ਜਿਹੜੇ ਸੀ, ਤੇ ਉਹਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਸਰਪੰਚ ਬਣੇ ਸੀ ਪਿੰਡ। ਡਬਲ ਐਮਏ ਮੁੰਡਾ ਉਹ, ਸੰਗਰੂਰ ਜ਼ਿਲ੍ਹੇ ਦਾ ਪ੍ਰਧਾਨ ਆ। ਅੱਛੀ ਗੱਲ ਹੈ, ਸੇਵਾ ਵਾਲਾ ਮੁੰਡਾ ਵਾ, ਤੁਸੀਂ ਖੜਾ ਕੀਤਾ, ਚੰਗਾ ਫੈਸਲਾ ਲਿਆ। ਹੋਣਾ ਵੀ ਇੱਦਾਂ ਚਾਹੀਦਾ ਸੀ, ਵਰਕਰਾਂ ਨੂੰ ਮੌਕਾ ਮਿਲਣਾ ਚਾਹੀਦਾ। ਲੇਕਿਨ ਸਿਮਰਨ ਸਿੰਘ ਮਾਨ ਬਾਰੇ ਤੇ ਮੈਨੂੰ ਇਹ ਵੀ ਪਤਾ ਵੀ ਉਹ ਜਾ ਕੇ ਢੀਂਡਸਾ ਸਾਹਿਬ ਨੂੰ ਮਿਲ ਕੇ ਆਇਆ। ਭਾਈ ਤੁਸੀਂ ਆਪਣਾ ਬੰਦਾ ਤੇ ਖੜਾ ਨਹੀਂ ਕਰਨਾ ਤੇ ਮੇਰੀ ਮਦਦ ਕਰ ਦਿਓ। ਤਾਂ ਸਾਡੀ ਮਜਬੂਰੀ ਇਹ ਆ, ਜਿਵੇਂ ਕਿਸਾਨ ਅੰਦੋਲਨ 'ਚ ਹੋਇਆ ਸੀ, ਕਿਸਾਨ ਜਿਵੇਂ ਖੜੇ ਸੀ ਇਲੈਕਸ਼ਨ ਦੇ ਵਿੱਚ, ਇੱਕ ਪਾਸੇ ਕਹਿ ਦਿੱਤਾ ਕਿ ਅਸੀਂ ਕਿਸੇ ਦੀ ਸਪੋਰਟ ਨਹੀਂ ਕਰਨੀ। ਭਾਵੇਂ ਗੁਰਾਮ ਸਾਡੀ ਗੱਲ ਸੁਣੀ, ਧਿਆਨ ਨਾਲ ਸੁਣੀ। ਇੱਕ ਪਾਸੇ ਕਹਿਤਾ ਸੀ ਕਿਸੇ ਦੀ ਸਪੋਰਟ ਨਹੀਂ ਕਰਦੀ। ਮੁੜ ਕੇ ਡੱਲੇਵਾਲ ਨੇ ਵੀ ਗੁਰਾਮ ਸਾਰੇ ਸਪੋਰਟ ਆਮ ਆਦਮੀ ਪਾਰਟੀ ਦੇ ਡਟ ਕੇ ਮੁਕਰ ਗਏ। ਤੇ ਰਾਜੇਵਾਲ ਸਾਹਿਬ ਇਹ ਆਸ ਸੀਗੀ ਕਿ ਕਿਸਾਨ ਜਾਊਗਾ ਕਿੱਥੇ ਯਾਰ, ਨਹੀਂ ਖੜੇ ਇਲੈਕਸ਼ਨ ਸਾਡੇ ਵਿਰੋਧ ਹੋਣਗੇ, ਵੱਖਰੀ ਗੱਲ, ਕਿਸਾਨ ਸਾਨੂੰ ਵੋਟ ਪਾਊਗਾ, ਪਰ ਨਹੀਂ ਪਈ ਵੋਟ। ਇਸ ਕਰਕੇ ਇਹਦੇ ਵਿੱਚ ਵੀ ਮਾਨ ਸਾਹਿਬ ਕਹਿੰਦੇ ਆ ਵੀ ਢੀਂਡਸਾ ਸਾਹਿਬ ਨੂੰ ਮਿਲ ਕੇ, ਢੀਂਡਸਾ ਸਾਹਿਬ ਨੇ ਕੀ ਲਿਖਿਆ ਕਿ ਸਾਡਾ ਇੱਕ ਮੰਚ ਹੈ, ਕੈਪਟਨ ਆ, ਮੈਂ ਆ, ਸਾਡੀ ਬੀਜੇਪੀ ਹੈ। ਬੀਜੇਪੀ ਤੇ ਮਾਨ ਦੇ ਹੱਕ ਚ ਨਹੀਂ ਖਲੋਏਗੀ, ਬਿਲਕੁਲ ਉਹ ਤੇ ਤੁਹਾਡੀ ਵਿਚਾਰ ਤੁਹਾਡੀ ਬਿਲਕੁਲ ਵੱਖਰੀ ਹੈ। ਇਸ ਕਰਕੇ ਮਾਨ ਤੇ ਸਹਿਮਤੀ ਨਾ ਬਣੀ ਤੇ ਮਾਨ ਅੜੀਆਲ ਉਹ ਇਲੈਕਸ਼ਨ ਲੜੇਗਾ। ਬਾਕੀ ਕੋਈ ਸਹਿਮਤੀ ਕਿਸੇ ਹੋਰ ਉਮੀਦਵਾਰ ਤੇ ਬਣਨ ਦੇ ਆਸਾਰ ਬਹੁਤ ਜ਼ਿਆਦਾ ਆ। ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਸਿੱਧੂ ਮੂਸੇਵਾਲੇ ਦੇ ਇਸ ਮੌਤ ਦੇ ਉੱਤੇ ਦੁੱਖ ਹੈ, ਅਫਸੋਸ ਹੈ, ਨੌਜਵਾਨ ਮਰਿਆ। ਦੂਜੇ ਪਾਸੇ 7 ਦੇਸ਼ ਦੇ ਜਵਾਨ ਵੀ ਸ਼ਹੀਦ ਹੋਏ ਨੇ। ਜਦੋਂ ਪੰਜਾਬ ਦੇ ਵਿੱਚ ਕਿਸੇ ਮਾਂ ਦਾ ਪੁੱਤ ਸਰਹੱਦ ਤੋਂ ਤਿਰੰਗੇ ਦੇ ਵਿੱਚ ਲਪੇਟਿਆ ਹੁੰਦਾ, ਉਹ ਵੀ ਮਾਂ ਦਾ ਤੇ ਪੁੱਤ ਵਾ ਤੇ ਪਿਓ ਦਾ ਵੀ ਪੁੱਤ ਹੈ, ਭੈਣ ਦਾ ਵੀ ਭਰਾ ਤੇ ਕਿਸੇ ਦਾ ਸੁਹਾਗ ਵੀ ਹੈ। ਇਹ ਕਲਾਕਾਰ ਆ, ਇਹਦੇ ਚਾਹੁਣ ਵਾਲੇ ਜ਼ਿਆਦੇ ਨੇ। ਰਾਜਨੀਤੀ ਦੀ ਮੰਗ ਹੈ ਕਿ ਸਾਡੀ ਪਾਰਟੀ ਜਿੱਤੇ, ਸਭ ਰੋਟੀਆਂ ਸੇਕ ਰਹੇ ਨੇ। ਉਹ ਵੀ ਹੀਰੋ ਆ ਜਿਹੜੇ ਸਰਹੱਦ ਤੇ ਸ਼ਹੀਦ ਹੋ ਕੇ ਆਉਂਦੇ ਨੇ। ਅਸੀਂ ਡਿਫਰੈਂਟ ਕਿਉਂ ਕਰਦੇ ਹਾਂ? 25,000 ਲਾਵਾਰਸ ਲਾਸ਼ਾਂ ਦੇ ਵਾਰਸ ਦੀ ਧਰਮ ਪਤਨੀ, ਹਾਂਜੀ, ਉਹਦਾ ਨਹੀਂ ਕਰਦਾਰ, ਉਹਨੂੰ ਉਹਦੀ ਨਹੀਂ ਕਦਰ ਪਾਈ। ਤੇ ਇਹ ਤਾਂ ਤੁਸੀਂ ਚੋਣਾਂ 'ਚ ਖਿਲਾਰ ਲਓ ਉਹਦੇ ਬਾਪੂ ਨੂੰ। ਅੱਜ ਮੈਂ ਕਹਿਣਾ ਜੇ ਜਿੱਤ ਗਿਆ ਤੇ ਬੱਲੇ ਬੱਲੇ, ਨਹੀਂ ਤਾਂ ਫਿਰ ਅੱਜ ਭਗਵੰਤ ਮਾਨ ਨੂੰ ਯਾਦ ਨਹੀਂ ਆਇਆ, ਆਪਾਂ ਬਾਰ-ਬਾਰ ਰਿਪੀਟ ਕਰਦੇ। ਚਲੋ ਖੈਰ ਐਨੀਵੇ, ਮੈਂ ਮਹਿਸੂਸ ਕਰਦਾ ਪਰਸਨਲ ਤੌਰ ਤੇ ਕਿ ਅਜੇ ਇਹ ਗੱਲ ਕਰਨੀ ਵੀ ਜਾਇਜ਼ ਨਹੀਂ, ਉਹਦੇ ਫਾਦਰ ਸਾਹਿਬ ਦਾ ਕੋਈ ਬਿਆਨ ਆ ਜਾਵੇ। ਕਿਉਂਕਿ ਵੇਖੋ ਅੱਜ ਅਮਿਤ ਸ਼ਾਹ ਨੇ ਆਉਣਾ, ਉਹਨਾਂ ਨੇ ਆਪਣਾ ਪੱਤਾ ਖੇਡਣ ਦੀ ਕੋਸ਼ਿਸ਼ ਕਰਨੀ ਹੈ। ਜੇ ਉਹਦੇ ਫਾਦਰ ਸਾਹਿਬ ਉੱਥੇ ਜਾਂਦੇ ਨੇ ਮਿਲਣ ਵਾਸਤੇ ਜਾਂ ਨਹੀਂ ਜਾਂਦੇ, ਦੈਟਸ ਅ ਡਿਫਰੈਂਟ ਸਟੋਰੀ। ਬਹੁਤ ਕਾਲਾ ਮਾਲਾ ਜਿਹਾ ਹੋ ਰਿਹਾ। ਪਰ ਗਿਆਨੀ ਹਰਪ੍ਰੀਤ ਹੁਣਾਂ ਦੀ ਆਪਾਂ ਗੱਲ ਕੀਤੀ ਸੀਗੀ, ਉਹਦੇ ਬਾਰੇ ਟੈਕਸ ਆਇਆ ਕਿ ਬਹੁਤ ਵਧੀਆ ਬੋਲ ਰਹੇ ਹੋ। ਅੱਛਾ, ਢੀਂਡਸਾ ਸਾਹਿਬ ਕੋ ਗਏ ਸਰਦਾਰ ਸਿਮਰਜੀਤ ਸਿੰਘ ਮਾਨ, ਤੇ ਪਾਟੀ ਸਾਹਿਬ ਇੱਕ ਮਿੰਟ 'ਚ ਤੁਹਾਡੀ ਆਗਿਆ ਹੋਵੇ, ਤੇ ਢੀਂਡਸਾ ਸਾਹਿਬ ਇੱਥੇ ਆਏ ਸੀ, ਸਰਦਾਰ ਸੁਖਦੇਵ ਸਿੰਘ ਢੀਂਡਸਾ। ਕਾਫੀ ਪੁਰਾਣੀ ਗੱਲ ਆ, ਆਪਾਂ ਉਦੋਂ ਸ਼ਾਇਦ ਟਾਵੀਂ ਗੱਲ ਕਰਦੇ ਸੀ ਤੇ ਇੱਕ ਗ੍ਰਹਿ ਵਿਖੇ ਮਤਲਬ ਜਾਣਾ ਸੀ। ਪਰ ਉਦੋਂ ਪਹਿਲਾਂ ਇੱਥੇ ਮਤਲਬ ਬਹੁਤ ਵੱਡਾ ਇਕੱਠ ਸੀਗਾ ਤੇ ਖਾਲਿਸਤਾਨੀ ਜਥੇਬੰਦੀਆਂ ਵਿਰੋਧ ਕਰ ਰਹੀਆਂ ਸਨ, ਅਸੀਂ ਕਿਹਾ ਨਹੀਂ ਕਰਨ ਦੇਣਾ, ਉਹ ਨਹੀਂ ਕਰਨ ਦੇਣਾ। ਉੱਥੇ ਇੱਕ ਉਹਨਾਂ ਨੇ ਜੋ ਸਪੀਚ ਦਿੱਤੀ, ਉਹ ਸਪੀਚ ਮੈਂ ਇਨ ਬਿਨ ਸਵੇਰ ਵਾਲੇ ਸ਼ੋਅ ਦੇ ਵਿੱਚ ਆਪਣੀ ਆ ਕੇ ਰਿਪੀਟ ਕੀਤੀ। ਤੇ ਮੁੜ ਕੇ 11 ਕੁ ਵਜੇ ਮਤਲਬ 9 ਤੋਂ 10 ਸ਼ੋਅ ਸੀ, 11 ਕੁ ਵਜੇ ਕਿਸੇ ਦੇ ਘਰ ਉਹਨਾਂ ਨੇ ਆਉਣਾ ਸੀ। ਜਾਂਦਿਆਂ ਨੂੰ ਗੁਲਦਸਤੇ ਲੈ ਕੇ ਅਸੀਂ ਮੀਡੀਆ ਵਾਲੇ ਖਲੋਤੇ, ਉਹਨਾਂ 'ਚ ਮੈਂ ਵੀ। ਤੇ ਉਹਨਾਂ ਦੀ ਇੱਕੋ ਵਰਡਿੰਗ ਸੀਗੀ ਸਾਰੇ ਮੀਡੀਆ ਸਾਹਮਣੇ, ਜੇ ਸਾਰੇ ਸੁਣਦੇ ਵੀ ਹੁੰਦੇ ਨੇ, ਕਿਸੇ ਵੇਲੇ ਨਹੀਂ ਵੀ ਸੁਣਦੇ ਹੁੰਦੇ, ਚੈਲੰਜ ਵੀ ਕਰ ਸਕਦਾ ਕੋਈ। ਜਿਨ੍ਹਾਂ ਦੇ ਗ੍ਰਹਿ ਵਿਖੇ ਗਏ ਸੀ ਉਹ ਵੀ ਤੁਹਾਡੇ ਮਿੱਤਰ ਨੇ। ਕਹਿੰਦੇ ਤੇਰੇ ਬਾਰੇ ਸੁਣਿਆ ਬਹੁਤ ਸੀ, ਅੱਜ ਤੈਨੂੰ ਸੁਣ ਲਿਆ। ਉਹਨਾਂ ਦੀ ਵਰਡਿੰਗ ਆ ਮੀਡੀਆ ਦੇ ਸਾਹਮਣੇ, ਤੇਰੇ ਬਾਰੇ ਚਾਵਲਾ ਦੀ ਸੁਣਿਆ ਬਹੁਤ ਸੀ, ਪਰ ਅੱਜ ਤੈਨੂੰ ਸੁਣ ਲਿਆ। ਮੈਂ ਕਿਹਾ ਜੀ ਮੈਂ ਕੋਈ ਆਪਣੇ ਵੱਲੋਂ ਗੱਲ ਕਹੀ ਹੋਵੇ ਤੇ ਮੈਨੂੰ ਦੱਸ ਦਿਓ, ਤੁਸੀਂ ਕਿਹਾ ਸੀ, ਮੇਰਾ ਅੰਦਾਜ਼ ਸੀ ਬੋਲਣ ਦਾ, ਤੁਹਾਨੂੰ ਪਸੰਦ ਆਇਆ, ਬਹੁਤ ਮਿਹਰਬਾਨੀ, ਹੱਸ ਕੇ ਜੱਫੀ ਪਾਲੀ। ਹਾਂਜੀ, ਤੇ ਇਹ ਆ ਕਿ ਤੁਸੀਂ ਜਿਹੜੀ ਪੱਤਰਕਾਰੀ ਕਰਦੇ ਹੋ ਨਾ, ਜੇ ਇਨ ਬਿਨ ਆਪਣੇ ਅੰਦਾਜ਼ ਨਾਲ ਕੋਈ ਇਹੋ ਜਿਹੀ ਗੱਲ ਤੁਸੀਂ ਪੁੱਠੀ ਸਿੱਧੀ ਨਾ ਕਰੋ, ਤੇ ਜਿਹੜੇ ਲੀਡਰ ਨੇ ਉਹਨਾਂ 'ਚ ਸਹਿਣਸ਼ੀਲਤਾ ਹੈ, ਸੁਣਦੇ ਨੇ ਉਹ ਤੁਹਾਨੂੰ। ਬਿਲਕੁਲ ਪਰ ਜੇ ਤੁਸੀਂ ਹਵਾ ਦੇ ਵਿੱਚ ਮਾਰਨੀਆਂ, ਬਿਨਾਂ ਵਜ੍ਹਾ ਦੀਆਂ ਗੱਲਾਂ ਕਰਨੀਆਂ ਨੇ, ਇੱਕ ਪਾਸੜ ਕਾਰਵਾਈ ਕਰਨੀ ਹੈ, ਫਿਰ ਦੈਟਸ ਅ ਡਿਫਰੈਂਟ ਸਟੋਰੀ। ਅੱਛਾ, ਮੂਸੇਵਾਲੇ ਦੀ ਮੰਗ ਨੂੰ ਕੀਤਾ ਹਾਈ ਕੋਰਟ ਨੇ ਦਰਕਨਾਰ।
ਇੱਕ ਖਬਰ ਵੀ ਹੈ, ਹਾਈ ਕੋਰਟ ਦੇ ਮੁੱਖ ਜੱਜ ਨੇ ਕਿਹਾ ਕਿ ਜੱਜਾਂ ਦੀ ਭਾਰੀ ਕਮੀ, ਕੇਂਦਰੀ ਏਜੰਸੀ CBI ਤੋਂ ਜਾਂਚ ਕਰਾਉਣ ਲਈ ਭਾਜਪਾ ਆਗੂ ਨੇ ਸੁਪਰੀਮ ਕੋਰਟ ਵਿੱਚ ਪਾਈ ਪਟੀਸ਼ਨ। ਪਰੰਤੂ ਉਸ ਤੋਂ ਪਹਿਲਾਂ ਮੈਂ ਕਾਲ ਲੈ ਲਵਾਂ। ਮੇਰੀ ਰਿਕੁਐਸਟ ਹੈ ਜੀ, ਛੋਟਾ ਰੱਖਿਆ ਜਾਵੇ ਸਵਾਲ, ਤੁਹਾਡੀ ਹੋਵਾਂਗੇ, ਨਹੀਂ ਤਾਂ ਮੈਂ 30 ਸੈਕਿੰਡ ਤੋਂ ਬਾਅਦ ਤੁਹਾਡੀ ਲਾਈਨ ਕੱਟ ਦੇਣੀ ਹੈ ਜੀ। ਹੈਲੋ ਜੀ, ਵੈਲਕਮ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਵੀਰੇ। ਸੌਰੀ, ਮੈਂ ਮੈਨੂੰ ਇਹ ਬਾਰ-ਬਾਰ ਇਹ ਕਰਕੇ ਬੋਲਣਾ ਪੈਂਦਾ ਕਿ ਸਾਡੇ ਕਾਲਰ ਨਹੀਂ ਮੰਨਦੇ। ਹਾਂਜੀ ਜੀ, ਹਾਂਜੀ, ਮੈਂ ਚੱਲ ਰਹੀ ਇੱਕ ਦਿਨ ਨਾ ਤੁਹਾਡਾ YouTube ਤੇ ਲਾਈਵ ਨਹੀਂ ਚੱਲਦਾ ਪਿਆ। ਮੈਂ ਨਾ ਉਹ ਲਾਈਵ ਦਾ ਆਪਸ਼ਨ ਆਉਂਦਾ ਪਿਆ ਪਰ ਚੱਲਦਾ ਨਹੀਂ ਪਿਆ। YouTube ਤੇ ਲਾਈਵ ਨਹੀਂ ਚੱਲਦਾ ਪਿਆ, YouTube ਤੇ ਲਾਈਵ ਨਹੀਂ ਚੱਲਦਾ ਪਿਆ। ਚਲੋ ਦੇਖ ਲੈਂਦੇ ਆ ਜੀ, ਹੁਣੇ ਮੈਂ ਚੈੱਕ ਕਰ। ਹਾਂਜੀ, ਤੇ ਇੱਕ ਸਵਾਲ ਹੀ ਤੁਸੀਂ ਹੁਣੇ ਦੱਸਿਆ ਕਿ ਚੱਲਦਾ ਪਿਆ ਵੀਰੇ, ਸਾਡੇ ਟੈਕਨੀਸ਼ੀਅਨ ਨੇ ਹੁਣੇ ਇਸ਼ਾਰਾ ਕਰਤਾ। ਨਹੀਂ, ਲਾਈਵ ਦਾ ਨਾ ਆਪਸ਼ਨ ਆਉਂਦਾ ਪਿਆ ਤੇ ਲਾਈਵ ਦਾ ਆ ਜਾਂਦਾ ਉੱਤੇ, ਪਰ ਚੱਲਦਾ ਨਹੀਂ ਪਿਆ। ਉਹ ਪੁਰਾਣਾ ਹੀ ਟੈਕਨੀਸ਼ੀਅਨ ਵੀ ਸੁਣਦਾ ਪਿਆ ਸਾਡਾ, ਕੋਈ ਸਮਥਿੰਗ ਕਰ। ਮੈਂ ਡੋਂਟ ਵਰੀ, ਚਲੋ ਵੀ ਵਿਲ ਚੈੱਕ ਆਊਟ। ਹਾਂਜੀ, ਦੇਖਦੇ ਹਾਂ। ਤੇ ਮੇਰਾ ਸਵਾਲ ਸੀ ਕਿ ਜਿੱਦਾਂ, ਹੈਲੋ ਜੀ ਜੀ, ਸੁਣਦੇ ਪਏ ਬ੍ਰਦਰ। ਮੇਰਾ ਸਵਾਲ ਜਿੱਦਾਂ ਹੁਣ ਕਹਿੰਦੇ ਵੀ ਮੂਸੇਵਾਲੇ ਦੇ ਫਾਦਰ ਸਾਹਿਬ ਨੂੰ ਉਹਨਾਂ ਇਲੈਕਸ਼ਨ ਲਾਉਣੀ ਆ, ਤੇ ਜੇ ਜਿੱਤ ਜਾਂਦੇ ਨੇ ਫਿਰ ਤੇ ਵਧੀਆ ਗੱਲ ਆ, ਜੇ ਤੇ ਉਹ ਹਾਰ ਜਾਂਦੇ ਨੇ ਤੇ ਉਹਨਾਂ ਵਾਸਤੇ ਤਾਂ ਬੜੀ ਨਮੋਸ਼ੀ ਦੀ ਗੱਲ ਹੋਊਗੀ ਵੀ ਇੰਨਾ ਇਕੱਠ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਪਹਿਲਾਂ ਮੂਸੇਵਾਲੇ ਨੂੰ ਹਰਾਇਆ ਸੀ ਤੇ ਉਹੀ ਲੋਕਾਂ ਨੂੰ ਫਿਰ ਇਹ ਕਰਦੇ ਪਏ ਨੇ ਕਿ ਰਾਜਨੀਤੀ ਖੇਡਦੇ ਪਏ ਨੇ ਉਹਦੀ ਮੌਤ ਤੇ। ਮਿਹਰਬਾਨੀ। ਅੱਛਾ, ਯਾਦ ਆ ਗਿਆ ਪਾਟੀ ਸਾਹਿਬ, ਕੇਸਰੀ ਲਹਿਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਚੰਦ ਪੋਟਿਆਂ ਦੇ ਗਿਣੇ ਜਾਣ ਵਾਲੇ ਰੇਡੀਓ ਸੀ ਜਦੋਂ ਭਾਈ ਰਾਜੇਆਣੇ ਨੂੰ ਸ਼ਹੀਦੀ ਮਤਲਬ ਫਾਂਸੀ ਦੀ ਸਜ਼ਾ ਹੋਈ ਹੈ ਨਾ, ਤੇ ਲਹਿਰ ਚੱਲ ਗਈ ਸੀ ਦੇਸ਼ਾਂ ਦੇ ਵਿੱਚ। ਮੈਂ ਕਹਿੰਦਾ ਮੋਟਰਸਾਈਕਲ ਰੈਲੀਆਂ, ਕਾਰ ਰੈਲੀਆਂ, ਕੇਸਰੀ ਰੈਲੀ ਹੋਈਆਂ, ਅਸੀਂ ਖੁੱਲ੍ਹ ਕੇ ਪ੍ਰਮੋਟ ਕੀਤਾ ਸੀ ਬੜਾ, ਮਤਲਬ ਭਾਰਤ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ। ਚਲੋ ਟਲ ਗਈ ਜਿਸ ਤਰੀਕੇ ਨਾਲ ਹੋਈ ਗੱਲਬਾਤ। ਉਦੋਂ ਬਾਅਦ ਉਹਨਾਂ ਦੀ ਭੈਣ ਜੀ ਚੋਣ ਲੜੇ ਹਾਰ ਗਏ ਹੈ ਨਾ, ਤੇ ਲੋਕਾਂ ਦੇ ਵਿੱਚ ਵੰਡੀ ਗਈ ਦੁਨੀਆ। ਫਿਰ ਆਹ ਜਿਹੜੀਆਂ ਗੱਲਾਂ ਬਾਤਾਂ ਬਹੁਤ ਚਰਚਾ ਦੇ ਵਿੱਚ ਬਹੁਤ ਜ਼ਿਆਦਾ ਲੇਖ ਲਿਖੇ ਗਏ ਕਿ ਜੀ ਇਹ ਆਪਾਂ ਉਹਨੂੰ ਛੱਡਦੇ ਹੋਏ ਇਸ ਵੀਰ ਦੀ ਗੱਲ ਨੂੰ ਲਵਾਂਗੇ ਕਿ ਵਾਕਿਆ ਹੀ ਕੀ ਸਮਝਦੇ ਹੋ ਇਸ ਗੱਲ ਦੇ ਵਿੱਚ ਦਮ ਹੈ ਜਿਹੜੀ ਵੀਰ ਦੀ ਗੱਲ ਕਹੇ ਗਏ। ਦੇਖੋ, ਪਹਿਲੀ ਗੱਲ ਤਾਂ ਉਸ ਪਰਿਵਾਰ ਨਾਲ ਤਾਂ ਕਿਸੇ ਗੱਲ ਨਹੀਂ ਕੀਤੀ। ਆਪਾਂ ਇੰਨੀ ਗੱਲ ਕੀਤੀ ਵੀ ਐਂਕਰ ਨੇ ਸਵਾਲ ਪੁੱਛਿਆ ਵਾ, ਇਹਨੂੰ ਆਪਣੇ ਰਾਜਾ ਬਣੇਗੇ, ਉਹਦੇ ਜਵਾਬ ਦਿੱਤਾ। ਕਿਸੇ ਦੀ ਗੱਲ ਨਹੀਂ ਚੱਲੀ, ਕਿਸੇ ਨੇ ਜਾ ਕੇ ਨਹੀਂ ਕਿਹਾ ਉਹਨਾਂ ਨੂੰ। ਅੱਜ ਉਹ ਜਾ ਕੇ ਸਮੀਖਿਆ ਨੂੰ ਮਿਲ ਰਹੇ ਨੇ ਚੰਡੀਗੜ੍ਹ, ਉਹਦੇ ਮਾਤਾ ਤੇ ਪਿਤਾ ਵੀ ਸਾਡੀ ਜਿਹੜੀ ਜਾਂਚ ਹੈ ਇਹ CBI ਤੋਂ ਜਾਂ NIA ਤੋਂ ਕਰੇਗਾ। ਉਹ ਮੰਨੀ ਵੀ ਜਾਏਗੀ, ਕੋਈ ਦੋ ਰਵਾਨੀ ਹੈ। ਉਦੋਂ ਪਹਿਲਾਂ ਮੈਂ ਛੋਟੀ ਜਿਹੀ ਹੋਰ ਪੁੱਛਣ ਲੱਗਾ, ਸਾਡੇ ਤੇ ਇੱਕ ਅਜੀਤ ਨਦੀਪੁਰੀ, ਅਜੀਤ ਸਿੰਘ ਨਦੀਪੁਰੀ ਨੇ ਕੋਈ ਮਾਸਟਰ ਦੀ ਲਿਖੀ ਕਦੀ ਪੇਸ਼ੇ ਤੇ ਅਖੰਡ ਪਾਠ ਬਹੁਤ ਸੋਹਣਾ ਕਰਦੇ, ਪਾਠ ਬਹੁਤ ਸੋਹਣਾ ਕਰਦੇ। ਉਹਨਾਂ ਨੇ ਇਹਨਾਂ 4 ਦੁੱਖ ਲੈਣਾ ਲਿਖੀਆਂ ਨੇ, ਬਹੁਤ ਪਿਆਰੀ ਲਿਖੀ। ਕੀ ਕਹਿੰਦਾ, ਹੁੰਦੇ ਪੁੱਤਰ ਪਿਆਰੇ ਮਾਪਿਆਂ ਨੂੰ ਮਾਵਾਂ ਪੁੱਤਾਂ ਦੇ ਬਾਝ ਨਾ ਰਹਿੰਦੀਆਂ ਨੇ, ਜਿੰਨਾ ਭੈਣਾਂ ਦਾ ਇੱਕ ਨਾ ਵੀਰ ਹੋਵੇ, ਭੈਣਾਂ ਝੋਲੀਆਂ ਅੜਦੀਆਂ ਰਹਿੰਦੀਆਂ। ਅੱਗੇ ਸੁਣਨ ਵਾਲੀ ਗੱਲ ਜਿਹੜੇ ਉਹਦੇ ਫਾਦਰ ਦੇ ਅੱਖੂ ਸੀ ਨੇ ਗੱਲ ਕਰਦਾ, ਜਿਸ ਬਾਪ ਦਾ ਪੁੱਤ ਜਵਾਨ ਮਰ ਜੇ, ਅੱਖਾਂ ਵਾਂਗ ਨਦੀ ਦੇ ਵਹਿੰਦੀਆਂ ਨੇ, ਅਜੀਤ ਨਦੀ ਪੂਰੇ ਵਾਰੇ ਜੋ ਜ਼ਿੰਦਗਾਨੀ ਜ਼ਿਆਦਾ ਉਹਦੀਆਂ ਜਗ ਤੇ ਨੇ। ਜਿਹੜੇ ਉਹਦੇ ਫਾਦਰ ਦੇ ਅਥਰੂ ਸੀ ਨਾ ਜੀ ਮੂਸੇ ਵਾਲੇ, ਜੋ ਵੇਖੇ ਨਹੀਂ, ਵਾਕਿਆ ਨਦੀ ਹੁਣ ਤੱਕ ਬਿਲਕੁਲ ਟੁੱਟਦੀ ਨਹੀਂ ਸੀ। ਪੱਟੀ ਸਾਹਿਬ ਉਹਨਾਂ ਦੀ ਮਾਤਾ ਸਗੋਂ ਹੌਸਲਾ ਰੱਖ ਕੇ ਅਥਰੂ ਸਾਫ਼ ਕਰਦੀ ਸੀ ਉਹਦੇ, ਤੇ ਬਾਪ ਨੂੰ ਜਿਹੜਾ ਸੀ ਮੈਂ ਸੋਚਦਾ ਸੀ ਬਹੁਤ ਤਕੜਾ ਹੈ ਜੀ ਬਹੁਤ, ਉਹ ਜ਼ਿੰਦਗੀ ਪਰ ਭੁੱਲਣਾ ਹੀ ਨਹੀਂ ਸਭ ਕੁਝ ਵੀ। ਨਹੀਂ, ਜਿਸ ਤਰੀਕੇ ਦੇ ਨਾਲ ਵੇਖੋ ਇਹ ਪੱਟੀ ਸਾਹਿਬ, ਆਪਾਂ ਉਹ ਸਮਾਂ ਵੀ ਦੇਖਿਆ, ਨਹਿਰਾਂ ਤੇ ਸੂਇਆਂ ਦੇ ਕਿਨਾਰੇ ਤੇ ਮਾਵਾਂ ਦੇ ਪੁੱਤ ਵੀ ਤੇ ਪਏ ਹੀ। ਉਹ ਵੀ ਬਾਪੂ, ਉਹਨਾਂ ਬਾਪੂਆਂ ਦੀਆਂ ਵੀ ਅੱਖਾਂ ਜਿਹੜੀਆਂ ਨੇ ਅੱਜ ਅਸਮਰੱਥ ਨੇ ਦੁਨੀਆ ਦੇਖਣ ਤੋਂ, ਉਹ ਮਾਵਾਂ ਵੀ ਤੇ ਅਜੇ ਤੁਰੀਆਂ ਫਿਰਦੀਆਂ ਡੋਰੀ ਫੜ ਕੇ। ਚੁੱਲ੍ਹਿਆਂ ਦੇ ਵਿੱਚ ਘਾਹ ਨਹੀਂ ਉੱਗਿਆ ਵੀ ਤੇ ਮਾਵਾਂ ਦੇ ਪੁੱਤ ਹੀ ਆ। ਜੀ ਜੀ ਜੀ, ਬਿਲਕੁਲ ਠੀਕ, ਬਿਲਕੁਲ ਕੁਛ ਸ਼ੱਕ ਵਾਲੀ ਗੱਲ ਨਹੀਂ। ਉਹ ਵੀ ਸਿੱਧੂ ਮੂਸੇਵਾਲਾ ਠੀਕ ਹੈ, ਇੱਕ ਅੱਜ ਦਾ ਸਟਾਰ ਸੀ, ਸਟਾਰ ਮਰਿਆ, ਕਿਉਂ ਮਰਿਆ, ਕਦ ਲਈ ਮਰਿਆ, ਕੀ ਕਾਰਨ ਹੈ, ਉਹਨੂੰ ਕਿੱਥੇ ਜੋੜਿਆ ਜਾ ਰਿਹਾ, ਰਾਜਨੀਤੀ ਹੈ। ਪਰ ਰਾਜਨੀਤੀ ਦੀ ਭੇਟ ਸਾਡੇ ਪੰਜਾਬ ਦੇ ਬਹੁਤ ਮਾਵਾਂ ਦੇ ਪੁੱਤ, ਚਾਹੇ ਬੱਸਾਂ ਚੋਂ ਕੱਢ ਕੇ ਮਾਰੇ ਗਏ, ਉਹ ਵੀ ਕਿਸੇ ਦੇ ਘਰ ਦੇ ਪੁੱਤ ਸੀ। ਉਹ ਬਾਪੂ ਵੀ ਜਦੋਂ ਰੋਂਦਾ ਸੀ ਵੇਖਿਆ ਨਹੀਂ ਜਾਂਦਾ, ਹਨਾ ਜੀ। ਆਪਾਂ ਗੱਲ ਕਰੀਏ, ਆਪਾਂ ਅਗਲੀ ਕਾਲ ਲੈ ਲਈਏ। ਮਤਲਬ ਗੱਲ ਇਹ ਹੈ ਕਿ ਗੱਲ ਕਿਸੇ ਵੀ ਘਰ ਦੇ ਵਿੱਚ ਜਦੋਂ ਜਵਾਨ ਪੁੱਤ ਦੀ ਮੌਤ ਹੁੰਦੀ ਹੈ ਨਾ, ਉਹ ਬਾਪੂ ਦੀਆਂ, ਉਸ ਮਾਂ ਦੀਆਂ ਭਾਵਨਾਵਾਂ ਨੂੰ,
ਉਹ ਹੀ ਜਾਣਦੇ ਨੇ। ਰੱਬ ਨਾ ਕਰੇ ਦੁਨੀਆ ਦੇ ਕਿਤੇ ਇਹੋ ਜਿਹੀ ਕੋਈ ਘਟਨਾ ਮੁੜ ਕੇ ਵਾਪਰੇ। ਹਾਂਜੀ, ਅਗਲੀ ਕਾਲ ਲੈ ਲਈਏ। ਵੈਲਕਮ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਜੀ। ਮੈਂ ਪੁੱਛਣਾ ਸੀ, ਕਹਿਣਾ ਸੀ ਵੀ ਹੁਣ ਪੰਥਕ ਪਾਰਟੀ ਜਿਹੜੀ ਹੈ ਕੈਂਡੀਡੇਟ ਲੱਭਦੀ ਫਿਰਦੀ, ਕੈਂਡੀਡੇਟ ਤੇ ਇਹਨਾਂ ਦੇ ਘਰ 'ਚ ਹੀ ਹੈਗਾ। ਜਦੋਂ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਸੀ ਉਦੋਂ ਘਰੋਂ ਸੁਖਬੀਰ ਚੁੱਕ ਕੇ ਬਣਾ ਲਿਆ। ਹੁਣ ਇਸ ਵੇਲੇ ਕਿਸੇ ਪਾਸੇ ਇਹਨਾਂ ਦਾ ਹੱਥ ਨਹੀਂ ਪੈਂਦਾ, ਹੁਣ ਜੱਫੇ ਮਾਰਦੇ ਫਿਰਦੇ ਦੂਜਿਆਂ ਨੂੰ। ਤੇ ਇਹਦੇ ਨਾਲੋਂ ਚੰਗਾ ਤੇ ਸੁਖਬੀਰ ਦੇ ਨਿਆਣਿਆਂ ਦੀਆਂ ਵੋਟਾਂ ਬਣ ਗਈਆਂ ਨੇ, ਉਹਨਾਂ ਚੋਂ ਖੜਾ ਕਰ ਲੈ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਜੀ ਇੱਕ ਮਿੰਟ ਹੋਰ ਰੱਖਿਓ ਪਾਟੀ ਸਾਹਿਬ। ਜੀ ਜੀ ਜੀ, ਦੇਖ ਲਓ ਸਾਡੀਆਂ ਸਤਿਕਾਰਯੋਗ ਸ਼ਖਸੀਅਤਾਂ, ਮਾਵਾਂ ਭੈਣਾਂ ਬਜ਼ੁਰਗ ਕੀ ਮਹਿਸੂਸ ਕਰਦੇ ਨੇ। ਬਿਲਕੁਲ, ਜਿਹੜਾ ਬੀਬੀ ਜੀ ਨੇ ਗੱਲ ਕਹੀ ਹੈ ਦਰੁਸਤ ਕਹੀ ਹੈ। ਤੁਹਾਨੂੰ ਪਤਾ ਹੈ ਪਿਛਲੀਆਂ ਤੁਸੀਂ ਕਿਤੇ 4-5 ਰੈਲੀਆਂ ਵੇਖੀਆਂ, ਜਦੋਂ ਸੁਖਬੀਰ ਸਿੰਘ ਬਾਦਲ ਬੋਲਦਾ ਹੁੰਦਾ ਸੀ ਤੇ ਆਪਣੇ ਬੇਟੇ ਅਨੰਦਵੀਰ ਨੂੰ ਨਵਪੁਰ ਖੜਾ ਕਰ ਲੈਂਦਾ, ਕਹਿੰਦਾ ਸੀ ਕਿ ਇਹ ਤੁਹਾਡਾ ਅਗਲਾ ਸੀ। ਇਹ ਤੋਂ ਕਹਿੰਦਾ ਸੀ। ਤੇ ਬੀਬੀ ਜੀ ਦੀ ਗੱਲ ਤੇ ਠੀਕ ਹੈ ਕਿ ਸਾਡੇ ਇਹਨਾਂ ਦੀ ਬੇਟੀ ਦੀ ਵੋਟ ਬਣ ਗਈ, ਵੱਡੀ ਦੀ ਕਰ ਦੇਣ ਖੜਾ, ਕੀ ਫਰਕ ਪੈਂਦਾ। ਲੇਕਿਨ ਬੀਬੀ ਜੀ ਹੁਣ ਉਹ ਗੱਲਾਂ ਨਹੀਂ ਰਹੀਆਂ ਜਿਹੜੀ ਪੰਥ ਨੂੰ ਖਤਰਾ ਕਹਿ ਕੇ ਵੋਟਾਂ ਪੈ ਜਾਂਦੀਆਂ ਨੇ। ਹੁਣ ਵੋਟਾਂ ਨਹੀਂ ਪੈਣੀਆਂ। ਲੋਕ ਬੜੇ ਸਿਆਣੇ ਹੋ, ਪਤਾ ਉਹਨਾਂ ਨੂੰ ਵੀ ਹੈ ਵੋਟਾਂ ਨੂੰ ਨਹੀਂ ਪੈਣੀ। ਜੇ ਪਤਾ ਹੁੰਦਾ ਨਾ ਸਾਡੀ ਮਾੜੀ ਮੋਟੀ ਟੂਟੀ ਬੋਲਦੀ ਆ, ਜੇ ਕਿਤੇ 15-20 ਸੀਟਾਂ ਖੜੀਆਂ ਹੁੰਦੀਆਂ ਵਿਧਾਨ ਸਭਾ 'ਚ, ਫਿਰ ਵਾਕਿਆ ਹੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸਕਦੀ ਸੀ ਜੀ। ਅੱਜ ਜੇ ਸਾਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੇਠ ਉਹ ਖਾਧੀਆਂ ਹੋਈਆਂ ਸਹੁੰਆਂ ਦੇ ਮੁਤਾਬਕ ਇਕੱਠੇ ਹੋ ਜਾਣ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਵੀ ਟਰੋਲ ਨਾ ਹੋਣ। ਮਾਨ ਸਾਹਿਬ ਬਿਲਕੁਲ ਨੌਜਵਾਨ ਜਿਹੜਾ ਇਹ ਉਹਨਾਂ ਦੇ ਘਰ ਗਏ ਨੇ ਮੂਸੇਵਾਲ ਦੇ, ਇਹ ਉਹਨਾਂ ਦੇ ਜ਼ਖਮ ਦੀ ਛਿੱਲਦੇ ਨੇ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਇਸ ਹਾਲਤ ਦੇ ਵਿੱਚ ਕਦੀ ਉਹਨੂੰ 4 ਦਿਨ ਪਹਿਲੋਂ ਗਦਾਰ, ਦੇਸ਼ ਧਰੋਹੀ, ਪਤਾ ਨਹੀਂ ਇਹਨਾਂ ਕੀ ਕੀ ਖਿਤਾਬ ਦਿੱਤੇ, ਕਿਸ ਮੂੰਹ ਨਾਲ ਅੱਜ ਉੱਥੇ ਜਾਂਦੇ ਨੇ, ਥੁੱਕ ਕੇ ਚੱਟਣ ਦਾ ਗੈਂਗਸਟਰ। ਜੀ ਮਿਹਰਬਾਨੀ, ਥੈਂਕ ਯੂ ਜੀ। ਪਾਟੀ ਸਾਹਿਬ ਬਿਲਕੁਲ ਜੀ। ਬੀਬੀ ਜੀ ਇਹਨਾਂ ਨੇ ਗੈਂਗਸਟਰ ਕਿਹਾ ਸੀ। ਕੈਪਟਨ ਅਮਰਿੰਦਰ ਸਿੰਘ ਤੇ 4 ਰੁਪਏ ਗਾਂ ਚਲੇ ਗਏ, ਕਹਿੰਦੇ ਵੀ ਇਹਨੂੰ ਕਾਂਗਰਸ ਪਾਰਟੀ 'ਚ ਮੈਂ ਵੀ ਸ਼ਾਮਲ ਕਰ ਸਕਦਾ ਸੀਗਾ, ਮੈਂ ਇਸ ਕਰਕੇ ਨਹੀਂ ਕੀਤਾ ਵੀ ਇਹ ਗੈਂਗਸਟਰ। ਮੈਨੂੰ ਯਾਦ ਆ ਇਹਨਾਂ ਨੂੰ ਮੈਂ ਬਦਮਾਸ਼ ਲਿਖਿਆ ਹੁੰਦਾ ਤੇ ਸਾਨੂੰ ਵੀ ਕਿਸੇ ਸੁਣਿਆ ਆ ਗਿਆ ਸੀ, ਭਾਈ ਬਦਮਾਸ਼ਾਂ ਦੇਖੋ ਇਹ ਗੈਂਗਸਟਰ। ਮੈਂ ਬੱਚੇ ਕੀ ਗੱਲ, ਗੈਂਗਸਟਰ ਤੇ ਬਦਮਾਸ਼ ਕੋਈ ਫਰਕ ਨਹੀਂ ਹੈਗਾ। ਇਸ ਕਰਕੇ ਇਹ ਜਿਹੜੀ ਗੱਲ ਤੁਸੀਂ ਕਹੀ ਆ ਬਿਲਕੁਲ ਠੀਕ ਕਹੀ ਗੱਲ ਕਿ ਦੇਖੋ ਸੁਖਬੀਰ ਸਿੰਘ ਬਾਦਲ ਜਦੋਂ ਇਲੈਕਸ਼ਨ ਲੜ ਰਹੇ ਸੀ ਉਹ ਕਹਿੰਦਾ ਸੀ ਗੈਂਗਸਟਰ ਨੂੰ ਵੋਟਾਂ ਪਾਇਓ। ਤੇ ਬੀਬੀ ਹਰਸਿਮਰਤ ਕੌਰ ਬਾਦਲ ਵੀ ਗੱਲ ਕਹਿੰਦੀ ਸੀ ਤੇ ਕੱਲ ਜਿਹੜੀ ਜੱਫੀ ਪਾਈ ਜਾ ਕੇ ਉਹਦੀ ਮਾਂ ਨੂੰ ਉਹਦੀ ਫੋਟੋ ਅਖਬਾਰਾਂ ਦੀ ਫਰੰਟ ਪੇਜ ਤੇ ਛਪੀ। ਨਾ ਫੋਟੋਗ੍ਰਾਫਰ ਨਾਲ ਲੈ ਕੇ ਜਾਂਦੇ ਨੇ। ਬਿਲਕੁਲ ਬਿਲਕੁਲ, ਇਹ ਮੇਰਾ ਕਹਿਣ ਤੋਂ ਭਾਵ ਆ ਕਿ ਇਹਨਾਂ ਲੋਕਾਂ ਦਾ ਕਿਰਦਾਰ ਕੋਈ ਨਹੀਂ ਹੁੰਦਾ, ਇਹਨੂੰ ਕੁਛ ਹੀ ਚਾਹੀਦੀ ਬਸ, ਬਾਕੀ ਕੁਛ ਨਹੀਂ ਚਾਹੀਦਾ। ਡਿਜੀਟਲ ਇੰਡੀਆ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਜਿਹੜੇ ਸਿਆਸਤਦਾਨ ਹੈ ਨਾ, ਇਹ ਆਪਣੇ ਮਰੇ ਤੇ ਪੁੱਤ ਦੀ ਹਿੱਕ ਤੇ ਪੈਰ ਰੱਖ ਕੇ ਕੁਰਸੀ ਤੇ ਬਹਿ ਜਾਂਦੇ। ਬਸ ਆਹੀ ਹੋ ਰਿਹਾ ਹੁਣ। ਕੀ ਹੋ ਰਿਹਾ? ਸਾਡੀ ਪਾਰਟੀ ਇਸ ਵਿੱਚੋਂ ਸੰਗਰੂਰ MP ਦੀ ਸੀਟ ਕਿਵੇਂ ਜਿੱਤਦੀ ਹੈ? ਆਈ ਵਾਂਟ ਟੂ ਵਿਨ ਬਾਈ ਹੁੱਕ ਐਂਡ ਕਰੁਕ। ਮੂਸੇਵਾਲੇ ਦੀ ਮੰਗ ਦੀ ਜਿਹੜੀ ਆਪਾਂ ਹਾਈ ਕੋਰਟ ਵਾਲੀ ਗੱਲ ਕਰ ਰਹੇ ਸੀਗੇ, ਉਹ ਗੱਲ ਕਰਨੀ ਆਪਾਂ। ਜਦੋਂ ਉਹਨਾਂ ਨੇ ਪਰਿਵਾਰ ਨੇ ਮੰਗ ਕੀਤੀ ਕਿ ਜਿਹੜੀ ਇਹਦੀ ਜਾਂਚ ਆ ਕਿੱਥੇ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਾਈ ਜਾਵੇ, ਤੇ ਮਾਨ ਸਾਹਿਬ ਨੇ 1 ਮਿੰਟ ਲਾਇਆ, ਮੁੱਖ ਮੰਤਰੀ ਜੀ ਇਮੀਡੀਏਟਲੀ ਚੀਫ ਸੈਕਟਰੀ ਨੂੰ ਚਿੱਠੀ ਲਿਖੋ। ਹੋਮ ਸੈਕਟਰੀ ਨੇ ਉਸੇ ਵੇਲੇ ਚਿੱਠੀ ਹਾਈ ਕੋਰਟ ਨੂੰ ਲਿਖਦੀ ਵੀ ਇਹ ਕੇਸ ਸਾਨੂੰ ਸੌਂਪਿਆ ਜਾਂਦਾ, ਇਸ ਕੇਸ ਦੀ ਜਾਂਚ ਜਿਹੜਾ ਸਿਟਿੰਗ ਜੱਜ ਕੋ ਕਿਸ ਕੋ ਕਰਾਓ। ਲੇਕਿਨ ਕੱਲ ਉਹਨਾਂ ਦਾ ਜਵਾਬ ਆ ਗਿਆ। ਉਹ ਕਹਿੰਦੇ ਆ ਵੀ ਸਾਡੇ ਹਾਈ ਕੋਰਟ ਦੇ ਵਿੱਚ ਸਾਡੇ ਕੋਲ 38 ਜੱਜਾਂ ਦੀ ਘਾਟ ਆ, 38 ਜੱਜਾਂ। ਅੱਛਾ, ਅਗਲੇ ਵੀ ਤਿਆਰ ਬੈਠੇ ਨੇ। ਇੱਕ ਵੀ ਜੱਜ ਇੱਧਰ ਉੱਧਰ ਕੀਤਾ ਤੇ ਸਾਰਾ ਸਿਸਟਮ ਗੜਬੜਾ ਜਾਊਗਾ। 4,49,000 ਕੇਸ ਪੈਂਡਿੰਗ ਪਏ ਸਾਡੇ ਕੋਲ। ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਕਿ ਤੁਸੀਂ ਇਹ ਕਿਸੇ ਹੋਰ ਏਜੰਸੀ ਨੂੰ ਕਰਾ ਲਓ, ਸਾਡੇ ਤੇ ਬੋਝ ਨਾ ਪਾਓ। ਉਹਦੇ ਬਾਅਦ ਉਹਨਾਂ ਨੇ ਫਿਰ ਕਹੀ
ਕਿ ਇਹ MI ਦੀ CBI ਤੋਂ ਹੋਣੀ ਚਾਹੀਦੀ। ਕੱਲ੍ਹ ਜਿਹੜੀ ਲੈਟਰ ਦਿੱਤੀ ਹੈ ਬਕਾਇਦਾ ਤੌਰ ਤੇ ਮੁੱਖ ਮੰਤਰੀ ਨੇ ਕੀ ਲਿਖਿਆ CBI ਤੋਂ ਇਨਕੁਆਇਰੀ ਹੋਣੀ ਚਾਹੀਦੀ। ਤੇ ਜਿਹੜੇ ਇਹਨਾਂ ਦੇ ਜਗਜੀਤ ਸਿੰਘ ਸੰਦੂਰਗੜ੍ਹ ਤੋਂ ਆਪਣੇ ਉਮੀਦਵਾਰ ਸੀ BJP ਦੇ, ਉਹਨਾਂ ਨੇ ਬਕਾਇਦਾ ਤੌਰ ਤੇ ਇੱਕ ਪਟੀਸ਼ਨ ਸੁਪਰੀਮ ਕੋਰਟ 'ਚ ਪਾ ਦਿੱਤੀ ਹੈ ਕਿ ਇਹਦੀ ਜਾਂਚ CBI ਤੋਂ ਕਰਾਵੇ ਤੇ CBI ਨੇ ਇਹਦੀ ਆਗਿਆ ਵੀ ਦੇ ਦੇਣੀ। ਇਸ ਕਰਕੇ ਹੁਣ ਇਹ ਉਸ ਪਾਸੇ ਚਲੇ ਗਏ ਨੇ। ਜਦੋਂ ਅਮਿਤ ਸ਼ਾਹ ਨੂੰ ਅੱਜ ਮਿਲੇ, ਅਮਿਤ ਸ਼ਾਹ ਤਾਂ ਮਿੰਟ ਇੱਕ ਲਾਉਂਗਾ ਲਿਖਣ ਲੱਗਾ ਨਹੀਂ ਕਿ ਫਿਰ ਇਹਨਾਂ ਕਰਾ ਲੈਂਦੇ ਨਹੀਂ, ਕੋਈ ਗੱਲ ਨਹੀਂ। ਲੇਕਿਨ ਜੇ ਮੈਂ CBI ਕੋਲ ਗਿਆ ਉੱਥੇ ਵੀ ਅਫਸਰਾਂ ਦੀ ਘਾਟ ਹੈ ਬਹੁਤ ਜ਼ਿਆਦਾ। ਕਿਸੇ ਪਾਸੇ ਅਫਸਰ ਪੂਰੇ ਨਹੀਂ ਹੈਗੇ ਕਿਉਂਕਿ ਵੱਖ-ਵੱਖ ਸਟੇਟਾਂ ਤੋਂ ਆਉਣੇ ਹੁੰਦੇ ਆ। ਕੋਈ ਪੰਜਾਬ ਤੋਂ ਚੱਲੇ, ਕੋਈ ਆਂਧਰਾ ਪ੍ਰਦੇਸ਼ ਤੋਂ, ਨਿਕਲਾਂਗੇ ਤੋਂ ਸਾਡੇ ਮਿਲੇ ਹੁੰਦੇ। ਪਿੱਛੇ ਜੇ ਤੁਹਾਨੂੰ ਪਤਾ 4 ਇੰਸਪੈਕਟਰ ਫੜੇ ਗਏ ਸੀ ਚੰਡੀਗੜ੍ਹ, ਜਿਹੜੇ ਇੱਕ ਲਾਲੇ ਨੂੰ ਫੜ ਕੇ ਲੈ ਗਏ ਸੀ ਕਿ ਤੂੰ ਤੇਰੇ ਦੀ ਪੁਰਾਣੀ ਦਰਖਾਸਤ ਆਈ ਹੈ। ਤੇ ਜਦੋਂ ਉੱਥੇ ਪਤਾ ਲੱਗਾ ਥਾਣੇ ਵਾਲੇ CBI ਨੇ ਰਾਬਤਾ ਕੀਤਾ ਕਿ ਆਹ ਬੰਦੇ ਸਾਡੇ, ਕਹਿੰਦੇ ਬੰਦੇ ਤਾਂ ਸਾਡੇ ਆ ਲੇਕਿਨ ਸਾਨੂੰ ਕੋਈ ਦੱਸਿਆ ਉਹਨਾਂ ਦੇ ਕੇਸ ਉੱਥੇ ਹੈਗਾ ਜੀ। ਜਦੋਂ ਰਾਬਤਾ ਕਾਇਮ ਕੀਤਾ ਗਿਆ ਉੱਥੇ ਦਿੱਲੀ, ਉਹ ਕਹਿੰਦੇ ਬੰਦੇ ਸਾਡੀ ਨੂੰ ਕੋਈ ਕੇਸ ਨਹੀਂ ਕੋਈ ਇਹੋ ਜਿਹਾ। ਉਹਨਾਂ 4 ਤੇ ਜਾ ਕੇ ਪਰਚਾ ਦਿੱਤਾ ਸੀ ਇਹਨਾਂ ਨੂੰ ਪੰਜਾਬ ਪੁਲਿਸ ਨੇ। ਇਸ ਕਰਕੇ ਉਮੀਦ ਆ ਕਿ ਹੁਣ ਆਖਰੀ ਤੁਹਾਨੂੰ ਗੱਲ ਕਰ ਲਓ ਪੂਰੀ ਤੁਸੀਂ। ਹਾਂਜੀ, ਇਸ ਕਰਕੇ ਜਿਹੜੀ ਹੈ ਇਹ ਜਾਂਚ ਜਿਹੜੀ ਆ ਉਹਨਾਂ ਦੀ NIA ਤੋਂ ਜਾਂ CBI ਤੋਂ ਹੈਗੀ। CBI ਤੋਂ ਜਾਂਚ ਜ਼ਰੂਰੀ, ਲੇਕਿਨ CBI ਤੋਂ ਜਾਂਚ ਕਰਾਉਣ ਦਾ ਮਤਲਬ ਜਾਂ ਤੇ ਟਾਈਮ ਹੋਣ ਕਰੋ ਨਹੀਂ ਕਿ ਖੂਹ ਖਾਤੇ ਪੈ ਗਈ। ਅੱਜ ਤੁਹਾਡੇ ਲੋਕਾਂ ਦੀ ਹਮਦਰਦੀ ਹੈ ਜੀ, ਕੱਲ ਨੂੰ ਉਹ ਹਮਦਰਦੀ ਨਹੀਂ ਹੈ ਜੀ। ਮਹੀਨੇ ਬਾਅਦ, 2 ਮਹੀਨੇ ਬਾਅਦ, ਸਾਲ ਬਾਅਦ ਹੁੰਦੀ ਤੇ ਉਹਨਾਂ ਦੀਆਂ ਸਾਲਾਂ ਭਰੀ ਚਿੱਠੀਆਂ ਚੱਲਦੀਆਂ ਨੇ। ਅੱਛਾ ਪੰਡਿਤ ਸਾਹਿਬ, ਟਕੈਤ ਦਾ ਬਿਆਨ ਬੜਾ ਚਰਚਾ ਦੇ ਵਿੱਚ ਹੈ। ਇਸ ਮੌਤ ਨੂੰ ਲੈ ਕੇ ਆਪਾਂ ਗੱਲ ਕਰ ਰਹੇ ਹਾਂ। ਬੜੇ ਹੋਰ ਇਸ ਮੌਤ ਤੋਂ ਬਾਅਦ ਕਈ ਮਾਵਾਂ ਦੇ ਪੁੱਤ ਜਿਹੜੇ ਨੇ ਉਹ ਖਪਤ ਹੋ ਗਏ ਨੇ। ਉਹ ਕਵਰ ਕਰੇ ਚਾਹੇ ਨਾ ਕਰੇ, ਪਰ ਰੰਗਲਾ ਪੰਜਾਬ ਦੇ ਵਿੱਚ ਸਾਡੀਆਂ 3 ਨਿਊਜ਼ ਬੁਲੇਟਿਨ ਦੇ ਵਿੱਚ ਅਮਨ ਜੀ ਪੂਰੀ ਡਿਟੇਲ ਦੇ ਵਿੱਚ ਉਹਨਾਂ ਨੂੰ ਕਵਰ ਕਰ ਰਹੇ ਨੇ। ਹਾਂਜੀ, ਨਿੱਕੀਆਂ ਤਿੱਖੀਆਂ ਦੇ ਵਿੱਚ ਕਿਹੜਾ ਕਿੱਥੇ ਕਿਵੇਂ ਕਿਸ ਤਰੀਕੇ ਦੇ ਨਾਲ। ਔਰ ਜਿਹੜੇ ਸੁਣਨ ਵਾਲੇ ਨੇ ਉਹ ਸਾਨੂੰ ਫੋਨ ਕਰਕੇ ਵੀ ਦੱਸਦੇ ਨੇ ਕਿ ਵਾਹਿਦ ਰੰਗਲਾ ਪੰਜਾਬ ਹੈ ਜੋ ਉਹਨਾਂ ਖਬਰਾਂ ਨੂੰ ਵੀ ਨਾਲ ਕਵਰ ਕਰ ਰਿਹਾ, ਨਾ ਕਿ ਇੱਕ ਹੀ ਖਬਰ ਦੇ ਮਗਰ ਤੁਸੀਂ ਪਏ ਹੋਏ ਹੋ। ਠੀਕ ਹੈ, ਮਾਂ ਦਾ ਪੁੱਤ ਮਰਿਆ। ਮੈਂ ਤਾਂ ਬਾਰ-ਬਾਰ ਕਹਿੰਦਾ ਕਿ ਜਿਨ੍ਹਾਂ ਦੀ ਖਾਤਰ ਤੁਸੀਂ ਘਰ ਦੇ ਵਿੱਚ ਦੀਵਾਲੀ, ਲੋਹੜੀ, ਹੋਲੀ ਮਨਾ ਰਹੇ ਹੁੰਦੇ ਆ, ਖੁਸ਼ੀਆਂ ਗਮੀਆਂ ਮਨਾ ਰਹੇ ਹੁੰਦੇ ਆ, ਬੱਚਿਆਂ ਦੀਆਂ ਸ਼ਾਦੀਆਂ, ਬਰਥਡੇ ਮਨਾ ਰਹੇ ਹੁੰਦੇ ਆ, ਆਪਣੀ ਐਨੀਵਰਸਰੀ ਮਨਾ ਰਹੇ, ਸ਼ਾਦੀਆਂ ਦੇ ਵਿੱਚ ਭੰਗੜੇ ਪਾ ਰਹੇ ਹੁੰਦੇ ਆ। ਉਹ ਸਰਹੱਦ 'ਤੇ ਬੈਠੇ ਹੋਏ ਜਿਹੜੇ ਸਿਪਾਹ ਸਲਾਰ ਫੌਜੀ ਨੇ, ਉਹਨਾਂ ਦੀ ਜੋ ਤਿਰੰਗੇ ਦੇ ਵਿੱਚ ਲਿਪਟੀਆਂ ਹੋਈਆਂ ਲਾਸ਼ਾਂ ਹੁੰਦੀਆਂ ਨੇ, ਉਹਨਾਂ ਦੇ ਬੱਚੇ ਵੀ ਹੁੰਦੇ ਆ, ਕੁਆਰੇ ਵੀ ਹੁੰਦੇ ਆ, ਅਤੇ ਉਹ ਵੀ ਘਰ ਦੀ ਡਗੋਰੀ ਹੁੰਦੀ ਆ। ਉਹ ਵੀ ਦੇਸ਼ ਦੇ ਅਸਲੀ ਸ਼ਹੀਦ ਹੁੰਦੇ ਨੇ। ਠੀਕ ਹੈ, ਇਹਨੇ ਲਿਖਿਆ, ਗਾਇਆ, ਸੋਹਣਾ ਗਾਇਆ, ਫੈਨ ਨੇ ਉਹਦੇ ਅੱਜ ਦੁਨੀਆ ਦੇ। ਪਰ ਇਹ ਵੀ ਨਹੀਂ ਕਿ ਉਹਦੇ ਮਰਨ ਤੋਂ ਬਾਅਦ ਦੁਨੀਆ ਖਤਮ ਹੋ ਗਈ ਜਾਂ ਹੋਰ ਮਾਵਾਂ ਦੇ ਪੁੱਤ ਜੰਮਣੋਂ ਬੰਦ ਹੋ ਜਾਣੇ ਜਾਂ ਮਰਨੋਂ ਬੰਦ ਹੋ ਜਾਣੇ ਜਾਂ ਇਹ ਤੋਂ ਬਾਅਦ ਪ੍ਰਸਿੱਧ ਹੈ ਨਹੀਂ। ਬੜੀ ਦੁਨੀਆ ਹੈਗੀ ਹੈ। ਠੀਕ ਹੈ ਨਾ ਜੀ। ਸੋ ਗੱਲ ਇਹ ਹੈ ਕਿ ਉਹ ਅੱਜ ਉਹਦਾ ਜੇ ਇਸ ਤਰੀਕੇ ਨਾਲ ਰਾਜਨੀਤਿਕ ਲਾਹਾ ਲਿਆ ਜਾ ਰਿਹਾ ਜਾਂ ਸਾਡਾ ਸੋਸ਼ਲ ਨੈਟਵਰਕ ਮੀਡੀਆ ਆਪਣੀਆਂ ਸੁਰਖੀਆਂ ਵਧਾਉਣ ਦੀ ਖਾਤਰ ਹਰ ਐਂਗਲ ਤੋਂ ਪੁੱਠੀ ਸਿੱਧੀ ਖਬਰ ਝੂਠੀ ਮੁੱਠੀ ਪਾ ਕੇ TRP ਵਧਾਉਣ ਰਿਹਾ, ਤਾਂ ਇਹ ਕੋਈ ਜਾਇਜ਼ ਨਹੀਂ। ਨਾਲ ਦੀ ਨਾਲ ਦੂਜੀਆਂ ਖਬਰਾਂ ਵੀ ਕਵਰ ਕਰਨਾ ਸਾਡਾ ਫਰਜ਼ ਬਣਦਾ ਹੈ। 47 ਤੋਂ 50 ਗੈਂਗ ਮੌਜੂਦ ਨੇ। ਸਰਕਾਰੀ ਏਜੰਸੀਆਂ ਨੇ ਗੈਂਗਾਂ ਨੂੰ ਵਰਤ ਸਕਦੀਆਂ ਨੇ। ਰੈਡੀਕਲ ਗਰੁੱਪ ਵੀ ਇਹਨਾਂ ਵਿੱਚ ਵਰਤੇ ਜਾਂਦੇ ਹਨ। ਇਹ ਆਪਾਂ ਕਰਾਂਗੇ ਸੁਖਜਿੰਦਰ ਰੰਧਾਵਾ ਹੋਣਾ ਦਾ ਅਗਲਾ ਕੁਐਸਚਨ ਮੇਰਾ ਹੋਊਗਾ। ਪਰੰਤੂ ਉਸ ਤੋਂ ਪਹਿਲਾਂ ਟਕੈਤ ਨੇ ਕਿਹਾ ਕਿ ਭਾਜਪਾ ਉਸ ਨੂੰ ਮਰਵਾਉਣਾ ਚਾਹੁੰਦੀ ਹੈ। ਮੈਂ ਚਾਹਾਂਗਾ ਕਿ ਪੂਰੀ ਥੋੜੀ ਜੀ ਦੀ ਮਤਲਬ ਤਹਿ ਤੱਕ ਤੁਸੀਂ ਜਾਓ, ਦੱਸੋ ਕੀ ਮਾਮਲਾ ਹੈ। ਬੇਸਿਕਲੀ ਜੇ ਕਿਤੇ BJP ਦੀਆਂ ਕੋਈ ਜੜ੍ਹਾਂ ਮਾੜੀਆਂ ਮੋਟੀਆਂ ਲਾਈਆਂ ਨਾ ਯੂਪੀ ਦੇ ਵਿੱਚ, ਉਹ ਟਕੈਤ ਨੂੰ ਲਾਈ। 4-5 ਜ਼ਿਲ੍ਹੇ ਜਿੱਥੇ BJP ਨੂੰ ਅੱਜ ਇੱਕ ਵੀ ਸੀਟ ਹੀ ਮਿਲੀ ਵਿਧਾਨ ਸਭਾ 'ਚ। ਡਾਕਟਰ ਅੰਬੇਦਕਰ ਨਗਰ ਆ, ਸ਼ਾਇਦ ਗਾਜ਼ੀਪੁਰ ਆ, 2 ਜਗ੍ਹਾ ਹੋਰ ਯਾਦ ਨਹੀਂ, 5 ਦੇ ਵਿੱਚ 5 ਦੇ ਜਿੱਥੋਂ ਪਿਛਲੀ ਵਾਰੀ 60% ਸੀਟਾਂ ਮਿਲੀਆਂ ਸੀ BJP। ਤੇ ਜਦੋਂ ਇੰਨਾ ਬੰਦਾ ਮਜ਼ਬੂਤ ਹੋਵੇ ਤੇ ਫਿਰ ਉਹਦੇ ਵਾਸਤੇ ਕੁਝ ਕਰਨਾ ਪੈਂਦਾ ਹੁੰਦਾ। ਪਹਿਲਾਂ ਉਹਦੀ ਜਿਹੜੀ ਜਥੇਬੰਦੀ ਸੀ 2 ਫਾੜ ਕੀਤੀ, ਉਹ ਬੰਦੇ ਤੋੜੇ ਜਿਹੜੇ ਬਿਲਕੁਲ ਤੇ ਸਿਪਾਹ ਸਾਹਿਬ ਮੋਢੇ ਦਾ ਮੋਢਾ ਜੋੜ ਕੇ ਕੰਮ ਕਰਨ ਵਾਲੇ। ਉਹਨਾਂ ਦੀ ਲਖਨਊ 'ਚ ਮੀਟਿੰਗ ਕਰਾਈ, ਉੱਥੇ ਬਕਾਇਦਾ ਤੌਰ ਤੇ ਉੱਥੇ ਗੁਣ ਗਾਏ ਮੋਦੀ ਸਰਕਾਰ ਦੇ, ਭਾਜਪਾ ਦੇ ਗੁਣ ਗਾਏ ਤੇ ਆਪਣੀ ਵੱਖਰੀ ਪਾਰਟੀ ਬਣਾ ਲਈ ਕਿ ਅਸੀਂ ਟਕੈਤ ਦਾ ਸਹਿਮਤ ਨਹੀਂ।
ਸਹਿਮਤ ਕਿਉਂ ਨਹੀਂ? ਇਹਨੇ ਸਾਨੂੰ ਕਹਿੰਦੇ ਸੀ ਕਿ ਆਪਾਂ ਕਿਸੇ ਦੀ ਪਾਰਟੀ ਦੀ ਮਦਦ ਨਹੀਂ ਕਰਨੀ, ਇਲੈਕਸ਼ਨ ਦੇ ਵਿੱਚ ਇੱਕ ਧਿਰ ਦੀ ਮਦਦ ਕੀਤੀ ਹੈ, ਟਕੈਤ ਨੇ ਠੋਕ ਕੇ ਕੀਤੀ। ਚਲੋ ਤੁਹਾਨੂੰ ਪਤਾ ਹੋਏ ਕਿ ਜਦੋਂ ਪੰਚਾਇਤੀ ਚੋਣਾਂ ਹੋਈਆਂ ਸੀਗੀਆਂ ਤੇ 1150 ਉਮੀਦਵਾਰ ਖੜੇ ਸੀ ਉੱਥੇ, ਮੈਂਬਰ ਜਿਹੜੇ ਖੜੇ ਸੀ, ਤੇ ਉਹਨਾਂ ਦੇ ਵਿੱਚੋਂ 1125 ਇਸੇ ਕਰਕੇ ਜਿੱਤ ਗਏ ਸੀ। ਉਹਨਾਂ ਕੋਲ ਟਰੈਕਟਰ ਚੋਣ ਨਿਸ਼ਾਨ ਸੀ ਤੇ ਮੋਰਚਾ ਲੱਗਾ ਸੀ। ਹੁਣ ਜਦੋਂ ਇਹੋ ਜਿਹੇ ਬੰਦੇ ਉੱਥੇ ਬੈਠਾ ਵਾ ਤੇ ਬੀਜੇਪੀ ਨੂੰ ਫਿਰ ਕੱਢਦਾ ਵਾ। ਉਹਨਾਂ ਪਹਿਲਾਂ ਜਥੇਬੰਦੀ ਦੋ ਫੜ ਕੀਤੀ, ਉਹਦੇ ਟੈਕ ਤੇ ਮੰਨਿਆ ਠੀਕ ਹੈ, ਮੇਰੇ ਬੰਦੇ ਖਾਸ ਨਹੀਂ ਖਾਸ ਸੀ, ਮੇਰੇ ਨਾਲ ਮੁੱਦਾ ਬੋਲੀ ਚੱਲਣ ਲੱਗੇ, ਲੇਕਿਨ ਪਾਰਟੀ 'ਚ ਲੋਕ ਆਉਂਦੇ ਰਹਿੰਦੇ, ਜਾਂਦੇ ਰਹਿੰਦੇ, ਕੋਈ ਫਰਕ ਨਹੀਂ। ਉੱਥੇ ਕਰਨਾਟਕਾ ਦੇ ਵਿੱਚ ਜਦੋਂ ਗਏ ਨੇ, ਪਹਿਲਾਂ ਉਹ ਗਏ ਨੇ, ਲੋਕਾਂ ਨੇ ਫੁੱਲ ਵਿਛਾ ਕੇ ਥੱਲੇ ਜਿਹੜੀ ਸੀ ਸਵਾਗਤ ਕੀਤਾ, ਥੱਲੇ ਕੱਪੜੇ ਵਿਛਾਏ, ਉੱਤੇ ਫੁੱਲ ਵਿਛਾਏ, ਟਕੈਤ ਨੂੰ ਘੱਟ ਲੈ ਕੇ ਗਏ, ਟਕੈਤ ਸਾਹਿਬ ਆਏ ਤੇ ਬੜੇ ਵੱਡੇ ਲੀਡਰ। ਜਦੋਂ ਇਸ ਵੱਲ ਤੋਂ ਬਾਅਦ ਗਏ ਤੇ ਪੱਤਰਕਾਰਾਂ ਦੇ ਭੇਸ 'ਚ ਆ ਕੇ ਜਿਹੜੇ ਸੀ ਕੁਝ ਵਿਰੋਧੀ ਧਿਰ ਦੇ ਬੰਦੇ, ਉਹਨਾਂ ਨੇ ਹਮਲਾ ਕੀਤਾ। ਹੁਣ ਟਕੈਤ ਸਾਹਿਬ ਕਹਿੰਦੇ ਮੇਰੇ ਤੇ ਹਮਲਾ ਕੁਛ ਮਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਅੱਗੇ ਬਾਂਹ ਕਰਦੀ, ਮੇਰੀ ਬਾਂਹ ਤੇ ਫੱਟੜ ਹੋ ਗਈ, ਲੇਕਿਨ ਮੇਰਾ ਸਿਰ ਵੱਜ ਗਿਆ, ਸਿਰ ਤੇ ਵੱਜਿਆ ਤੇ ਮੈਨੂੰ ਮਰਵਾ ਦੇਣਾ ਸੀ ਇਹਨਾਂ ਨੇ। ਉਹ ਕਹਿੰਦੇ ਬੀਜੇਪੀ ਮੈਨੂੰ ਮਰਵਾਉਣਾ ਚਾਹੁੰਦੀ ਕਿਸੇ ਤਰੀਕੇ ਨਾਲ, ਤੇ ਮੇਰੀ ਢਾਲ ਤੁਸੀਂ ਹੋ, ਮੇਰੇ ਲੋਕ ਮੇਰੀ ਢਾਲ ਨੇ, ਮੇਰੇ ਕਿਸਾਨ ਮੇਰੀ ਢਾਲ ਨੇ, ਇਸ ਕਰਕੇ ਮੈਂ ਆਪਣਾ ਸੰਘਰਸ਼ ਜਾਰੀ ਰੱਖੂਗਾ। ਉਹਨਾਂ ਕੱਲ ਮੇਰੇ ਇਹ ਗੱਲ ਕਹੀ ਕਿ ਬੀਜੇਪੀ ਨੂੰ ਮਰਵਾਉਣਾ ਚਾਹੁੰਦੀ ਜੀ। ਭੱਟ ਸਾਹਿਬ, ਇਹਦੇ ਨਾਲ ਹੀ ਅੱਜ ਭਗਤ ਪੂਰਨ ਸਿੰਘ ਇਸ 20ਵੀਂ ਸਦੀ ਦੇ ਮਹਾਨ ਜੀ, ਮਤਲਬ ਸਮਾਜ ਸੇਵੀ ਕਹਿ ਲਓ ਜਾਂ ਭਗਤ ਕਹਿ ਲਓ, ਜਿਨ੍ਹਾਂ ਨੇ ਆਪਣਾ ਆਪ ਸਮਰਪਿਤ ਕੀਤਾ ਸੀ, ਬੜੀਆਂ ਤਗੜੀਆਂ ਉਹਨਾਂ ਦੀਆਂ ਮਨੁੱਖਤਾ ਨੂੰ ਦੇਣ ਨੇ। ਭਗਤ ਪੂਰਨ ਸਿੰਘ, ਇਹਨਾਂ ਦੇ ਫਿਜ਼ੀਕਲੀ ਦਰਸ਼ਨ ਕਰਨ ਦਾ ਵੀ ਮੌਕਾ ਹੋਇਆ। ਦਰਬਾਰ ਸਾਹਿਬ ਜਾਈਦਾ ਸੀ, ਉਦੋਂ ਤੋਂ ਵੱਖਰੀ ਗੱਲ ਸੀ। ਮੈਨੂੰ ਆਪਣਾ ਬਚਪਨ ਯਾਦ ਆ ਗਿਆ। ਮੈਂ ਉਦੋਂ ਆਪਣੀ 8ਵੀਂ ਕਲਾਸ ਦੇ ਵਿੱਚ ਸੀ ਅਸੀਂ, ਤਾਂ ਅਸੀਂ ਵੇਖਦੇ ਪਏ ਇੱਕ ਬੱਸ, ਉਦੋਂ ਟਾਵੀਂ ਬੱਸ ਆਉਂਦੀ ਹੁੰਦੀ ਸੀ, ਉਹ ਵੀ ਸਾਡੇ ਚਾਚਾ ਜੀ ਸਰਦਾਰ ਅਮਰ ਸਿੰਘ ਨਰਾਲਾ ਚਲਾਉਂਦੇ ਹੁੰਦੇ ਸੀ, ਮੇਰੇ ਸਕੇ ਚਾਚਾ ਜੀ। ਤਰਨਤਾਰਨ ਸਾਹਿਬ ਤੋਂ ਕਹਿ ਲਓ ਗੋਇੰਦਵਾਲ ਸਾਹਿਬ ਚੱਲਦੀ ਸੀ। ਹਾਂਜੀ, ਤੇ ਇੱਕ ਸੜਕ, ਇੱਕ ਵਨ ਵਾਈ ਹੁੰਦਾ, ਤੁਸੀਂ ਤਾਂ ਜਾਣਦੇ ਹੀ ਹੋਵੋਗੇ, ਛੋਟੀ ਜਿਹੀ ਸੜਕ ਹੁੰਦੀ ਸੀ, ਇੱਕੋ ਹੀ ਬੱਸ ਆਉਂਦੀ ਸੀ। ਜੇ ਕਿਸੇ ਨੇ ਦੂਜੇ ਨੇ ਆਉਣਾ ਤੇ ਪਹਿਲਾਂ ਤਾਂ ਦੂਜੀ ਬੱਸ ਆਉਂਦੀ ਨਹੀਂ ਹੁੰਦੀ, ਜੇ ਕੋਈ ਟਾਂਗਾ ਟੂੰਗਾ ਆਉਂਦਾ ਰੁਕ ਜਾਂਦਾ ਇੱਧਰ ਨੂੰ ਕਰਕੇ। ਇੱਕ ਨਹਿਰ ਦੇ ਲਾਗੇ ਸਾਡਾ ਸਕੂਲ ਆ ਫਤਿਆਬਾਦ, ਆਸੇ ਪਾਸੇ ਕੋਈ ਬਿਲਡਿੰਗ ਨਹੀਂ ਸੀ ਹੁੰਦੀ, ਦੂਰ ਤੱਕ ਖਾਲੀ ਸੀ। ਉੱਥੇ ਬੱਸ ਰੁਕਦੀ ਆ ਸਕੂਲ ਦੇ ਸਾਹਮਣੇ ਤੇ ਅਸੀਂ ਬੈਠੇ ਹੋਏ ਆ, ਤੇ ਸਾਨੂੰ ਇਹ ਪਤਾ ਕਿ ਭਗਤ ਪੂਰਨ ਸਿੰਘ ਆ ਰਹੇ ਨੇ, ਭਗਤ ਪੂਰਨ ਸਿੰਘ ਆ ਰਹੇ ਨੇ, ਭਗਤ ਪੂਰਨ ਸਿੰਘ ਆ ਰਹੇ ਨੇ। ਹਾਂਜੀ, ਇਮੈਜਿਨ ਕਰਿਓ ਭੱਟੀ ਸਾਹਿਬ, ਅਸੀਂ ਸਾਰੇ ਦੇਖ ਰਹੇ ਆ, ਬੱਸ ਰੁਕੀ ਆ, ਬੱਸ ਦੇ ਵਿੱਚੋਂ ਜੀ ਉਹਨਾਂ ਦੇ ਨਾਲ ਕਾਫੀ ਜਾਣੇ ਹੋਣਗੇ, ਹਨਾ। ਟੀਚਰ ਸਾਨੂੰ ਇਹਨਾਂ ਦੇ ਬਾਰੇ ਦੱਸਦੇ ਪਏ ਨੇ, ਸਟੋਰੀਆਂ ਸੁਣਾਉਂਦੇ ਪਏ ਰਹੇ ਨੇ। ਹਾਂਜੀ, ਬੱਸ ਦੇ ਵਿੱਚੋਂ ਇੱਕ ਫੱਕਰ ਬੰਦਾ ਉਤਰਦਾ। ਇਹ ਅੱਖਾਂ ਨਾਲ ਦੇਖੀ ਹੋਈ ਗੱਲ। ਮੈਂ ਇਸ ਵਕਤ ਬੋਲ ਨਹੀਂ ਰਿਹਾ, ਮੈਂ ਆਪਣੇ ਪਿੰਡ ਦੇ ਉਸ ਸਕੂਲ ਦੀ ਉਸ ਕਲਾਸ ਚੋਂ ਬੋਲ ਰਿਹਾ, ਕਿਉਂਕਿ ਇੰਨੀਆਂ ਉੱਚੀਆਂ ਕੰਧਾਂ ਨਹੀਂ, ਛੋਟੀਆਂ ਛੋਟੀਆਂ ਕੰਧਾਂ ਹੁੰਦੀਆਂ ਸੀਗੀਆਂ। ਦੇਖ ਰਹੇ ਆ ਕਿ ਇੱਕ ਫੱਕਰ ਬੰਦਾ ਉਹ ਸੜਕ ਦੇ ਉੱਤੇ ਪੈ ਕੀ ਚੁਗ ਰਿਹਾ, ਰੋੜੇ। ਉਹ ਰੋੜੇ ਚੁੱਕ ਕੇ ਉਹ ਇਕੱਠੇ ਕਰ ਰਿਹਾ ਤੇ ਕੁਝ ਰੋੜੇ ਦੂਰ ਸੁੱਟ ਰਿਹਾ। ਏਦਾਂ ਕਰਦਾ ਕਰਦਾ ਉਹ ਸਕੂਲ ਦੇ ਦਰਵਾਜ਼ੇ ਤੇ ਆ ਜਾਂਦਾ। ਸਕੂਲ ਦੇ ਦਰਵਾਜ਼ੇ ਤੇ ਆਉਂਦਾ ਤੇ ਮਤਲਬ ਉਹ ਆ ਕੇ ਖਲੋਤਾ ਰਹਿੰਦਾ। ਫਿਰ ਜਾਂਦੇ ਨੇ ਲੋਕ ਵੀ ਇਹ ਕੌਣ ਆ ਗਿਆ, ਹਨਾ। ਤੇ ਜਦੋਂ ਉਹ ਕਹਿੰਦਾ ਕਿ ਮੈਂ ਭਗਤ ਪੂਰਨ ਸਿੰਘ, ਮੈਂ ਪੂਰਨ ਸਿੰਘ ਆਪਣਾ ਦਾ ਇੰਟਰੋਡਕਸ਼ਨ ਦਿੰਦਾ, ਕੋਈ ਬੰਦਾ ਨਹੀਂ ਉਹਦੇ ਨਾਲ, ਤੇ ਉਹਦੇ ਹੱਥ ਦੇ ਵਿੱਚ ਉਹੀ ਵੱਟੇ ਵੀ ਫੜੇ ਹੋਏ ਆ, ਕੁਝ ਉਹਨੇ ਝੋਲੇ 'ਚ ਪਾਏ ਹੋਏ ਨੇ। ਉਹ ਆ ਕੇ ਜਦੋਂ ਸਾਨੂੰ ਸੰਬੋਧਨ ਕਰਦਾ ਸਾਰੇ ਸਕੂਲ ਨੂੰ, ਮਤਲਬ ਹਾਂਜੀ 10ਵੀਂ ਕਲਾਸ ਦਾ ਸਕੂਲ ਸਾਡਾ, ਗੱਲਾਂ ਬਾਤਾਂ ਕਰਕੇ ਮਤਲਬ ਜੋ, ਤੇ ਉਹ ਆਪਣਾ ਦਿਖਾਉਂਦਾ ਕਿ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੁੰਦਾ ਕਿ ਆਸੇ ਪਾਸੇ ਦੀ ਸੇਵਾ, ਸਮਾਜ ਦੀ ਸੇਵਾ ਤੁਸੀਂ ਕਿਵੇਂ ਕਰ ਸਕਦੇ ਹੋ, ਤੁਸੀਂ ਕਿਵੇਂ ਯੋਗਦਾਨ ਪਾ ਸਕਦੇ ਹੋ ਇਨਸਾਨੀਅਤ ਦੇ ਵਿੱਚ। ਵੀ ਆ ਵੱਟੇ ਤੁਹਾਡੇ ਸਕੂਲ ਦੇ ਆਸੇ ਪਾਸੇ ਹੀ ਪਏ ਨੇ, ਤੁਸੀਂ ਪੈਦਲ ਜਾਂਦੇ ਹੋ, ਸਾਈਕਲ ਤੇ ਆਉਂਦੇ ਹੋ, ਜਦੋਂ ਬੱਸ ਦੇ ਟਾਇਰ ਦੇ ਥੱਲੇ ਇਸ ਵੱਟੇ ਨੇ ਕਿਤੇ ਆਉਣਾ, ਇਹ ਬੁੜਕ ਕੇ ਤੁਹਾਡੇ ਤੇ ਵੱਜਣਾ, ਤੁਹਾਡੇ ਕਿਸੇ ਵੀ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ। ਬਚਪਨ ਦੇ ਵਿੱਚ, ਅੱਜ ਤੋਂ ਕਿੰਨੇ ਸਾਲ ਪਹਿਲਾਂ ਇਹ ਗੱਲਾਂ, ਨਾ ਕੋਈ ਮਾਈਕ ਸੀ, ਨਾ ਕੋਈ ਉੱਥੇ ਆਸੇ ਪਾਸੇ ਸਪੀਕਰ ਲੱਗੇ ਸੀ, ਬਸ
ਇਹ ਸੀ ਕਿ ਸਕੂਲ ਇਕੱਠਾ ਸੀ, ਮਾਸਟਰ ਸਾਹਿਬ ਬੈਠੇ ਹੋਏ ਸਨ ਤੇ ਭਗਤ ਪੂਰਨ ਸਿੰਘ ਜੀ ਬੋਲ ਰਹੇ ਸਨ। ਦੇਖੋ ਕਿੱਥੋਂ ਅਗਲੇ ਨੇ ਇਹ ਚੀਜ਼ ਦੇਖੀ ਕਿ ਵੱਟੇ ਪਏ ਹੋਏ ਨੇ ਸੜਕ ਦੇ ਉੱਤੇ, ਹਨਾ, ਜੀ ਜੀ ਉਹ ਇਕੱਠੇ ਕਰਕੇ ਕੋਈ ਸੁੱਟੇ, ਕਹਿੰਦਾ ਮੈਂ ਵੀ ਸੁੱਟ ਕੇ ਆਇਆ। ਤੁਹਾਡੇ ਲਈ ਸਿਰਫ ਇਹੀ ਸੁਨੇਹਾ ਕਿ ਤੁਸੀਂ ਆਸੇ-ਪਾਸੇ ਆਪਣੀ ਸਫਾਈ ਕਿਵੇਂ ਰੱਖ ਸਕਦੇ ਹੋ, ਵਾਤਾਵਰਨ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹੋ। ਬਾਕੀ ਤਾਂ ਉਹ ਤੁਹਾਨੂੰ ਪਤਾ ਹੀ ਹੈ, ਜੋ ਮਤਲਬ ਨਾ ਅਜੇ ਤੱਕ ਇਹੋ ਜਿਹਾ ਮੁੜ ਕੇ ਕੋਈ ਭਗਤ ਹੋਏ ਨੇ, ਬਹੁਤ ਤਗੜੇ ਹੋਏ ਨੇ, ਪਰ ਅੱਜ ਦੇ ਅਜੋਕੇ ਸੰਸਾਰ ਦੇ ਵਿੱਚ, ਅੱਜ ਦੀ ਇਸ ਦੁਨੀਆ ਦੇ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ। ਭਗਤ ਪੂਰਨ ਸਿੰਘ ਦਾ ਅੱਜ ਜਨਮ ਦਿਨ ਹੈ, ਸਜਦਾ ਕਰਦੇ ਆ ਜੀ ਉਹਨਾਂ ਦਾ। ਤੇ ਭਗਤ ਪੂਰਨ ਸਿੰਘ ਹੋਣਾ ਦੇ ਉਸ ਖੋਕੇ ਨੂੰ ਉਸ ਵਕਤ ਦੇ, ਮੈਂ ਹੁਣ ਹੰਕਾਰੀ ਲਫ਼ਜ਼ ਵਰਤ ਲਵਾਂ ਜਾਂ ਅਗਿਆਨੀ ਲਫ਼ਜ਼ ਵਰਤ ਲਵਾਂ, ਉਪ ਮੁੱਖ ਮੰਤਰੀ, ਪੰਥ ਰਤਨ, ਫਕਰੇ ਕੌਮ, ਪਦਮ ਭੂਸ਼ਣ, ਕਿਸਾਨਾਂ ਦੇ ਮਸੀਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਲੱਖ ਦੇ ਜਿਗਰ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਇੰਝ ਹੀ ਕੀਤਾ ਸੀ। ਚੱਕ ਕੇ ਅਗਲਿਆਂ ਨੇ ਖੋਖਾ ਬਾਹਰ ਮਾਰਿਆ ਸੀ, ਪਰ ਅਗਲਿਆਂ ਨੇ ਖੋਖਾ ਚੁਕਾ ਦਿੱਤਾ। ਉਹ ਰੂਹਾਨੀ ਉੱਥੋਂ ਜਿਹੜੀ ਰੂਹ ਹੈ ਉਹ ਗਾਇਬ ਕਰ ਦਿੱਤੀ। ਦਰਬਾਰ ਸਾਹਿਬ ਪਹਿਲਾਂ ਜਾਈਦਾ ਸੀ, ਕੁਝ ਹੋਰ ਸੀ, ਹੁਣ ਜਾਈਦਾ ਉਹ ਇੱਕ ਬਾਹਰ ਜੋ ਕੁਝ ਬਣਾਇਆ ਉਹ ਥੱਲੇ ਬਣਾਇਆ, ਆਈ ਡੋਂਟ ਨੋ ਕੀ ਬਣਾਇਆ ਕੀ ਨਹੀਂ ਬਣਾਇਆ, ਪਰ ਉਹ ਦਿੱਖ ਖਤਮ ਹੋ ਗਈ ਜਿੱਥੇ ਭਗਤ ਪੂਰਨ ਸਿੰਘ ਹੋਣਾ ਦਾ ਉਹ ਇੱਕ ਛੋਟਾ ਜਿਹਾ ਤੱਪੜ ਵਿਛਾ ਕੇ ਸਟਾਲ ਲੱਗਾ ਹੁੰਦਾ ਸੀ, ਆਸੇ ਪਾਸੇ ਕੁਝ ਲਿਟਰੇਚਰ ਪਿਆ ਹੁੰਦਾ ਸੀ, ਕਿਸੇ ਨੇ ਪੈਸੇ ਪਾਤੇ ਕਿਸੇ ਨੇ ਨਹੀਂ ਪਾਤੇ, ਪਰ ਉਹਦੇ ਪਿਛਲੇ ਪਾਸੇ ਉਹ ਬੰਦਾ ਵੀ ਅਸੀਂ ਵੇਖਿਆ, ਮੈਂ ਤਾਂ ਵੇਖਿਆ, ਤੁਸੀਂ ਤਾਂ ਦਰਸ਼ਨ ਕੀਤੇ ਹੋਣਗੇ, ਜਿਹੜਾ ਉਹਨਾਂ ਨੇ ਹੱਥੀਂ ਪਾਲਿਆ ਸੀ। ਕੀ ਕਹਿਣਾ ਚਾਹੋਗੇ? ਅੱਜ ਜਨਮ ਦਿਨ ਹੈ, ਅੱਜ ਉਹਨਾਂ ਦਾ ਜਿਹੜੀ ਭਗਤ ਪੂਰਨ ਸਿੰਘ ਦਾ 4 ਜੂਨ 1904 ਨੂੰ ਜਨਮ ਹੈ ਜੀ, ਲੁਧਿਆਣਾ ਦੇ ਪਿੰਡ ਰਾਜੇਵਾਲ ਚ ਹੈ। ਮਾਤਾ ਮਹਿਤਾਬ ਕੌਰ ਦੀ ਕੁੱਖੋਂ ਹੋਇਆ, ਉਹਨਾਂ ਦੇ ਪਿਤਾ ਨਾਲ ਸ਼ਿਬੂਵਾਲ ਸੀ, ਪਰ ਬਚਪਨ ਤੋਂ ਹੀ ਵਾਕਈ ਭਗਤ ਸੀ। ਐਜੂਕੇਸ਼ਨ ਤੇ ਬਹੁਤ ਹੀ ਇਹ ਮਾਲਕਾ ਦੀ ਮਾਸਟਰ ਤੇ 10ਵੀਂ ਚ 2 ਨੰਬਰ ਫੇਲ ਹੋ ਗਏ। ਬੇਸਿਕਲੀ ਇਹ ਮਾਤਾ ਦੇ ਭਗਤ ਸੀਗੇ। ਮਾਤਾ ਦੇ ਭਗਤ ਜੀ ਤੇ ਹਰ ਸਾਲ ਜਾਂਦੇ ਸੀ ਮਾਤਾ ਵੈਸ਼ਨੋ ਦਰਸ਼ਨ ਕਰਨ ਵਿੱਚ। ਮਾਤਾ ਵੈਸ਼ਨੋ ਦਰਸ਼ਨ ਕਰਨ ਕੇ ਤੇ ਰਸਤੇ ਥੋੜਾ ਲੇਟ ਹੋ ਗਏ। ਇੱਕ ਮੰਦਿਰ ਚ ਕਹਿੰਦੇ ਚੱਲ ਸੇਵਾ ਕਰੀਏ, ਇੱਥੇ ਉੱਤੇ 2 ਘੰਟੇ 4 ਘੰਟੇ ਸੇਵਾ ਕੀਤੀ ਤੇ ਸ਼ਾਮੀ ਜਦੋਂ ਪਈਆ ਤੇ ਉਹ ਨਾ ਖਾਧਾ ਨਾ ਪੀਤਾ ਤੇ ਪੰਡਿਤ ਕਹਿੰਦਾ ਮਹਾਰਾਜ ਜੀ ਮੰਦਿਰ ਖਾਲੀ ਕਰ। ਉਹ ਕਹਿੰਦਾ ਯਾਰ ਮੈਂ ਇੱਥੇ ਇਕੱਲਾ ਬੰਦਾ, ਇੱਥੇ ਸਾਈਡ ਤੇ ਮੈਂ ਪਿਆ ਰਹੂੰਗਾ, ਗਰਮੀਆਂ ਦੀ ਨਿੱਜੀ ਕਿਹੜੀ ਗੱਲ ਹੈਗੀ ਤੇ ਮੈਂ ਸਵੇਰੇ ਮਾਤਾ ਜਾਣਾ ਨਾ ਮੰਦਿਰ ਜਗ੍ਹਾ ਨਹੀਂ ਇੱਥੇ ਰਾਤ ਹੀ ਬੰਦਾ ਗੁਜ਼ਰ ਸਕਦਾ, ਕਿਸੇ ਕੀ ਬੰਦੋਬਸਤ ਰੱਖੋ। ਕਹਿੰਦੇ ਉੱਥੋਂ ਬਾਹਰ ਆਇਆ ਤੇ ਮੈਨੂੰ ਕਿਸੇ ਨੇ ਕਹਿੰਦਾ ਬਾਬਾ ਜੀ ਕੀ ਗੱਲ? ਕਹਿੰਦੇ ਏਦਾਂ ਗੱਲ। ਕਹਿੰਦੇ ਉਹ ਗੁਰਦੁਆਰੇ ਚੱਲ, ਗੁਰਦੁਆਰੇ ਗਏ, ਸੇਵਾ ਕੀਤੀ, ਲੰਗਰ ਛਕਿਆ। ਉਹਨਾਂ ਦੇ ਇੱਕ ਸੇਵਾਦਾਰ ਉੱਚੀ ਥਾਂ ਤੇ ਖਲੋ ਕੇ ਕਹਿੰਦਾ ਕਿ ਜਿਹੜੀ ਸੰਗਤ ਨੇ ਰਹਿਣਾ ਵਾ ਉਹ ਸਟੋਰ ਤੇ ਜਾ ਕੇ ਦਰੀ ਚੱਦਰ ਤੇ ਛਾਣਾ ਲੈ ਸਕਦੇ। ਕਹਿੰਦੇ ਯਾਰ ਹੱਥ ਹੋ ਗਈ, ਰੱਬ ਦਾ ਘਰੋਂ ਵੀ ਰੱਬ ਦਾ ਘਰ ਵੀ ਹੋਇਆ ਕੀ ਇਹਦਾ। ਉੱਥੋਂ ਫਿਰ ਸਟੱਡੀ ਸ਼ੁਰੂ ਕੀਤੀ। ਜਦੋਂ ਵੰਡ ਹੋਈ 47 ਦੀ, ਕੋਈ ਆਪਣਾ ਪੈਸਾ ਲੈ ਕੇ ਆਇਆ, ਕੋਈ ਬਲਦ ਲੈ ਕੇ ਆਇਆ, ਕੋਈ ਮੱਝ ਲੈ ਕੇ ਆਇਆ, ਕੋਈ ਗੱਡ ਲੈ ਕੇ ਆਇਆ। ਲੇਕਿਨ ਇਹਨਾਂ ਦੇ ਕੋਲ ਇੱਕ 1934 ਦੀ ਗੱਲ ਹੈ ਸ਼ਾਇਦ, ਬੱਚਾ ਛੋਟਾ ਜਿਹਾ ਛੱਡ ਗਿਆ ਕਿ ਗੁਰਦੁਆਰੇ ਦੇ ਬਾਹਰ, ਅਪਾਹਜ ਬੱਚਾ। ਤੇ ਉਹ ਜਿਹੜਾ ਭਾਈ ਸੀ ਕਹਿੰਦਾ ਵੀ ਤੁਸੀਂ ਸੰਭਾਲੋ ਮਹਾਰਾਜ ਦੇ ਬੱਚੇ। ਇਹਨਾਂ ਨੇ ਫਿਰ ਉਹ ਬੱਚਾ ਸੰਭਾਲਿਆ। ਇਹਨਾਂ ਅੰਮ੍ਰਿਤ ਛਕਿਆ, ਉੱਥੋਂ ਨਾਮ ਨੂੰ ਪੂਰਨ ਸਿੰਘ ਮਿਲੇ ਜੀ। ਪਹਿਲਾਂ ਨਾਮ ਦਾ ਹੋਰ ਸੀ ਰਾਮ ਜੀ ਦਾ ਪਹਿਲਾਂ ਨਾਮ। ਅੱਛਾ, ਰਾਮ। ਉਹ ਬੱਚੇ ਨੂੰ ਸੰਭਾਲਿਆ ਇਹਨਾਂ ਨੇ, ਉਹਦੀ ਸੇਵਾ ਕਰਨੀ। ਤੇ ਜਦੋਂ ਵੰਡ ਹੋਈ ਤੇ ਸਭ ਖੁਸ਼ੀ ਤੇ ਉਹ ਅਪਾਹਜ ਬੱਚੇ ਨੂੰ ਮੁੰਡੇ ਚੁੱਕ ਕੇ ਲੈ ਕੇ ਆ ਗਏ। ਅੰਮ੍ਰਿਤਸਰ ਰਾਏ ਪਹਿਲਾਂ ਰੇਲਵੇ ਸਟੇਸ਼ਨ ਤੇ ਸੇਵਾ ਕੀਤੀ, ਮਰੀਜ਼ਾਂ ਦੀ ਕੀਤੀ, ਸਾਰਿਆਂ ਦੀ ਕੀਤੀ। ਮੁੜ ਕੇ ਬੱਸ ਸਟੈਂਡ ਕੋਲ ਚਲੇ ਗਏ। ਜਿਹੜੇ ਦੁਕਾਨਦਾਰ ਸੀ ਉਹਨਾਂ ਦੇ ਜਿਹੜੇ ਬਰਾਂਡੇ ਬਣੇ ਰਾਤ ਉੱਥੇ ਕੱਟਦੇ ਹੁੰਦੇ, ਉਹਨਾਂ ਦੁਕਾਨਦਾਰ ਨੇ ਵਿਰੋਧ ਕੀਤਾ। ਇਹ ਥੋੜੇ ਜਿਹੇ ਹੋਰ ਪਰੇ ਚਲੇ ਗਏ। ਉੱਥੇ ਇੱਕ ਬੋਰਡ ਹੁੰਦਾ ਸੀ, ਬੋਰਡ ਥੱਲੇ ਬਹਿ ਗਏ। ਉੱਥੇ ਜਾ ਕੇ ਬੱਚੇ ਦੀ ਸੇਵਾ ਕੀਤੀ ਕਿ ਮੰਗ ਤੰਗ ਦੀ ਰੋਟੀ ਖੋਣੀ, ਆਪ ਵੀ ਖਾਣੀ ਤੇ ਸੇਵਾ ਭੇਜਣੀ ਜ਼ਰੂਰੀ। ਫਿਰ ਇਹਨਾਂ ਦੀ ਸੇਵਾ ਨੂੰ ਵੇਖ ਕੇ ਜਿਹੜੇ ਸੀ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਜਿਹੜੇ ਸੀ ਉਹ ਥੋੜੇ ਦਇਆਵਾਨ ਹੋਏ। ਉਹਨਾਂ ਨੇ ਬਕਾਇਦਾ ਤੌਰ ਤੇ ਪਿੰਗਲ ਵਾਲੇ ਵਾਲੀ ਜਗ੍ਹਾ ਨੂੰ ਇਹੋ ਜਿਹੇ ਬੰਦੇ ਨੇਟਿਕ ਨੇਕ ਉਹ ਜਗ੍ਹਾ ਲੈਣ ਤੋਂ ਬਾਅਦ ਫਿਰ ਇਹਨਾਂ ਨੇ ਛੱਪੜੀ ਪਾਈ। ਛੱਪੜੀ ਤੋਂ ਗਾਹ ਫੈਲਦਾ ਅੱਜ ਪਿੰਗਲ ਵਾਲਾ ਸਸਤਾ ਬਣ ਗਿਆ।
ਜੇ ਉਹਨਾਂ ਦੀ ਕੋਈ ਉੱਤਰਾਧਿਕਾਰੀ ਬਣੀ ਤਾਂ ਬੀਬੀ ਡਾਕਟਰ ਇੰਦਰਜੀਤ ਕੌਰ ਬਣੀ। ਡਾਕਟਰ ਸੀ, ਜਿੰਨੇ ਮਰਜ਼ੀ ਪੈਸੇ ਕਮਾ ਸੀ, ਜੋ ਮਰਜ਼ੀ ਕਰ ਸਕਦੀ, ਨਹੀਂ ਆਪਣਾ ਸਭ ਕੁਝ ਛੱਡ ਕੇ ਸ਼ਾਦੀ ਵੀ ਨਹੀਂ ਕਰਾਈ ਤੇ ਆ ਕੇ ਉਹਨੂੰ ਜਗ੍ਹਾ ਦੇ ਦਾਂਗੀ ਤੇ ਅੱਜ ਵੀ ਬੀਬੀ ਦੀ ਸੇਵਾ ਕਰ ਰਹੇ, ਮਾਨ ਤੇ ਤਾੜਨਾ ਕਰ ਰਹੇ। ਬੜੀਆਂ ਮੁਸੀਬਤਾਂ ਆਈਆਂ, ਜਿਹੜੇ ਵਿਰੋਧੀ ਸੀ ਉਹਨਾਂ ਬਾਹਰ ਮੋਰਚੇ ਲਾਏ, ਧਰਨੇ ਦਿੱਤੇ, ਕਿਉਂ ਪਿੰਗਲਵਾੜਾ ਤੇ ਕਬਜ਼ਾ ਕਰਨਾ। ਇਹ ਨਾਰੇ ਵੀ ਲਾਏ, ਸੰਗਰੂਰ ਦੀ ਮੋਰਨੀ 1 ਕਰੋੜ ਦੀ ਚੋਰਨੀ, ਇਹ ਨਾਰੇ ਵੀ ਲਾਏ। ਅੱਜ ਪਿੰਗਲਵਾੜਾ ਸਿਰਫ ਆਪਣਾ ਪਿੰਗਲਵਾੜਾ ਚਾਹੁੰਦਾ, ਇੱਕ ਆਪਣਾ ਫਾਰਮ ਹਾਊਸ ਚਲਾ ਰਿਹਾ, ਜਿਹਦੇ ਵਿੱਚ ਤੁਹਾਨੂੰ ਬਿਲਕੁਲ ਓਨਲੀ ਕੋਈ ਖਾਦ ਨਹੀਂ, ਕੋਈ ਦਵਾਈ ਨਹੀਂ, ਬਿਲਕੁਲ ਤੋਂ ਬੈਸਟ ਜਿਹੜਾ ਸੀ ਜੋ ਮਿਲੇਗਾ, ਸਬਜ਼ੀ ਮਿਲੇ, ਜੋ ਬੇਟਾ ਮਿਲੇਗਾ। ਜਿੰਨੀ ਸਬਜ਼ੀ ਬਣਦੀ ਪਿੰਗਲਵਾੜੇ ਦੀ ਸਾਰਾ ਉੱਥੋਂ ਮਾਸਟਰ ਰਾਜਵੀਰ ਹੋ ਰਹੀ ਹੈ। ਘਰੋਂ ਬੜੇ ਸਾਊਂਡ ਨੇ, ਬੱਚੇ ਛੱਡ ਕੈਨੇਡਾ ਚ ਲਿਖੇ ਨੇ ਉਹਨਾਂ ਦੇ, ਉਹ ਆਪਣੀ ਦਿਨ ਰਾਤ ਮਿਹਨਤ ਕਰਦੇ, ਰਿਟਾਇਰ ਨੇ, ਆਪਣੀ ਪੈਨਸ਼ਨ ਆਉਂਦੀ, ਆਪਣੀ ਮਾਤਾ ਦੀ ਪੈਨਸ਼ਨ ਆਉਂਦੀ, ਆਪਣੀ ਵਾਈਫ ਦੀ ਪੈਨਸ਼ਨ ਆਉਂਦੀ ਹੈ, ਲੇਕਿਨ ਫਿਰ ਵੀ ਉਹ ਸੇਵਾ ਕਰਦੇ ਡਟ ਕੇ। ਇਹ ਹੈ ਸੇਵਾ। ਪੂਰੇ ਅਸੀਂ ਜਦੋਂ ਉਹਨਾਂ ਦੇ 1992 ਚ ਬਿਮਾਰ ਹੋ ਕੇ ਹਸਪੀਟਲ ਐਡਮਿਟ ਹੋਏ ਸੀਗੇ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਆਪ ਨੂੰ ਮਿਲਣ ਵਾਸਤੇ ਆਏ ਸੀ। ਡਾਕਟਰ ਨੂੰ ਕਿਹਾ ਸੀ ਕਿ ਇਹਨਾਂ ਦਾ ਪੈਸਾ ਖੁਦ ਹੀ ਲੈਣਾ, ਸਾਰਾ ਖਰਚਾ ਅਸੀਂ ਕਰਾਂਗੇ, ਇਹਨਾਂ ਦੀ ਸੇਵਾ ਕਰੋ ਡਟ। ਪਰ ਨਹੀਂ ਸੀ ਬਚ ਸਕੇ, ਇੱਕ ਵੱਖਰੀ ਗੱਲ ਆ। ਲੇਕਿਨ ਜਿਹੜੀ ਗੱਲ ਤੁਸੀਂ ਕਹੀ ਆ, ਅੰਮ੍ਰਿਤਸਰ ਦੇ ਵਿੱਚ ਸਾਡੇ ਕੋਲ ਵੇਖਣ ਵਾਸਤੇ ਜੇ ਦਰਬਾਰ ਸਾਹਿਬ ਆ ਨਾ, ਦਰਬਾਰ ਸਾਹਿਬ ਤੋਂ ਬਾਅਦ ਜਿਹੜਾ ਉਹ ਜਲਿਆਂਵਾਲਾ ਬਾਗ, ਤੇ ਜੇ ਤੀਜੀ ਕੋਈ ਜਗ੍ਹਾ ਜਿਹੜੀ ਹੈ ਤੇ ਉਹ ਸਾਡੇ ਕੋਲ ਪਿੰਗਲਵਾੜਾ ਜੀ ਜੀ। ਤੇ ਚੌਥੀ ਸਭ ਤੋਂ ਵੱਧ ਜਿੱਥੇ ਇਕੱਠ ਹੁੰਦਾ ਉਹ ਹੈ ਸਰਹੱਦ, ਤੇ ਸਰਹੱਦਾਂ ਭਾਰਤ ਦੇ ਆਸੇ-ਪਾਸੇ ਨੇ। ਇਸ ਸਰਹੱਦ ਨੂੰ ਜ਼ਿਆਦਾ ਕਿਉਂ ਪ੍ਰਚਾਰਿਆ ਜਾਂਦਾ? ਇੱਕ ਬੜਾ ਵਿਚਾਰਨ ਵਾਲਾ ਵਿਸ਼ਾ ਹੈ। ਫਿਰੋਜ਼ਪੁਰ ਦੇ ਵਿੱਚ ਵੀ ਹੈਗਾ, ਉੱਥੇ ਕੋਈ ਏਡਾ ਵੱਡਾ ਪਰੇਡ ਨਹੀਂ ਹੁੰਦਾ। 9058131320 ਮੇਰੀ ਗੱਲ ਨੂੰ ਧਿਆਨ ਨਾਲ ਸੁਣਨਾ, ਧਿਆਨ ਨਾਲ ਵਾਚਣਾ, ਧਿਆਨ ਨਾਲ ਦੇਖਣਾ, ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨਾ। ਮੈਂ ਬਹੁਤ ਦੂਰ ਦੀ ਗੱਲ ਕਹਿ ਕੇ ਚੱਲਿਆ, ਸਮਾਂ ਤਾਂ ਵੈਸੇ ਸਮਾਪਤੀ ਵਾਲੇ ਪਾਸੇ ਨੂੰ ਹੈ ਕਿ ਅੰਮ੍ਰਿਤਸਰ ਦੇ ਵਿੱਚ ਹੀ ਅੱਜ ਤੁਸੀਂ ਦੇਖੋ ਕਿ ਵਿਸ਼ਵ ਭਰ ਦੇ ਵਿੱਚ ਜਿਹੜੇ ਲੋਕ ਨੇ ਆਉਂਦੇ ਜਾਂਦੇ ਨੇ, ਉਹ ਪਰੇਡ ਜ਼ਰੂਰ ਦੇਖਣ ਜਾਂਦੇ ਨੇ। ਭਾਰਤ ਦੀ ਸਰਹੱਦ ਜਿਹੜੀ ਆ ਉਹ ਸ਼ੁਰੂ ਹੋ ਕੇ ਉੱਥੋਂ ਤੱਕ ਖਤਮ ਹੁੰਦੀ ਹੈ। ਇਹੀ ਕਿਉਂ, ਇੱਥੇ ਹੀ ਕਿਉਂ ਜ਼ੋਰ? ਇਹ ਵੀ ਦੇਖਣ ਤੇ ਵਿਚਾਰਨ ਵਾਲੀ ਗੱਲ। ਆਪਾਂ ਅਗਲੀ ਕਾਲ ਲੈ ਲਈ। ਹੈਲੋ ਹੈਲੋ ਭਾਈ, ਸਤਿ ਸ੍ਰੀ ਅਕਾਲ। ਪੱਟੀ ਸਾਹਿਬ ਭਾਜੀ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰੇ ਛੋਟੇ 2-3 ਸਵਾਲ ਹੈ। ਪਹਿਲਾ ਸਵਾਲ ਤਾਂ ਇਹ ਆ ਕਿ ਜਿਹੜਾ ਉਹ ਇੱਕ ਗੈਂਗਸਟਰ ਕਹਿ ਰਿਹਾ ਕਿ ਇਹਨੇ 2 ਮਰਡਰ ਕਰਾਏ ਸੀਗੇ ਤੇ ਉਹਨਾਂ ਨਾਂ ਵੀ ਦੱਸ ਦਿੱਤੇ ਕਿ ਕਿਹਦੇ ਸੀ। ਇੱਕ ਮੇਰਾ ਭਰਾ ਸੀ ਤਾਂ ਉਹ ਦੂਜੇ ਬੰਦੇ ਦਾ ਭਰਾ ਸੀਗਾ। ਇੱਕ ਸਵਾਲ ਇਹ ਹੈ ਕਿ ਤੁਸੀਂ ਹੁਣ ਇਹਦਾ ਜਵਾਬ ਲੈ ਲਓ। ਹੋਲਡ ਰੱਖੋ, ਤੁਸੀਂ ਹੋਲਡ ਰੱਖੋ, ਇਹਦਾ ਜਵਾਬ ਦਿਓ ਜੀ। ਓਕੇ। ਨਹੀਂ, ਕਿਹੜੇ ਗੈਂਗਸਟਰ ਦੀ ਗੱਲ ਕਰ ਰਹੇ ਤੁਸੀਂ ਜੀ? ਸਿੱਧੂ ਮੂਸੇਵਾਲੇ ਦੇ ਉੱਤੇ ਵੀ ਇਹਨੇ ਗੈਂਗਸਟਰ ਦੋਸ਼ ਲਾ ਰਹੇ ਨੇ ਕਿ ਕਤਲ ਕਰਾਏ ਸੀਗੇ। ਬਿਲਕੁਲ ਬਿਲਕੁਲ ਬਿਲਕੁਲ। ਉਹ ਕਹਿੰਦੇ ਆ ਕਿ ਜਦੋਂ ਗੁਰਲਾਲ ਦਾ ਤੇ ਮਿੱਡੂ ਖੇੜੇ ਦਾ ਕਤਲ ਹੋਇਆ ਨਾ, ਤੇ ਜਿਹੜੇ ਬੰਦੇ ਕਤਲ ਕਰਕੇ ਗਏ ਸੀ ਉਹਨਾਂ ਨੂੰ ਸੰਭਾਲਿਆ ਇਹਨੇ ਸੀ, ਉਹ ਇਹ ਦੋਸ਼ ਲਾ ਰਹੇ। ਠੀਕ ਹੈ ਭੈਣ ਜੀ। ਲੇਕਿਨ ਬਾਕੀ 4 ਗੈਂਗਸਟਰ ਨੇ ਗਰੁੱਪ, ਉਹ ਕਹਿੰਦੇ ਬਿਲਕੁਲ ਗਲਤ। ਕਹਿੰਦਾ ਅਸੀਂ ਮਾਰਿਆ ਨਾ, ਅਸੀਂ ਗੁਰਲਾਲ ਨੂੰ ਮਾਰਿਆ, ਮਿੱਡੂ ਅਸੀਂ ਮਾਰਿਆ, ਬਿਲਕੁਲ ਗਲਤ। ਸਾਡੀ ਉਹ ਕੋਈ ਸਾਂਝ ਨਹੀਂ ਹੈਗੀ ਮੂਸੇਵਾਲੇ ਦਾ, ਅਸੀਂ ਬਿਲਕੁਲ ਨਹੀਂ ਕਹਿੰਦੇ ਕੋਈ। ਸਾਡੀ ਸਿਰਫ ਉਹਦੀ ਕਲਾਕਾਰ ਤੇ ਸਾਂਝ ਹੈਗੀ, ਉਹ ਤਾਂ ਸਤਿਕਾਰ ਕਰਦੇ, ਤਦ ਅਸੀਂ ਬਦਲਾ ਲੈ ਰਹੇ ਤੁਹਾਡੇ ਕੋਲ। ਇਸ ਕਰਕੇ ਦੋਵੇਂ ਆਪਸ ਸਾਹਮਣੇ ਨੇ ਜੀ। ਜੀ ਹਾਂਜੀ। ਇੱਕ ਭਾਜੀ ਸਵਾਲ ਇਹ ਹੈ ਕਿ ਹੁਣ ਤੁਸੀਂ ਕਹਿ ਰਹੇ ਕਿ ਹੁਣ ਸਾਰੇ ਲੀਡਰ ਬੁੱਲਟ ਪ੍ਰੂਫ ਗੱਡੀਆਂ ਬਣਾਉਣਗੇ ਜਾਂ ਕੋਈ ਹੈ? ਲੀਡਰ ਨਹੀਂ ਕਹਿ ਰਹੇ, ਹਾਲੀਵੁੱਡ ਦੇ ਕੋਲੋਂ ਤਾਂ ਪਹਿਲਾਂ ਹੀ ਹੈਗੀਆਂ ਬਾਲੀਵੁੱਡ, ਤੇ ਇੱਕ ਉੱਥੋਂ ਦਾ ਜਿਹੜਾ ਬਿਹਾਰ ਦਾ ਬਿਹਾਰਵੁੱਡ, ਤੇ ਪੰਜਾਬਵੁੱਡ ਤਾਂ ਹੈ, ਬਾਲੀਵੁੱਡ ਤੇ ਹੈਗਾ ਹੀ ਹੈਗਾ, ਹਾਲੀਵੁੱਡ ਤੇ ਬਾਲੀਵੁੱਡ ਤੇ ਬਿਹਾਰਵੁੱਡ। ਉਹ ਕਲਾਕਾਰ ਜਿਹੜੇ ਨੇ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ। ਅੱਛਾ, ਉਹਨਾਂ ਦੀ ਗੱਲ। ਇਹ ਦੂਸਰਾ ਇੱਕ ਹੋਰ ਸਵਾਲ ਆ, ਉਹ ਕੀ ਮਜੀਠੀਆ ਸਾਹਿਬ ਬਾਹਰ ਆ ਗਏ? ਸਿੱਧੂ ਦਾ ਕੋਈ ਬਿਆਨ ਨਹੀਂ ਆਇਆ ਇਹਦੇ ਬਾਰੇ, ਥੈਂਕ ਦੱਸਿਓ। ਇਹਨਾਂ ਨੂੰ ਸਿੱਧੂ ਸਾਹਿਬ ਤੇ ਮਜੀਠੀਆ ਸਾਹਿਬ ਨਾਲ ਜ਼ਿਆਦਾ ਹੀ ਲਗਾਇਆ। ਕਿਉਂ ਭੈਣ ਜੀ? ਪਤਾ ਲੱਗਾ ਮਾੜਾ ਜਿਹਾ, ਪਤਾ ਨਹੀਂ ਝੂਠ ਆ ਕਿ ਸੱਚ ਆ, ਗੱਲ ਪਤਾ ਲੱਗਾ ਥੋੜੀ ਵੀ ਖਰੇ। ਅਗਲਾ ਪੰਜਾਬ ਸੁਣ ਲਿਆ ਕਰੋ, ਸਾਰਾ ਸੱਚ ਮਿਲਦਾ ਹੈ। ਐਵੇਂ ਸੋਸ਼ਲ ਨੈਟਵਰਕ ਮੀਡੀਆ ਤੇ ਨਾ ਕੁਝ ਕੰਮ ਕਰਿਆ ਕਰੋ, ਘਰ ਦੇ ਭਾਂਡੇ ਭੁੰਡੇ ਸਾਫ਼ ਕਰਿਆ ਕਰੋ, ਸਫਾਈ ਕਰਿਆ ਕਰੋ। ਸੋਸ਼ਲ ਮੀਡੀਆ ਤੇ ਨਹੀਂ ਸੁਣਿਆ ਅਸੀਂ ਕਿਤੇ ਬਾਹਰੋਂ ਹੀ ਸੁਣਿਆ ਆ। ਬਾਹਰੋਂ ਨਾ ਸੁਣਿਆ ਕਰੋ, ਰਗਲਾ ਪੰਜਾਬ ਸੁਣਿਆ ਕਰੋ ਤੁਸੀਂ। ਮੈਂ ਦੱਸਦਾ ਬੀਬੀ ਜੀ, ਮੈਂ ਦੱਸਦਾ ਅਸੀਂ ਬੀਬੀ ਜੀ ਇਹ ਗੱਲ ਕਰ ਚੁੱਕੇ ਆ
ਸਾਨੂੰ ਇਹ ਗੱਲ ਦਾ ਪਤਾ ਤੁਸੀਂ ਬਿਜ਼ੀ ਹੋ, ਅੱਜ ਕੱਲ੍ਹ ਤੁਹਾਨੂੰ ਘੱਟ ਸਮਾਂ ਮਿਲਦਾ। ਮੈਂ ਫਿਰ ਦੱਸ ਦਿਆਂ, ਅੱਛਾ ਸਿੱਧੂ ਸਾਹਿਬ ਨੂੰ ਇੱਕ ਕੇਸ ਜ਼ਮਾਨਤ ਮਿਲੀ ਸੀ। ਹਾਂ ਉਹ ਕੇਸ ਇਹ ਨਹੀਂ ਡਰੱਗ ਵਾਲਾ ਕੇਸ ਨਹੀਂ, ਉਹ ਦੂਸਰਾ ਕੇਸ ਸੀ, ਕਿਉਂਕਿ ਸੁਖਬੀਰ ਸਿੰਘ ਬਾਦਲ ਜੋ ਡਿਪਟੀ ਮੁੱਖ ਮੰਤਰੀ ਹੁੰਦੇ ਸੀ, ਅਕਾਲੀ ਦਲ ਦੇ ਪ੍ਰਧਾਨ ਸੀ, ਸਰਕਾਰ ਉਹਨਾਂ ਦੀ ਸੀ। ਉਹ ਕਹਿੰਦੇ ਪੁੱਛਿਆ ਜੀ ਧਰਨੇ ਲੱਗੇ, ਕਹਿੰਦੇ ਵਿਹਲੇ ਲੋਕਾਂ ਦਾ ਕੰਮ ਆ। ਤੇ ਜਦੋਂ ਲੋਕਾਂ ਨੇ 2017 ਉਹਨਾਂ ਨੂੰ ਵਿਹਲੇ ਕਰਤਾ, ਮੁੜ ਕੇ ਉਸ ਜਗ੍ਹਾ ਤੇ ਜਾ ਕੇ ਉਹ ਬਹਿ ਗਏ ਸੀ। ਹਰੀਕੇ ਪੁਲ ਦੇ ਉੱਤੇ ਇਹਨਾਂ ਨੂੰ ਜਾ ਕੇ ਧਰਨਾ ਲਾਇਆ ਸੀ। ਉਸ ਕੇਸ ਜ਼ਮਾਨਤ ਮਿਲੀ ਸੀ ਸਿੱਧੂ ਨੂੰ, ਆਪਣੇ ਮਜੀਠੀਆ ਸਾਹਿਬ ਨੂੰ ਜੀ। ਤੇ ਜਿਹੜੀ ਡਰੱਗ ਵਾਲੇ ਕੇਸ ਉਹ ਸੁਣਵਾਈ ਹੋ ਚੁੱਕੀ ਆ, ਅਜੇ ਤੱਕ ਹਾਈ ਕੋਰਟ ਨੇ ਉਹ ਫੈਸਲਾ ਜੇ ਰਾਖਵਾ ਰੱਖਿਆ ਆਪਣੇ ਕੋਲੇ ਜੀ। ਲੇਕਿਨ ਜਿਹੜਾ ਐਫੀਡੇਵਿਟ ਪਿਛਲੇ ਸਿੱਟ ਨੇ, ਮੈਂ ਤਾਂ ਕਹਿੰਦਾ ਸੀ ਗੁਰਚਰਨ ਸਿੰਘ ਸੰਧੂ ਜਿਹੜੇ ਨੇ ਉਹ ਚੁੱਪ ਚੁਪੀਤੇ ਕੰਮ ਕਰਨ ਵਾਲੇ ਅਫਸਰ ਨੇ, ਅੱਜ ਉਹਨਾਂ ਨੂੰ ਇੱਥੇ ਕਰਕੇ ਉਹਨਾਂ ਜਲੰਧਰ ਦਾ ਕਮਿਸ਼ਨ ਵੀ ਲਾ ਦਿੱਤਾ ਨਾਲ। ਮੇਰੀ ਗੱਲ ਵੀ ਹੋਈ ਸੀ ਮੇਰੇ ਨਾਲ, ਪੁਰਾਣੇ ਸੰਬੰਧ ਬੜੀ ਹੋਰ ਤਰੀਕੇ ਤੇ ਗੱਲ ਕਰਦੇ ਹੁੰਦੇ ਪਿਆਰ ਦੇ ਨਾਲ। ਤੇ ਮੈਂ ਕਿਹਾ ਜੀ ਇਹ ਬੜਾ ਬੰਦਾ ਚੁੱਪ ਚੁਪੀਤੇ ਕੰਮ ਕਰ ਜਾਂਦਾ, ਉਹ ਕਰ ਗਿਆ। 8 ਪੁਆਇੰਟ ਦਿੱਤੀ, 8 ਪੁਆਇੰਟ ਜਿਹੜੇ ਦਿੱਤੇ ਉਹਨੇ ਆਪਣੀ ਐਫੀਡੇਵਿਟ, ਇੱਕ ਪੁਆਇੰਟ ਦੀ ਵੈਲਿਊ ਹੁੰਦੀ ਉਹਦੇ ਵਿੱਚ। ਇਸ ਕਰਕੇ ਹਾਲ ਦੀ ਕਿਹੜੀ ਹਾਈ ਕੋਰਟ ਚ ਪੈਂਡਿੰਗ ਆ, ਮਜੀਠੀਆ ਸਾਹਿਬ ਅੰਦਰ ਨੇ, ਹਾਲ ਦੀ ਕੋਈ ਚੌਂਸ ਨਹੀਂ, ਕੋਈ ਪੋਲੀਟੀਕਲ ਤੌਰ ਤੇ ਗੱਲ ਬਣਦੀ ਕੁਛ ਨਹੀਂ। ਜੇ ਕਿਤੇ ਕਾਨੂੰਨੀ ਤੌਰ ਤੇ ਗਈ ਤੇ ਬਾਹਰ ਹੋਣਾ ਬੜਾ ਮੁਸ਼ਕਲ। ਪਰ ਸਾਹਿਬ ਜੇ ਸੋਸ਼ਲ ਨੈਟਵਰਕ ਮੀਡੀਆ 92-93 ਚ ਆਇਆ ਹੁੰਦਾ, 91-92 ਚ ਆਇਆ ਹੁੰਦਾ ਤੇ ਹਾਲਾਤ ਬੜੇ ਕੁਝ ਹੋਰ ਹੋਣੇ ਸੀ ਹਨਾ। ਉਦੋਂ ਪਹਿਲਾਂ ਵੀ ਆਇਆ ਹੁੰਦਾ, ਕੋਈ 82-83 ਚ ਆਇਆ ਹੁੰਦਾ ਕਿਤੇ, ਹਾਂਜੀ ਬਹੁਤ ਕੁਝ ਹੋਰ ਹੋਣਾ ਸੀਗਾ। ਫਿਰ ਭਗਤ ਪੂਰਨ ਸਿੰਘ ਵੀ ਮਲਖਾ ਰਾਜ ਸਭਾ ਦੇ ਮੈਂਬਰ ਹੁੰਦੇ, ਪਰ ਉਹਨਾਂ ਲੈਣੀ ਨਹੀਂ, ਟੋਕਰੇ 'ਚ ਪਾ ਕੇ ਲੈ ਕੇ ਸੋਨੇ ਦਾ ਟੋਕਰਾ ਬਣਾ ਕੇ ਵੀ ਲੈ ਆਉਂਦੇ ਨਾ, ਵੀ ਆਹ ਲਓ ਜੀ ਫੜੋ ਰਾਜ ਸਭਾ ਦੀ ਮੈਂਬਰਸ਼ਿਪ ਤੁਹਾਡੇ ਲਈ। ਅੱਗੇ ਉੱਥੇ ਜਾ ਕੇ ਵੀ ਦੇਖੋ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਆਮ ਆਦਮੀ ਪਾਰਟੀ ਨੇ ਸੰਭਾਲ ਲਿਆ। ਜੇ ਆਮ ਆਦਮੀ ਸੰਭਾਲਣੀ ਚਾਹੀਦੀ, ਤੁਹਾਨੂੰ ਹੀ ਪਤਾ ਵੀ ਕਿਹੜੇ ਬੰਦੇ ਨੂੰ ਰਾਜ ਮੈਂਬਰ ਲਿਜਾ ਰਹੇ ਸੀ। ਉਹ 7 ਸੀਟਾਂ ਖਾਲੀ ਪਈਆਂ ਨੇ, ਉਹ 7 ਸੀਟਾਂ ਜਿਹੜੀਆਂ ਕਰਨੀਆਂ ਨੇ ਉਹ ਰਾਸ਼ਟਰਪਤੀ ਨੇ ਪੁਰ ਕਰਨੀਆਂ ਨੇ। ਇੱਕ ਇਸ਼ਾਰਾ ਕਰਨਾ ਸੀ, ਇਹਨੂੰ ਪਾ ਦਿਓ ਜੀ, ਕਹਿ ਜਾਣਾ ਸੀ। ਗੱਲਬਾਤ ਵੀ ਹੋ ਗਈ ਸਾਡੀ, ਭਾਵੇਂ ਬਾਬਾ ਸੀਚਾ ਜੋ ਮਰਜ਼ੀ ਕਹੀ ਜਾਏ। ਇਹ ਚਲੋ ਭਗਵੰਤ ਮਾਨ ਪਹਿਲਾ ਮੌਕਾ ਸੰਭਾਲ ਗਿਆ, ਲੈ ਗਿਆ, ਪਹਿਲਾਂ ਵੱਖਰੀ ਗੱਲ ਆ। ਫਿਰ ਮੈਂ ਸੋਚਦਾ ਵੀ ਬਾਬੇ ਸੀਚਾ ਜਿਹੜਾ ਕੰਮ ਕਰ ਰਿਹਾ ਸੀ ਉਹ ਰਾਜ ਸਭਾ ਨੂੰ ਜ਼ਿਆਦਾ ਮਹੱਤਵਪੂਰਨ। ਹੁਣ ਉਹਦੇ ਇੱਕ ਟੈਗ ਲੱਗ ਗਿਆ ਕਿ ਆਮ ਆਦਮੀ ਪਾਰਟੀ ਦਾ ਬੰਦਾ ਜੀ, ਕੱਲ ਨੂੰ ਕੇਜਰੀਵਾਲ ਦੇ ਖਿਲਾਫ ਬੋਲੂ, ਪਹਿਲੀ ਬੋਲੂ। ਚਲੋ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਸਭ ਤੋਂ ਪਹਿਲਾਂ ਰੰਗਲਾ ਪੰਜਾਬ ਰੇਡੀਓ ਤੇ ਆਏ ਸੀ, ਸਭ ਤੋਂ ਪਹਿਲਾਂ ਕੈਨੇਡਾ ਦੀ ਧਰਤੀ ਤੇ। ਨਾ ਉਹ ਮੁਨਕਰ ਹੋ ਸਕਦੇ, ਨਾ ਉਹਨਾਂ ਨੂੰ ਲਿਆਉਣ ਵਾਲੇ ਮੁਨਕਰ ਹੋ ਸਕਦੇ। 25 ਸਾਲ ਦਾ ਸਫ਼ਰ ਐਵੇਂ ਨਹੀਂ ਆ ਪੱਟੀ ਸਾਹਿਬ। ਬਿਲਕੁਲ ਆਪਾਂ ਜ਼ਿਕਰ ਵੀ ਕੀਤਾ ਪਹਿਲਾਂ ਜੀ। ਸਭ ਤੋਂ ਪਹਿਲਾਂ ਰੰਗਲਾ ਪੰਜਾਬ ਓਕਵਿਲ ਆਏ ਸੀ, ਸਭ ਤੋਂ ਪਹਿਲਾਂ ਰੰਗਲਾ ਪੰਜਾਬ ਦੇ ਵਿੱਚ ਆਏ ਸੀ। ਇਹ ਉਹਨਾਂ ਦੀ ਵਰਡਿੰਗ ਆ। ਮੈਂ ਕਿਹਾ ਵੀ ਡਿਜੀਟਲ ਯੁੱਗ ਉਦੋਂ ਹੁੰਦਾ ਤੇ ਮੇਰੇ ਕੋਲ ਸ਼ਾਇਦ ਰਿਕਾਰਡਿੰਗਾਂ ਹੁੰਦੀਆਂ, ਸਭ ਕੁਝ ਹੁੰਦਾ, ਤੁਸੀਂ ਵੀ ਸੁਣਦੇ ਵੇਖਦੇ ਕੀ ਕੁਝ ਹੋਇਆ, ਕਿੰਨਾ ਮਾਇਆ ਕਤਰ ਹੋਈ ਸੀ, ਕਿੰਨੀ ਮਾਇਆ ਕਤਰ ਹੋਈ ਸੀ, ਕਿਵੇਂ ਮਾਇਆ ਕਤਰ ਹੋਈ ਸੀ, ਕਿਵੇਂ ਲੋਕਾਂ ਨੇ ਝੋਲੇ ਭਰੇ ਸੀ। ਇਕੱਲੇ ਉਹੀ ਨਹੀਂ, ਹੋਰ ਵੀ ਮਹਾਂਪੁਰਖ ਸਤਿਕਾਰਯੋਗ ਬੜੇ ਆਏ। ਜੀ ਵਿਕਰਮਜੀਤ ਸਿੰਘ ਸਾਨੀ ਦੀ ਰਾਜ ਸਭਾ ਦੀ ਮੈਂਬਰਸ਼ਿਪ ਤੇ ਮੋਹਰ ਲੱਗ ਗਈ ਦੋਨਾਂ ਜਣਿਆਂ ਦੀ। ਚਲੋ ਪੰਜਾਬ ਦੇ ਹਿੱਤ ਵਿੱਚ ਬੋਲਣ ਉਹ ਗੱਲ ਵੱਖਰੀ ਹੈ, ਮਨੁੱਖਤਾ ਵਾਸਤੇ ਬੋਲਣ ਉਹ ਵੀ ਗੱਲ ਵੱਖਰੀ ਹੈ, ਤੇ ਬੋਲਣ ਜ਼ਰੂਰ। ਕਿਉਂਕਿ ਅਸੀਂ ਪਹਿਲਾਂ ਵੇਖਦੇ ਹੁੰਦੇ ਸੀ ਕਿ ਫਿਲਮ ਨਗਰੀ ਦੀਆਂ ਹੀਰੋ ਜਿਹੜੇ ਰਾਜ ਸਭਾ ਦੇ ਮੈਂਬਰ ਹਨਾ, ਉਦੋਂ ਸਾਨੂੰ ਸ਼ਾਇਦ ਇੰਨੀ ਸਮਝ ਵੀ ਨਹੀਂ ਸੀ ਵੀ ਇਹ ਕੱਲ੍ਹ ਹੀ ਚੁਣੇ ਜਾਂਦੇ, ਕਿਉਂ ਚੁਣੇ ਜਾਂਦੇ ਨੇ ਹਨਾ। ਪਰ ਹੁਣ ਇਹ ਸਮਝ ਆ ਕਿ ਰਾਜ ਸਭਾ ਦੇ ਮੈਂਬਰ ਜਿਹੜੇ ਨੇ, ਲੋਕ ਸੋਸ਼ਲ ਨੈਟਵਰਕ ਮੀਡੀਆ ਸਟੱਡੀ ਕਰਦੇ ਨੇ ਵੀ ਕਿਉਂ ਚੁਣੇ ਜਾਂਦੇ ਨੇ, ਕਦ ਲਈ ਚੁਣੇ ਜਾਂਦੇ ਨੇ। ਹਾਂਜੀ, ਜੇ ਥੱਲੇ ਉਹਨੇ ਤੇ ਉੱਤੇ ਮੋਹਰ ਲਵਾਉਣੀ, ਜੇ ਉੱਤੋਂ ਉਹਨੇ ਥੱਲੇ ਮੋਹਰ ਕਿਵੇਂ ਲੱਗਣੀ, ਕਿਵੇਂ ਫੈਸਲੇ ਬਦਲਣੇ ਨੇ, ਉਹ ਲੋਕ ਕਿਉਂ ਨਹੀਂ। ਰੇਖਾ ਚੁਣੀ ਗਈ ਸੀ, ਉਹਦੇ ਬਾਰੇ ਸਟੋਰੀ ਆਈ ਸੀ, ਕਿੰਨੀ ਦਿਨ ਗਈ। ਸਚਿਨ ਚੁਣਿਆ ਗਿਆ, ਕਿੰਨੇ ਦਿਨ ਗਿਆ, ਕੀ ਸੁੱਖ ਸਹੂਲਤਾਂ ਨੇ, ਕੀ ਸਿਕਿਉਰਟੀਆਂ ਨੇ, ਕੀ ਕੁਝ ਮਿਲਦਾ ਇਹਨਾਂ ਨੂੰ, ਉਹ ਡੈਟਸ ਅ ਡਿਫਰੈਂਟ ਸਟੋਰੀ। ਪਰ ਚਲੋ ਪੰਜਾਬ ਦੇ ਹਿੱਤ ਦੇ ਵਿੱਚ, ਜੇ ਮੈਂ ਕਹਿੰਦਾ ਪੰਜਾਬ ਨਹੀਂ, ਜਿਸ ਵੀ ਸੂਬੇ ਦੇ ਵਿੱਚੋਂ ਤੁਸੀਂ ਚੁਣ ਕੇ ਜਾਂਦੇ ਹੋ ਹਨਾ, ਜਿਸ ਵੀ ਸੂਬੇ ਦੇ ਰਾਜ ਸਭਾ ਦੇ ਮੈਂਬਰ ਚੁਣ ਕੇ ਜਾਂਦੇ ਹੋ, ਤੁਹਾਡਾ ਅਖਲਾਕੀ ਫਰਜ਼ ਆ ਉਸ ਸੂਬੇ ਦਾ ਨਮਕ ਹਰਾਮ ਨਾ ਕਰੋ, ਅਕਿਰਤਕਾਰ ਨਾ ਹੋਵੋ, ਉਸ ਸੂਬੇ ਪ੍ਰਤੀ ਤੁਸੀਂ ਜਵਾਬ ਦਿਓ। ਦੈਟਸ ਇਟ, ਨਿਬੜ ਗਈ ਸਟੋਰੀ, ਹੋਰ ਗੱਲ ਹੀ ਕੋਈ ਨਹੀਂ। ਜਿਸ ਵੀ ਸੂਬੇ ਦੇ ਪ੍ਰਤੀ ਤੁਸੀਂ ਚੁਣ ਕੇ ਗਏ ਹੋ, ਉਸ ਸੂਬੇ ਪ੍ਰਤੀ ਬੋਲਣਾ, ਉਸ ਦੀ ਮਤਲਬ ਆਵਾਜ਼ ਬੁਲੰਦ ਕਰਨੀ ਤੁਹਾਡਾ ਅਖਲਾਕੀ ਫਰਜ਼ ਹੈ।
ਜੇ ਨਹੀਂ ਕਰਦੇ ਤਾਂ ਫਿਰ ਤੁਸੀਂ ਉਸ ਮਤਲਬ ਬਾਬੇ ਦੀ ਬਾਣੀ, ਅਸੀਂ ਤੇ ਬਾਬੇ ਦੀ ਬਾਣੀ ਦੀ ਗੱਲ ਕਰਨੀ ਹੈ, ਫਿਰ ਕਿਰਤ ਘਨ ਮੰਦੀ ਹੂੰ ਮੰਦੇ, ਦੈਟਸ ਇਟ। ਚਾਹੇ ਬੰਬੇ ਤੋਂ ਚੁਣ ਕੇ ਆਇਓ, ਹਰਿਆਣੇ ਤੋਂ ਚੁਣ ਕੇ ਆਇਓ, ਹਿਮਾਚਲ ਤੋਂ ਚੁਣ ਕੇ ਆਇਓ, ਕਿਤੋਂ ਵੀ ਚੁਣ ਕੇ ਆਇਓ, ਪੰਜਾਬ ਤੋਂ ਚੁਣ ਕੇ ਆਏ, ਤੁਹਾਡੇ ਪੰਜਾਬ, ਹਰਿਆਣਾ, ਹਿਮਾਚਲ, ਬੰਬੇ, ਉਸ ਪ੍ਰਤੀ, ਉਹਨਾਂ ਸੂਬਿਆਂ ਪ੍ਰਤੀ ਜਿਹੜੀ ਆਵਾਜ਼ ਆ, ਉਹ ਤੁਹਾਡਾ ਹੱਕ ਬਣਦਾ। ਉੱਥੇ ਜਾ ਕੇ ਤੁਹਾਨੂੰ ਚੁਣ ਕੇ ਭੇਜਿਆ ਲੋਕਾਂ ਨੇ, ਵੀ ਤੁਹਾਡੇ ਤੇ ਵਿਸ਼ਵਾਸ ਕੀਤਾ ਵੀ ਇਹ ਸ਼ਖਸੀਅਤਾਂ ਸਾਡੀ ਆਵਾਜ਼ ਬਣ ਕੇ ਉੱਥੇ ਸਾਡੀ ਆਵਾਜ਼ ਬਣਨਗੀ। ਕਿਉਂ ਜੀ? ਬਿਲਕੁਲ ਤੁਹਾਡੀ ਗੱਲ ਸੀ। ਜਿਸ ਵਾਸਤੇ ਰਾਜ ਸਭਾ ਬਣੀ ਸੀ ਨਾ, ਉਹਦੇ ਤੁਸੀਂ ਕੋਹਾ ਦੂਰ ਕਿਉਂ ਚਲੇ ਗਏ? 10 ਉਮੀਦਵਾਰ ਖੜੇ ਕੀਤੇ ਕਾਂਗਰਸ ਨੇ, ਸੇਮ ਸਟੇਟ ਦਾ ਇੱਕ ਵੀ ਉਮੀਦਵਾਰ ਨਹੀਂ। ਸੁਰਜੇਵਾਲਾ ਨੂੰ ਰਾਜਸਥਾਨ ਤੋਂ, ਹਰਿਆਣੇ ਦਾ ਵਾ, ਅਜੇ ਮਾਨਕ ਦਿੱਲੀ ਦਾ, ਉਹਨੂੰ ਹਰਿਆਣੇ ਤੋਂ। ਜਿਹੜੀ ਅਸੀਂ ਕਹਿੰਦੇ ਡਿਸਪਲਿਨ ਪਾਰਟੀ ਹੈਗੀ ਆ, ਆਂਧਰਾ ਪ੍ਰਦੇਸ਼ ਤੋਂ ਸੀਤਾ ਹੈਗੀ ਹੈ ਨਿਰਮਲਾ ਸੀਤਾਰਮਨ, ਉਹਨੂੰ ਕਰਨਾਟਕ ਤੋਂ ਚੁਣ ਲਈ ਜਾ ਰਹੀ ਹੈ ਰਾਜ ਸਭਾ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਮੈਂ ਫਿਰ ਉਸ ਸੂਬੇ ਪ੍ਰਤੀ ਬੋਲਣਗੇ ਨਾ, ਉਹ ਉਸੇ ਸਟੇਟ ਤੋਂ ਬੰਦਾ ਲਿਆ ਜਾਵੇ, ਉਹਨੂੰ ਆਪਣੇ ਉਹਨੂੰ ਖਿੱਤੇ ਦਾ ਪਤਾ ਹੁੰਦਾ, ਆਪਣੇ ਸੂਬੇ ਦਾ ਪਤਾ ਹੁੰਦਾ, ਆਪਣੀ ਆਵਾਜ਼ ਬੁਲੰਦ ਕਰ ਸਕਦਾ ਜਾ ਕੇ। ਜੇ ਇਹਨਾਂ ਨੇ ਖੇਡ ਖੇਡੀ, ਪਰ ਉਹ ਤਾਂ ਉਸ ਸੂਬੇ ਪ੍ਰਤੀ ਬੋਲੂਗਾ ਨਾ। ਅੱਜ ਜਿਹੜੇ ਦਿੱਲੀ ਤੋਂ ਚੁਣੇ ਗਏ ਨੇ ਪੰਜਾਬ ਦੇ ਵਿੱਚ, ਪੰਜਾਬ ਵਾਲਿਆਂ ਨੇ, ਉਹ ਤਾਂ ਫਿਰ ਕੁਝ ਘਾਲਾ ਮਾਲਾ ਕਰਨਗੇ। ਇਹ ਤਾਂ ਹੱਥਾਂ ਨਾਲ ਦਿੱਤੀਆਂ ਹੋਈਆਂ ਦੰਦਾਂ ਨਾਲ ਖੋਲਣਗੀਆਂ ਨਾ। ਬਿਲਕੁਲ ਬਿਲਕੁਲ ਬਿਲਕੁਲ। ਇਹ ਤਾਂ ਫਿਰ ਇਹੀ ਤੇ ਗੱਲ ਆ। ਅੱਜ ਤੁਸੀਂ ਮਾਫ ਕਰਨਾ, ਅਸੀਂ ਭਗਵੰਤ ਮਾਨ ਦੇ ਵਿਰੋਧੀ ਨਹੀਂ, ਠੀਕ ਹੈ, ਪਰ ਜਦੋਂ ਤੁਸੀਂ ਸਵਾਲ ਕਰੋਗੇ, ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਹੀ ਸਵਾਲ ਹੋਣਗੇ। 23 ਮਹਿਕਮੇ ਉਹਦੇ ਕੋਲ ਨੇ, 23 ਹੁਣ ਤਾਂ 29 ਹੋ ਗਏ ਜੀ। 29 ਮਹਿਕਮਿਆਂ ਦੀਆਂ ਫਾਈਲਾਂ ਵੇਖਣੀਆਂ, ਉਹਨਾਂ ਤੇ ਕੰਮ ਕਰਨਾ, ਉਹਨਾਂ ਨੂੰ ਗਾ ਜਵਾਬ ਦੇਣਾ ਆਫੀਸਰਸ ਨੂੰ, ਉਹ ਕਿਹਦੀ ਜ਼ਿੰਮੇਵਾਰੀ ਹੈ? 29 ਮਹਿਕਮੇ ਦੇ ਮੁਖੀ ਦੀ ਹੈ ਕਿ ਨਹੀਂ ਹੈ? ਬਿਲਕੁਲ। ਤੇ ਫਿਰ ਕਿਵੇਂ ਰਨ ਕਰਨਗੇ? ਫਿਰ ਦਿਨ ਰਾਤ ਫਿਰ ਪਰੇਸ਼ਾਨ, ਦੁਖੀ ਸੁਖੀ ਲੋਕ ਉਹਨਾਂ ਕੋਲ ਆਉਣਗੇ, ਉਹਨਾਂ ਨੂੰ ਮੌਕਾ ਕਿਵੇਂ ਦੇਣਗੇ ਉਹ? ਇਸ ਕਰਕੇ ਉਹਨਾਂ ਨੂੰ ਵੰਡਣਾ ਪਊਗਾ, ਕੰਮ ਦਾ ਭਾਰ ਹੌਲਾ ਕਰਨਾ ਪਊਗਾ। ਜੇ ਨਹੀਂ ਕਰਦੇ ਤੇ ਫਿਰ ਜਵਾਬ ਦੇ ਆ। ਚਲੋ ਮੈਂ ਐਗਜ਼ਾਮਪਲ ਛੋਟੀ ਜੀ ਦੇ ਦਿੰਦਾ। ਅੱਜ ਮਤਲਬ ਅਰਸ਼ ਨੇ ਕਿਹਾ ਕਿ ਡੈਡ ਤੁਸੀਂ ਇਹ ਜਾਣਾ ਵਾ, ਆਹ ਕੰਮ ਜ਼ਰੂਰੀ ਆ, ਤੁਹਾਡਾ ਜਾਣਾ ਜ਼ਰੂਰੀ ਆ, ਹੈ ਨਾ। ਮੈਂ ਸ਼ੋਅ ਕਰ ਲਵਾਂਗਾ, ਕਿਉਂਕਿ ਸਰਦਾਰ ਸਤਿੰਦਰਪਾਲ ਸਿੰਘ ਜੀ ਸਿੱਧਵਾਂ, ਮੇਰੇ ਬੇਟੇ ਦੀ ਸ਼ਾਦੀ ਸੀ, ਉੱਥੇ ਸਪੈਸ਼ਲ ਇੱਥੋਂ ਕੈਨੇਡਾ ਤੋਂ ਗਏ ਤੇ ਸਿੱਧਵਾਂ ਤੋਂ ਉੱਥੇ ਆਏ ਪੰਜਾਬ ਦੇ ਵਿੱਚ। ਤੁਸੀਂ ਵੀ ਉੱਥੇ ਸੀ ਨਹੀਂ? ਤੇ ਮੇਰਾ ਨਹੀਂ ਫਰਜ਼ ਬਣਦਾ ਉੱਥੇ ਜਾਣਾ, ਕਿਉਂਕਿ ਮੈਨੂੰ ਦੱਸਿਆ ਕਿੰਨੇ, ਅਰਸ਼ ਨੇ, ਕਿ ਅੱਜ ਤਰੀਕ ਵਾ, ਜੇ ਤੁਸੀਂ ਸ਼ੋਅ ਕਰੋਗੇ ਲੇਟ ਹੋ ਜਾਓਗੇ, ਲੇਟ ਪਹੁੰਚੋਗੇ ਫਾਇਦਾ ਨਹੀਂ, ਬਾਅਦ 'ਚ ਪਹੁੰਚੋਗੇ ਕੀ ਫਾਇਦਾ, ਹੈ ਨਾ। 11 ਵਜੇ ਗਏ ਤੁਸੀਂ, ਐਟਲੀਸਟ ਟਾਈਮ ਨਾ ਪਹੁੰਚੋ। ਇਹ ਜ਼ਿੰਮੇਵਾਰੀਆਂ ਨੇ, ਸੰਭਾਲਣੀਆਂ ਪੈਣਗੀਆਂ, ਵੇਖਣੀਆਂ ਪੈਣਗੀਆਂ, ਵਿਚਾਰਨੀਆਂ ਪੈਣਗੀਆਂ। ਇਹ ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਦਿੱਤੀ ਤੁਹਾਨੂੰ, ਜ਼ਿੰਮੇਵਾਰੀਆਂ ਹੀ ਨੇ। ਇਹ ਜ਼ਿੰਮੇਵਾਰੀਆਂ, ਜੇ ਤੁਸੀਂ 29 ਮਹਿਕਮੇ ਆਪਣੇ ਕੋਲ ਆ ਕੇ ਬੈਠੇ ਹੋ, ਤੇ ਤੁਸੀਂ ਕੀ ਪ੍ਰੂਫ ਕਰਨਾ ਚਾਹੁੰਦੇ ਹੋ? ਤੁਸੀਂ ਅੱਜ ਤੁਹਾਡੀ ਉਹ ਬੜੀ ਗੱਲ ਚੱਲੀ ਸੀ ਉੱਥੇ, 3 ਸਟੇਜ, ਤਿੰਨ ਮੁੱਖ ਮੰਤਰੀ ਵਾਲੀ ਗੱਲ ਚੱਲੀ ਸੀ। ਸੁਣਨ ਵਾਲੇ ਸੁਣਦੇ ਨੇ ਪੱਟੀ ਸਾਹਿਬ ਤੁਹਾਨੂੰ। ਰਾਤ ਲੇਟ ਤੁਸੀਂ ਗੱਲ ਕੀਤੀ ਸੀ ਵੀ 3 ਟੇਬਲ ਲੱਗੇ ਹੋਏ ਨੇ ਉੱਥੇ। ਉਹ ਕਹਿੰਦੇ ਚਾਵਲਾ ਸਾਹਿਬ ਦੱਸੋ। ਮੈਂ ਕਿਹਾ ਜੀ ਤੁਸੀਂ ਰਿਪੀਟ ਹੋ ਜਾਣਾ, ਸ਼ਾਮ ਨੂੰ ਸੁਣ ਲਿਓ। ਨਹੀਂ, ਕਹਿੰਦੇ 3 ਟੇਬਲ, 3 ਮੁੱਖ ਮੰਤਰੀ ਨੇ ਪੰਜਾਬ ਦੇ। ਫਿਰ ਮੈਂ ਕਿਹਾ ਤੁਸੀਂ ਸੁਣਿਆ ਹੋਊਗਾ, ਜਿੱਥੋਂ ਬੋਲੇ ਪੱਟੀ ਸਾਹਿਬ, ਤੁਸੀਂ ਅੰਦਾਜ਼ਾ ਲਾ ਲਓ। 12:33 ਤੇ ਅਗਲੀ ਕਾਲ ਲੈ ਲੈਣੇ ਜੀ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ। ਆਓ ਜੀ, ਜੀ ਚਾਵਲਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਲਓ, ਨਾ ਤਾਂ ਤੁਹਾਨੂੰ ਰੋਕਣਾ ਤੇ ਨਾ ਅੱਜ ਟੋਕਣਾ ਜੀ। ਨਾ ਰੋਕਣਾ ਤੇ ਨਾ ਟੋਕਣਾ। ਉਹਦਾ ਕਾਰਨ ਇਹ ਹੈ ਕਿ ਉਹ ਜਿਹੜਾ ਫੰਡਾ ਮੇਰੇ ਤੇ ਜਿਹੜੀ ਮੈਨੂੰ ਕਮਰਾ ਦਿੱਤਾ ਨਾ ਕਿਸੇ ਨੇ ਕਿਰਾਏ ਤੇ, ਹਨਾ, ਤੇ ਮੈਂ ਉਹਦੀਆਂ ਕੰਧਾਂ ਨਹੀਂ ਤੋੜ ਸਕਦਾ, ਨਾ ਮੈਂ ਮਰੋੜ ਸਕਦਾ, ਹਨਾ। ਤੇ ਇਸ ਕਰਕੇ ਹੁਣ ਆਪਾਂ YouTube Facebook ਤੇ ਆ, ਤੇ ਬਾਕੀ ਜਿੱਦਾਂ ਕਰੀ ਜਾਂਦੇ ਹੁਣ ਆਪਾਂ ਵੀ ਜਵਾਬ ਉਦਾਂ ਦੇ ਦਾਂਗੇ। ਚਲੋ ਕਰੋ ਤੁਸੀਂ ਗੱਲ। ਚਲੋ ਠੀਕ ਹੈ। ਅੱਛਾ, ਮੈਂ ਤਾਂ ਨਾ ਕੁਐਸਚਨ ਤੁਹਾਡੇ ਸੁਣਦਾ ਸੀ, ਠੀਕ ਚੱਲਦਾ ਹੈਗਾ ਕੰਮ। ਕੌਂਸਲ ਆਫ ਸਟੇਟ ਬਾਰੇ ਥੋੜ੍ਹਾ ਜਿਹਾ ਦੱਸਣਾ ਹੈ ਤੁਹਾਨੂੰ, ਜਿਹੜਾ ਤੁਸੀਂ ਕਹਿੰਦੇ ਹੋ ਨਾ ਵੀ ਉਸ ਸਟੇਟ ਦਾ ਹੋਣਾ ਚਾਹੀਦਾ।
ਦੇਖੋ ਸੰਵਿਧਾਨ ਆਪਣਾ ਸਾਰਿਆਂ ਨਾਲ ਵੱਡਾ ਰਿਟਨ ਕੰਸਟੀਟਿਊਸ਼ਨ ਹੈ ਤੇ ਬੈਸਟ ਡੈਮੋਕ੍ਰੇਸੀ ਦੇ ਵਿੱਚ ਬੈਸਟ ਗਿਣਿਆ ਜਾਂਦਾ ਹੈ। ਤੇ ਜਿਹੜੇ ਨਿਰਮਾਤਾ ਸੀ ਨਾ ਉਹਨਾਂ ਨੇ 2 ਸਾਲ ਲਾਤੇ ਸੀ ਤਕਰੀਬਨ ਬਣਾਉਣ ਨੂੰ ਇਹਨੂੰ ਵਾਸਤੇ, ਤੇ ਛੋਟੀ ਤੋਂ ਛੋਟੀ ਚੀਜ਼ ਵੀ ਉਹਦੇ ਵਿੱਚ ਮੈਂਸ਼ਨ ਕੀਤੀ ਸੀ, ਇਹਦਾ ਨਾਂ ਵੀ ਇਸ ਤਰ੍ਹਾਂ ਹੀ ਰੱਖਿਆ ਸੀ। ਸੋ ਇਸ ਕਰਕੇ ਇਹ ਜਿਹੜਾ ਸੀ ਨਾ ਸਿਰਫ ਕੌਂਸਲ ਸਟੇਟ ਬਣਾਇਆ ਸੀਗਾ ਵੀ ਕਿਸੇ ਵੀ ਦੇਸ਼ ਦੇ ਵਿੱਚ ਕੋਈ ਬੰਦਾ ਇਹਨੂੰ ਵੀ ਪੋਲੀਟੀਕਲ ਵਜ੍ਹਾ ਹੋਵੇ ਜ਼ਰੂਰ, ਹੁਣ ਤੇ ਪੋਲੀਟੀਕਲ ਤੇ ਹੋ ਗਿਆ ਨਾ ਵੀ ਉਹਨਾਂ ਨੇ ਕਰਨਾ ਜੇ ਨਾ ਕਰਨਾ, ਜਿਹੜਾ ਦੇਸ਼ ਜਾਂ ਕੌਮ ਲਈ ਸੋਚਦਾ ਹੋਵੇ, ਦੇਸ਼ ਲਈ ਸੋਚਦਾ ਹੋਵੇ, ਦੇਸ਼ ਲਈ ਡਿਵੈਲਪਮੈਂਟ ਵਾਸਤੇ ਕਰਦਾ ਹੋਵੇ, ਉਹ ਪੱਕਾ ਸਟੇਟ ਨਾਲ ਨਾ ਬੰਦਿਆ ਹੋਵੇ। ਜੇ ਆਪਾਂ ਸਾਰੀ ਸਟੇਟ ਸਾਰਾ ਜੇ ਇੱਕ ਪੰਜਾਬ ਅੱਗੇ ਨਿਕਲ ਜਾਏ ਦੂਜੇ ਸਟੇਟ ਸਾਰੇ ਪਿੱਛੇ ਰਹਿ ਜਾਣ, ਕੱਲਾ ਪੰਜਾਬ ਕੁਝ ਨਹੀਂ ਕਰ ਸਕਦਾ। ਸੋ ਇਸ ਕਰਕੇ ਉਹਨਾਂ ਨੇ ਇਸੇ ਕਰਕੇ ਇਹਨਾਂ ਕੌਂਸਲ ਸਟੇਟ ਬਣਾਈ ਸੀ ਕਿ ਪ੍ਰੋਮੀਨੈਂਟ ਤੇ ਐਮੀਨੈਂਟ ਤੇ ਜਿਹੜੇ ਆਪਾਂ ਆਪਣੀ ਪ੍ਰੋਫੈਸ਼ਨ ਦੇ ਵਿੱਚ ਮਤਲਬ ਉਹ ਹੋਰ ਉਹਨਾਂ ਬੰਦਿਆਂ ਨੂੰ ਲਾਇਆ ਜਾਵੇ, ਕਿਉਂਕਿ ਉਹ ਜਿਹੜੇ ਨੇ ਪੋਲਿਟਿਕਸ ਦੇ ਵਿੱਚ ਘੱਟ ਆਉਂਦੇ ਨੇ, ਇਲੈਕਸ਼ਨਾਂ ਨਹੀਂ ਲੜਦੇ। ਸੋ ਇਸ ਕਰਕੇ ਇਹਨਾਂ ਤੁਸੀਂ ਦੇਖੋਗੇ ਨੋਮੀਨੇਸ਼ਨ ਵੀ ਹੁੰਦੀਆਂ ਨੇ, ਜਿਹੜੇ ਆਪਣੇ ਸਪੋਰਟਸਮੈਨ ਹੋ ਗਏ ਉਹਨਾਂ ਨੂੰ ਪਤਾ ਹੁੰਦਾ ਵੀ ਨੋਮੀਨੇਸ਼ਨ ਸਰਕਾਰ ਨੇ ਕੀਤਾ, ਉਹਨਾਂ ਨੂੰ ਇੱਕ ਉਹਨਾਂ ਨੂੰ ਰਿਸਪੌਂਸਿਬਿਲਿਟੀ ਦੇਣੀ ਹੁੰਦੀ ਹੈ ਵੀ ਇਹ ਉਹਨਾਂ ਨੂੰ ਰਿਕਗਨਾਈਜ਼ ਕਰਨਾ ਹੁੰਦਾ ਹੈ ਕਿ ਬਹੁਤ ਤਗੜੀਆਂ ਪਰਸਨੈਲਿਟੀਜ਼ ਨੇ। ਸੋ ਇਸ ਕਰਕੇ ਇਹ ਜ਼ਰੂਰੀ ਨਹੀਂ ਵੀ ਉਸ ਸਟੇਟ ਦਾ ਹੋਵੇ, ਜੇਕਰ ਕਿਤੇ ਵੀ ਕੋਈ ਬੰਦਾ ਉਹਨਾਂ ਨੂੰ ਚੰਗਾ ਲੱਗਦਾ ਕਿ ਸਾਡੇ ਦੇਸ਼ ਲਈ ਚੰਗਾ ਕੰਮ ਕਰ ਸਕਦਾ ਉਹ ਲੋਕ ਰਾਜ ਸਭਾ ਦੇ ਵਿੱਚ ਭੇਜਦੇ ਨੇ, ਇਸ ਕਰਕੇ ਭੇਜਦੇ ਨੇ। ਤੇ ਇਸੇ ਕਰਕੇ ਉਹਨਾਂ ਨੇ ਇਹਨੂੰ ਕਿਹਾ ਸੀ ਵੀ ਉਹਨਾਂ ਦੀ ਵੀ ਇਹ ਨਾ ਹੋਵੇ ਵੀ ਨੋਮੀਨੇਟਡ ਨੇ ਜਾਵੇ ਫਿਰ ਇੰਡਾਇਰੈਕਟ ਸਿਲੈਕਸ਼ਨ ਹੋਈ ਹੈ ਤੇ ਉਹਨਾਂ ਦੀ ਸੁਣੇ ਕੋਈ ਨਾ। ਉਹਨੇ ਕਿਹਾ ਸੀ ਜੇ ਲੋਕ ਸਭਾ ਸਾਡਾ ਲੋਕ ਸਭਾ ਜਿਹੜਾ ਹੈ ਇਸ ਚੀਜ਼ ਨੂੰ ਪ੍ਰੈਜ਼ੈਂਟ ਕਰਦਾ ਹੈ ਕਿ ਲੋਕਾਂ ਦੀ ਡੈਮੋਕ੍ਰੇਸੀ ਲੋਕਾਂ ਵਾਸਤੇ ਹੈ, ਤੇ ਜਿਹੜਾ ਉਤਲਾ ਸਟੇਟਸ ਹੈ ਜੇ ਉਹਦੇ ਤੋਂ ਪਾਸ ਨਹੀਂ ਹੁੰਦਾ ਇਹਦਾ ਮਤਲਬ ਸਟੇਟ ਆਪਣੇ ਸਟੇਟਾਂ ਬਾਰੇ ਨਹੀਂ ਸੋਚਦੇ, ਉਹ ਆਪਣੇ ਦੇਸ਼ ਬਾਰੇ ਸੋਚਦੇ ਨੇ। ਅੱਛਾ, ਮੈਂ ਵਿਕ ਸਾਹਿਬ ਤੁਸੀਂ ਸਵਾਲ ਕਰਦੇ ਹੋ, ਅੱਜ ਮੈਂ ਬੜਾ ਸਹਿਜ ਦੇ ਵਿੱਚ ਤੁਹਾਨੂੰ ਸਵਾਲ ਕਰਨਾ, ਆਪਣੀ ਆਰਗੂਮੈਂਟ ਬੜੀ ਵਾਰੀ ਹੋਈ ਹੈ ਪਰ ਮੈਂ ਦਾਦ ਦਿੰਦਾ ਤੁਹਾਡੀ ਲਵ ਯੂ ਕਿ ਉਹਦੇ ਬਾਵਜੂਦ ਵੀ ਤੁਸੀਂ ਰਗਲਾ ਪੰਜਾਬ ਨੂੰ ਸੁਣਦੇ ਹੋ, ਦੇਖਦੇ ਹੋ, ਕਾਲ ਕਰਦੇ ਹੋ। ਜਿਹੜੇ ਇਸ ਸੰਵਿਧਾਨ ਦੇ ਨਿਰਮਾਤਾ ਨੇ ਉਹਨਾਂ ਨੇ 2 ਸਾਲ ਲਾਏ ਹਨਾ ਜੀ, ਤੁਸੀਂ ਕਿਹਾ ਹੋਣਾ ਜੀ। ਹਾਂਜੀ, ਰਾਜਨੀਤਿਕ ਤੌਰ ਤੇ ਦੇਸ਼ ਕੌਮ, ਦੇਸ਼ ਵੱਖਰਾ ਹੋ ਗਿਆ ਕੌਮ ਵੱਖਰੀ, ਪਰ ਦੇਸ਼ ਕੌਮ ਹਨਾ, ਪਰ ਇੱਥੇ ਕੌਮ ਦਾ ਲਫ਼ਜ਼ ਜਿਹੜਾ ਨਾ ਵੱਖਰਾ ਕਾਮਨ ਬ੍ਰੈਕਟ ਕਰਕੇ ਚੱਲਾਂਗੇ ਹਨਾ। ਸਟੇਟ ਸੂਬਾ ਆ ਗਿਆ, ਹਾਂਜੀ, ਪ੍ਰੈਜ਼ੀਡੈਂਟ, ਐਮੀਨੈਂਟ, ਡੋਮੀਨੇਸ਼ਨ, ਪਰਸਨੈਲਿਟੀ, ਤੁਸੀਂ ਲਫ਼ਜ਼ ਵਰਤੇ ਸਾਰੇ। ਜਦੋਂ ਮੈਂ ਰੇਡੀਓ ਕਰਦਾ ਸੀ ਨਾਲ ਮੈਂ ਪੁਆਇੰਟ ਨੋਟ ਕਰਦਾ ਸੀ, ਮੈਂ ਟੀਵੀ ਕਰਦਾ ਮੇਰੀ ਅੱਖਾਂ ਮੈਨੂੰ ਹੋਸਟ ਕਹਿੰਦੇ ਆਪਣੇ ਇੱਕ ਆਪ ਹੀ ਸਾਹਮਣੇ ਦੇਖਣਾ ਜੀ ਜ਼ਿਆਦਾ, ਤੇ ਨੀਵੀਂ ਨਹੀਂ ਪਾਉਣੀ, ਅੱਖਾਂ 'ਚ ਅੱਖਾਂ ਮਿਲਾ ਕੇ ਕੈਮਰਾ ਵੇਖੇ ਵੀ ਤੁਹਾਨੂੰ ਅੱਛਾ ਲਿਖਿਆ ਨਹੀਂ ਜਾਂਦਾ ਸੀ, ਇਸ ਕਰਕੇ ਕੱਲ ਚੰਗਾ ਕੰਮ ਕਰ ਸਕਦਾ ਹੋਵੇ, ਟੋਟਲ ਮਿਲਾ ਕੇ ਮਨੁੱਖਤਾ ਵਾਸਤੇ ਚੰਗਾ ਕੰਮ ਕਰ ਸਕਦਾ ਹੋਵੇ। ਪਰ ਮੇਰਾ ਪੁਆਇੰਟ ਸੀਗਾ ਕਿ ਸੂਬੇ ਦੇ ਲੋਕਾਂ ਦੇ ਵਾਸਤੇ ਜਿਹੜੇ ਨੇ ਉਹ ਚੁਣੇ ਜਾਂਦੇ ਲੋਕ ਵੱਖ-ਵੱਖ ਤਰ੍ਹਾਂ ਦੇ ਹਨਾ। ਹੁਣ ਆਪਾਂ ਮਤਲਬ ਵੇਖਿਆ ਕਿ ਰਾਜ ਸਭਾ ਦੇ ਮੈਂਬਰ ਸਾਡੇ ਪੰਜਾਬ ਤੋਂ ਵੀ ਬਾਹਰਲੇ ਸੂਬਿਆਂ ਦੇ ਵਿੱਚ ਜਾ ਕੇ ਬਣਾਏ ਗਏ ਬੜੇ ਬੜੇ ਰਾਜਨੀਤਿਕ ਪਹੁੰਚ ਵਾਲੇ ਲੋਕ, ਆਪਾਂ ਉਹਨਾਂ ਦੀ ਪਿਛੋਕੜ ਵੀ ਜਾਣਦੇ। ਚਲੋ ਆਪਾਂ ਉਹਨਾਂ ਦੀ ਪਿਛੋਕੜ ਨੂੰ ਛੱਡੋ, ਕਿਉਂਕਿ ਸਾਡੇ ਸੂਬੇ 'ਚ ਉਹਨਾਂ ਨੇ ਕੀ ਕੀਤਾ, ਉਹਨਾਂ ਨੂੰ ਵਰਤਿਆ ਗਿਆ, ਹੱਥ ਕੰਡੇ ਬਣਾ ਕੇ ਉੱਥੋਂ ਬਣਾ ਦਿੱਤਾ ਗਿਆ, ਗਵਰਨਰ ਬਣਾ ਦਿੱਤਾ ਗਿਆ, ਬਲਾ ਬਲਾ ਬਲਾ, ਉਮਰ ਭਰ ਦੀਆਂ ਰੋਟੀਆਂ, ਐਸ਼ ਕਰੋ, ਕੋਈ ਗੱਲ ਨਹੀਂ। ਪਰ ਅੱਜ ਦੀ ਰਾਜਨੀਤੀ ਜਿਹੜੀ ਆ ਕਿ ਉਹ ਜਿਹੜੇ ਮਹਾਰਥੀ ਇਹ ਸੰਵਿਧਾਨ ਬਣਾ ਕੇ ਉਹਨਾਂ ਨੂੰ ਫੋਲੋ ਕਰਦੀ ਹੈ। ਅੱਜ ਅਸੀਂ ਇਹ ਸੋਚਦੇ ਹਾਂ ਕਿ ਆਪਾਂ ਲੋਕ ਸਭਾ ਦੇ ਵਿੱਚ ਸਾਡੇ ਕੋਲ ਮੈਂਬਰ ਪਾਰਲੀਮੈਂਟ ਨੇ ਤੇ ਉਹਦੇ ਵਿੱਚ ਇਹ ਫੈਸਲਾ ਲੈ ਕੇ ਕੋਈ ਬਿੱਲ ਲੈ ਕੇ ਆਉਂਦੇ ਨੇ ਜਾਂ ਕੋਈ ਅਮੈਂਡਮੈਂਟ ਕਰਨਾ ਚਾਹੁੰਦੇ ਨੇ, ਉਹਦੇ ਵਿੱਚ ਪ੍ਰਵਾਨ ਨਹੀਂ ਹੁੰਦਾ ਹਨਾ ਜੀ, ਤੇ ਫਿਰ ਉਹਨੂੰ ਕਿੱਥੇ ਲੈ ਕੇ ਜਾਂਦੇ ਨੇ ਜੀ? ਹਾਂ ਠੀਕ ਹੈ, ਤੁਹਾਡੀ ਮੈਂ ਗੱਲ ਇਸ ਨਾਲ ਐਗਰੀ ਕਰਦਾ। ਮੈਂ ਉਹੀ ਤੁਹਾਨੂੰ ਇੱਕੋ ਸੈਂਟੈਂਸ ਦੇ ਵਿੱਚ ਇਹ ਗੱਲ ਖਤਮ ਕਰ ਦਿੰਦਾ। ਰਾਜ ਸਭਾ ਦੇ ਵਿੱਚ ਜਿਹਦੇ ਕੋਲ ਮੈਜੋਰਟੀ ਆ ਰਾਜ ਸਭਾ ਦੇ ਵਿੱਚ, ਮੈਨੂੰ ਮੇਰਾ ਸਵਾਲ ਕਲੀਅਰ ਮੈਨੂੰ ਕਰ ਲੈਂਦੇ, ਕਿਉਂਕਿ ਮੈਂ ਤੁਹਾਨੂੰ ਕਿਹਾ ਕਿ ਅੱਜ ਕੱਟਣਾ ਨਹੀਂ, ਰੋਕਣਾ ਨਹੀਂ, ਟੋਕਣਾ ਨਹੀਂ, ਸਹਿਜ ਨਾਲ ਗੱਲ ਕਰਨੀ। ਰਾਜ ਸਭਾ ਦੇ ਵਿੱਚ ਜਿਹਦੀ ਮੈਜੋਰਟੀ ਹੋਊਗੀ ਉਹ ਕੀ ਕਰੂਗੀ ਜੀ? ਆਪਣੇ ਫੈਸਲੇ ਹੱਕ ਕਰਾਊਗੀ। ਡਰ ਵੱਡੇ ਵੱਡੇ ਆਰਟੀਕਲ ਮੈਂ ਸੁਣਾਏ ਨੇ, ਮੈਂ ਆਰਟੀਕਲ ਇਨ ਬਿਨ ਸੁਣਾਉਣਾ ਹੁੰਦਾ, ਇੱਕ ਵੀ ਲਫ਼ਜ਼ ਮੇਰੇ ਸੁਣਾਉਣ ਦਾ ਪ੍ਰਭਾਵ ਵੱਖਰਾ ਹੋ ਸਕਦਾ। ਸ਼ਾਇਦ ਤੁਸੀਂ ਸੁਣਦੇ ਹੋ ਜਾਂ ਨਹੀਂ ਸੁਣਦੇ, ਜਾਂ ਲੇਟ ਸੁਣਦੇ ਹੋ ਪ੍ਰੋਗਰਾਮ ਨੂੰ, ਮੈਨੂੰ ਨਹੀਂ ਪਤਾ ਕਿ 8 ਤੋਂ 12 ਤੁਸੀਂ ਕਿਉਂ ਨਹੀਂ ਸੁਣਦੇ,
ਪਰ ਮੈਂ ਚਾਹਾਂਗਾ 8 ਤੋਂ 12 ਪੂਰਾ 4 ਘੰਟੇ ਸ਼ੋਅ ਸੁਣੋ, ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕੀ ਬੋਲਦਾ ਮੈਂ, ਕੀ ਨਹੀਂ ਕਰਦਾ, ਜਾਂ ਸਾਡੀ ਟੀਮ ਕੀ ਕਰਦੀ ਹੈ, ਕੀ ਨਹੀਂ ਕਰਦੀ। 8 ਤੋਂ 9 ਤੋਂ 11 ਸਵੇਰੇ, 8 ਤੋਂ 12 ਰਾਤ ਨੂੰ 4 ਘੰਟੇ ਕੱਢ ਕੇ ਰਿਪੀਟ ਸੁਣ ਲਓ। ਸੋ ਹੁਣ ਅੱਜ ਦੀ ਰਾਜਨੀਤੀ ਦੇ ਵਿੱਚ ਇਹ ਆ ਕਿ ਜਿਹਦੇ ਕੋ ਇਹ ਡਰ ਵਾ, ਪੱਟੀ ਸਾਹਿਬ, ਇਹ ਭੈ ਪਾਇਆ ਜਾ ਰਿਹਾ ਕਿ ਜੇ ਥੱਲੇ ਆਉਣੀ ਤਾਂ ਉੱਤੋਂ ਹੀ ਆਪਣੀ ਮਰਜ਼ੀ ਨਾਲ ਫੈਸਲੇ ਕਰਵਾ ਕੇ ਜੋ ਮਰਜ਼ੀ ਅਮੈਂਡਮੈਂਟ ਕਰਵਾ ਸਕਦੇ ਆ। ਇਹਦੇ ਬਾਰੇ ਤੁਹਾਡਾ ਕੀ ਰਾਏ ਹੈ, ਕੀ ਕਹਿਣਾ ਚਾਹੋਗੇ? ਮੈਂ ਉਹੀ ਤੁਹਾਨੂੰ ਦੱਸਣ ਲੱਗਾ। ਦੇਖੋ, ਸਾਡੇ ਸੁਪਰੀਮ ਕੋਰਟ ਜਦੋਂ ਦਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਬਣੇ ਰਮਨ, ਇਹ ਥੋੜੇ ਜਿਹੇ ਕੋਈ ਫੈਸਲੇ ਠੀਕ ਦੇਣ ਲੱਗੇ ਨੇ। ਅਦਰਵਾਈਜ਼ ਪਿਛਲੇ ਤੁਸੀਂ ਗਗੋਈ ਵਗੈਰਾ ਦੇਖ ਲਓ, ਉਰਾ ਪਰਾ ਦੇਖ ਲਓ, ਉਹਨਾਂ ਨੇ ਫੈਸਲੇ ਸਾਡੇ ਸੰਵਿਧਾਨ ਦਾ ਹੀ ਵੀ ਸ਼ਕਲ ਵਿਗਾੜ ਦਿੱਤੀ ਹੈ। ਤੇ ਜਿਹੜੀਆਂ ਪਾਰਟੀਆਂ ਬਣ ਗਈਆਂ, ਇਹਨਾਂ ਨੇ ਆਪਣੀ ਮਨਮਰਜ਼ੀ ਕਰਨ ਵਾਸਤੇ ਤੇ ਆਪਣੇ ਪਰਸਨਲ ਦੇਸ਼ ਤੇ ਕੌਮ ਨੂੰ ਛੱਡੋ, ਮਨੁੱਖਤਾ ਨੂੰ ਛੱਡੋ, ਇਹਨਾਂ ਨੂੰ ਕੋਈ ਨਹੀਂ ਦਿਸਦਾ ਕੁਛ, ਆਪਣੀ ਕੁਰਸੀ ਤੇ ਆਪਣਾ ਪਰਿਵਾਰ। ਆਗੇ ਨਾ ਤੁਸੀਂ ਆਗੇ ਨਾ ਅੱਜ ਆਗੇ ਨਾ ਵਿਰਕ ਸਾਹਿਬ ਆਪਣੇ ਫਿਰ ਚੱਕਰ ਵੀ ਉਹਦੇ ਵਿੱਚ, ਜੇ ਮੈਂ ਸਵਾਲ ਕੀਤਾ ਤੇ ਅੱਜ ਤੁਹਾਡੇ ਕੋਈ ਜਵਾਬ ਹੈ ਨਹੀਂ। ਪੱਟੀ ਸਾਹਿਬ ਤੁਸੀਂ ਕੀ ਇਨਪੁਟ ਦੇਣਾ ਚਾਹੋ? ਇੱਕ ਮਿੰਟ ਵਿਰਕ ਸਾਹਿਬ ਹੋਲਡ ਰੱਖੋ। ਹਾਂ ਸੁਣਨਾ ਦੱਸੋ ਜੀ। ਦੇਖੋ, ਜਿਹੜੀ ਹਾਊਸ ਆਫ ਜਿਹੜਾ ਥੱਲੇ ਲੋਕ ਸਭਾ ਤੇ ਰਾਜ ਸਭਾ, ਜਿਹੜੀ ਲੋਕ ਸਭਾ ਜਿਹੜਾ ਕਾਨੂੰਨ ਪਾਸ ਹੋਇਆ ਤੇ ਰਾਜ ਸਭਾ ਜਿਹੜੀ ਆ ਉਹਨੂੰ ਰਿਜੈਕਟ ਨਹੀਂ ਕਰ ਸਕਦੀ, ਉਹ ਅਮੈਂਡਮੈਂਟ ਕਰਨ ਦੀ ਗੱਲ ਕਰ ਸਕਦੀ ਕਿ ਇਹਦੇ ਵਿੱਚ ਤੁਸੀਂ ਆਹ ਚੀਜ਼ ਰਹਿ ਗਈ ਇਹ ਕਰੋ ਬਸ। ਹਾਂ, ਉਹ ਫਿਰ ਪਾਸ ਕਰਕੇ ਭੇਜਦੇ ਕਿ ਫਿਰ ਕਰੋ। ਜੇ ਉਹ ਫਿਰ ਭੇਜਦੇ ਆ, ਇਹ ਫਿਰ ਭੇਜਦੇ ਤੇ ਫਿਰ ਰਾਜ ਸਭਾ ਕੋ ਪਾਵਰ ਨਹੀਂ ਦਿੰਦੀ, ਫਿਰ ਲੋਕ ਸਭਾ ਸਿੱਧੀ ਭੇਜ ਦਿੰਦੇ ਆ ਰਾਸ਼ਟਰਪਤੀ ਚੱਲਦੀ ਕਰਨ ਚਾਹੀਦੀ। ਹਾਂ, ਆ ਲੋ ਪੜੋ। ਨਹੀਂ ਜੀ ਨਹੀਂ, ਦੋਨਾਂ ਦੀ ਕਾਮਨ ਹੁੰਦਾ। ਹਾਊਸ ਆਫ ਐਲਡਰਸ, ਲੋਕ ਸਭਾ ਤੇ ਰਾਜ ਸਭਾ ਦਾ ਕਾਮਨ ਸੈਸ਼ਨ ਹੁੰਦਾ, ਉਹਦੇ ਵਿੱਚ ਫਿਰ ਜਾ ਕੇ ਡਿਸਾਈਡ ਕੀਤਾ ਜਾਂਦਾ। ਫਿਰ ਮੈਂ ਕਹਿੰਦਾ ਕਿ ਦਾ ਸੈਸ਼ਨ ਹੁੰਦਾ ਵਾ, ਲੇਕਿਨ ਫਿਰ ਵੀ ਆਖਰ ਜਿਹੜੀ ਪ੍ਰੈਫਰੈਂਸ ਮਿਲਣੀ ਹੈ ਲੋਕ ਸਭਾ ਨੂੰ ਮਿਲਣੀ। ਉਹ ਨੈਚੁਰਲੀ ਡਾਇਰੈਕਟ ਲਿੰਕ ਹੈ, ਉਹਦੇ ਨਾਲ ਮਿਲਣੀ ਹੈ, ਲੇਕਿਨ ਉਹਨਾਂ ਦੀ ਸਰਵਿਸ ਦਾ ਫਾਇਦਾ ਤਾਂ ਉਠਾਇਆ ਜਾ ਸਕਦਾ, ਪਰ ਇਹ ਉਠਾਉਂਦੇ ਨਹੀਂ, ਕਿਉਂਕਿ ਉਹਨਾਂ ਦਾ ਫਾਇਦਾ ਉਠਾਉਂਦੇ ਨੇ ਆਪਣੇ ਮੁਹਤਾਜ ਵਾਸਤੇ। ਬਸ ਉਹ ਤਾਂ ਪਾਉਣੀ ਆਪਣੇ ਵਾਸਤੇ ਹੈ ਜੀ। ਰਾਜ ਸਭਾ ਦੇ ਮੈਂਬਰ ਤੇ ਪਾਈ ਜਾਂਦੇ ਨੇ, ਭਾਈ ਤੁਹਾਨੂੰ ਸੈੱਟ ਕਰਨਾ, ਜਿਹੜਾ ਬੰਦਾ ਹਾਰਿਆ ਨਹੀਂ ਜਿੱਤ ਸਕਿਆ ਪਾ ਦੇ ਉਹਨੂੰ ਰਾਜ ਸਭਾ 'ਚ, ਕੋਈ ਗੱਲ ਨਹੀਂ। ਇਹੋ ਕੁਝ ਹੁੰਦਾ। ਪੱਟੀ ਸਾਹਿਬ ਤੇ ਤੁਸੀਂ ਦੇਖੋ ਇਸ ਪ੍ਰੋਫੈਸ਼ਨ ਦੇ ਵਿੱਚ ਉਹ ਲਗਾਤਾਰ ਚੱਲਦੇ ਰਹੋ। ਮੈਨੂੰ ਤਾਂ ਇੱਕ ਵਿਰਕ ਸਾਹਿਬ ਇੱਕ ਮਿੰਟ ਮੇਰੀ ਗੱਲ ਸੁਣੋ। ਨਹੀਂ, ਇੱਕ ਮਿੰਟ ਵਿਰਕ ਸਾਹਿਬ ਇੱਕ ਮਿੰਟ ਪੱਟੀ ਸਾਹਿਬ ਨੂੰ ਗੱਲ ਕੰਪਲੀਟ ਕਰ ਲੈਣ ਦਿਓ, ਉਹਨਾਂ ਦੀ ਪੁਆਇੰਟ ਦੇ ਵਿੱਚ ਦਮ ਹੈ। ਲੈਟ ਹਿਮ ਟਾਕ 1 ਮਿੰਟ ਪਲੀਜ਼। ਹਾਂਜੀ ਪੱਟੀ ਸਾਹਿਬ, ਮੈਂ ਇਹ ਗੱਲ ਕਹਿੰਦਾ ਹੈ ਵੀ ਜਿਹੜੀ ਰਾਜ ਸਭਾ ਨਾ ਜੀ, ਤੁਹਾਨੂੰ ਪਤਾ ਲੱਗੇ ਵਿਧਾਨ ਪ੍ਰੀਸ਼ਦ ਵੀ ਹੁੰਦੀ ਸੀ, ਅੱਜ ਵੀ ਕੁਝ 6-7 ਸੂਬਿਆਂ 'ਚ ਵਿਧਾਨ ਪ੍ਰੀਸ਼ਦ ਹੈਗੀ ਹੈ। ਜਿਹੜੇ ਸਾਡੇ ਬੰਦੇ ਜਿਹੜੀ ਉਹ ਚੋਣਾਂ 'ਚ ਭਰ ਜਾਂਦੇ ਆ, ਅਸੀਂ ਉਹਨੂੰ ਸੈੱਟ ਕਰਨਾ ਵਿਧਾਨ ਪ੍ਰੀਸ਼ਦ ਲੈ ਜਾਓ, ਰਾਜ ਸਭਾ 'ਚ ਲੈ ਜਾਓ, ਖੜਦੇ ਰਹੇ ਨੇ। ਬੀਬੀ ਅਮਰੀਕਾ ਸੋਨੀ ਕਾਂਗਰਸ ਦੀ ਆਗੂ ਹੁਸ਼ਿਆਰਪੁਰ ਤੇ ਇੱਕ ਚੋਣ ਲੜੀ ਹਾਰ ਗਈ, ਲੇਕਿਨ ਰਾਜ ਸਭਾ 'ਚ ਬੈਠੀ ਪੱਟੀ ਸਾਹਿਬ ਵਿਧਾਨ ਸਭਾ ਸਟੇਟਸ ਨੇ ਕਿਉਂ ਬੰਦ ਕੀਤੀਆਂ? ਉਹਦਾ ਖਰਚਾ ਕਿੰਨਾ ਸੀ? ਤੇ ਉਹ ਫਿਰ ਲੋਕੀ ਪਰਸਨਲ ਫਿਰ ਉਹੀ ਗੱਲ ਹੋ ਗਈ ਸੀ ਵੀ ਆਪਣਿਆਂ ਨੂੰ ਕਰ ਲਓ ਅੱਗੇ। ਇਸ ਕਰਕੇ ਵਿਧਾਨ ਸਭਾ ਜਿਹੜੇ ਚੰਗੇ ਐਡਵਾਂਸ ਸਟੇਟ ਸੀ ਉਹਨਾਂ ਨੇ ਤਾਂ ਬੰਦ ਕੀਤੀ, ਪਰ ਅਜੇ ਕਾਫੀ ਸਟੇਟਸ ਦੇ ਵਿੱਚ ਅਜੇ ਵੀ ਵਿਧਾਨ ਸਭਾ ਚੱਲਦੀ ਹੈ। ਮੈਂ ਤਾਂ 7 ਚੱਲਦੀ ਹੈ, 7 ਸਟੇਟ ਚੱਲਦੀ ਹੈ ਜੀ। ਅਸੀਂ ਫੇਰ ਸਵਾਲ ਤੋਂ ਭਟਕ ਗਏ। ਅਸੀਂ ਇੱਕ ਮਿੰਟ ਪੱਟੀ ਸਾਹਿਬ, ਇੱਕ ਮਿੰਟ, ਅਸੀਂ ਸਵਾਲ ਤੋਂ ਫੇਰ ਉਲਟਾ ਹੋ ਗਏ। ਅਸੀਂ ਫੇਰ ਇਸ ਤਰ੍ਹਾਂ ਕਰੋ, ਹੁਣ ਮੇਰੀ ਗੱਲ ਸੁਣ, ਮੈਂ ਹਾਰਿਆ ਤੁਸੀਂ ਜਿੱਤੇ। ਨਹੀਂ ਵਿਰਕ ਸਾਹਿਬ, ਏਦਾਂ ਨਹੀਂ ਵਿਦ ਡਿਊ ਰਿਸਪੈਕਟ ਵੇਖੋ ਗੱਲ ਸੁਣਾ, ਪਰ ਮੈਂ ਵੇਖੋ ਕਿਉਂਕਿ ਏਦਾਂ ਨਹੀਂ ਹੁੰਦਾ ਕਿ ਤੁਸੀਂ ਹਾਰੇ ਜਾਂ ਜਿੱਤੇ। ਜੇ ਹਾਰੇ ਜਿੱਤਣ ਦੀ ਨਹੀਂ ਗੱਲ ਹੁੰਦੀ, ਗੱਲ ਇਹ ਕਿ ਅਸੀਂ ਗਾਂ ਲੰਘ ਗਏ, ਹਨਾ। ਮੈਂ ਹੋਸਟ ਹਾਂ, ਇਹ ਨਹੀਂ ਕਿ ਮੈਂ YouTube ਤੇ ਇਹੋ ਜਿਹੇ ਜਾਂ ਫੇਸਬੁੱਕ ਤੇ ਆ ਜਾਂ ਆਪਣੇ ਸੋਸ਼ਲ ਨੈਟਵਰਕ ਵੀਡੀਓ ਤੇ ਮੈਂ ਆਪਣਾ ਅਕੀਦਾ ਭੁੱਲ ਜਾਵਾਂ ਜਾਂ ਆਪਣਾ ਮੈਂ ਸੁਭਾਅ ਬਦਲਾਂ ਜਾਂ ਮੈਂ ਆਪਣਾ ਪ੍ਰੋਗਰਾਮ ਦਾ ਅੰਦਾਜ਼ ਬਦਲਾਂ। ਨਹੀਂ, ਅਸੀਂ ਗਾਂ ਲੰਘ ਗਏ, ਅਗਾਂਹ ਸੂਬਿਆਂ ਤੱਕ ਜਾਵਾਂਗੇ ਤੇ ਫਿਰ ਅਸੀਂ ਸਾਰੀ ਰਾਤ ਗੱਲ ਕਰਦੇ ਰਵਾਂਗੇ। ਮਸਲਾ ਇਹ ਕਿ ਜਿਹੜੇ ਤੁਸੀਂ ਵੱਡੇ ਵੱਡੇ ਲਫ਼ਜ਼ ਵਰਦੇ, ਮੈਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਤੁਹਾਨੂੰ ਇੱਕ ਕੁਐਸਚਨ ਕੀਤਾ ਜਿਹਦਾ ਜਵਾਬ ਨਾ ਤੁਹਾਡੇ ਪਾਸ ਨਾ ਮੇਰੇ ਪਾਸ। ਉਹ ਰਾਜਨੀਤਿਕ ਖੇਡ ਆ। ਜੇ ਸਾਡੀ ਇੱਥੇ ਨਹੀਂ ਚੱਲੀ ਅਸੀਂ ਅੱਗੇ ਚਲਾ ਲਾਂਗੇ, ਅੱਗੇ ਨਹੀਂ ਚੱਲੀ ਅਸੀਂ ਰਾਸ਼ਟਰਪਤੀ ਨੂੰ ਕਰ ਦਾਂਗੇ। ਰਾਸ਼ਟਰਪਤੀ ਨੇ ਇੱਕ ਵੀਟੋ ਪਾਵਰ ਆ, ਜੇ ਉਹਦੇ ਆਸੇ-ਪਾਸੇ ਡਿਪਲੋਮੇਟ ਇਹੋ ਜਿਹੇ ਹਨ, ਉਹਨਾਂ ਨੇ ਕਹਿਤਾ ਜੀ ਕਰ ਦੋ ਸਾਈਨ, ਕੋਈ ਗੱਲ ਨਹੀਂ। ਪਰ ਸਮਹਾਉ ਮੈਂ ਸਮਝਦਾ ਕਿ ਲੋਕਤੰਤਰ ਅਜੇ ਉੱਥੇ ਬਰਕਰਾਰ ਹੈ। ਅਜੇ ਕੁਝ ਵੇਖ ਰਹੇ ਨੇ, ਅਜੇ ਕੁਝ ਤੇਲ ਵੇਖੋ, ਤੇਲ ਦੀ ਧਾਰ ਵੇਖੋ। ਰਾਜ ਸਭਾ ਦੇ ਮੈਂਬਰ ਜਿਹੜੇ ਚੁਣੇ ਜਾਂਦੇ ਨੇ, ਮੈਂ ਇੱਕ ਗੱਲ ਹੋਰ ਵੀ ਕਹੀ ਸੀ, ਇਹੀ ਗੱਲ ਕਹੀ ਬਾਰ-ਬਾਰ,
ਭਾਵੇਂ ਉਹ ਕਿਸੇ ਵੀ ਸੂਬੇ ਦੇ ਵਿੱਚੋਂ ਲਿਆ ਕੇ ਚੁਣेंगे, ਉਹ ਬੋਲੀ ਤੇ ਉਸ ਸੂਬੇ ਦੀ ਬੋਲਣਗੇ ਨਾ। ਇਹ ਜੇ ਬਣਾਇਆ ਗਿਆ, ਤੁਸੀਂ 2 ਸਾਲ ਤੁਸੀਂ ਬਹੁਤ ਡਿਟੇਲ ਚ ਦੱਸਿਆ ਕਿ ਸਾਨੂੰ ਅਜੇ ਤੱਕ ਜੋ ਪੜਾਇਆ ਗਿਆ, ਜੋ ਅਸੀਂ ਸਮਝਿਆ, ਜਾਂ ਸਾਨੂੰ ਪੂਰਾ ਪੜਾਇਆ ਨਹੀਂ ਗਿਆ, ਜਾਂ ਅਸੀਂ ਪੂਰਾ ਪੜ੍ਹ ਨਹੀਂ ਸਕੇ। ਸਵਾਲ ਤੇ ਇਹ ਆ ਕਿ ਜਿਹੜੇ ਸਾਡੇ ਸੁਣ ਰਹੇ ਨੇ ਸਾਡੇ ਦਰਸ਼ਕ ਸਰੋਤੇ, ਆਪਾਂ ਪਿਛਲੇ 44 ਮਿੰਟ ਹੋ ਗਏ ਨੇ, ਆਪਾਂ ਕੋਈ ਕਮਰਸ਼ੀਅਲ ਨਹੀਂ, ਕੋਈ ਗੱਲਬਾਤ ਨਹੀਂ, ਕੋਈ ਭੱਟੀ ਸਾਹਿਬ ਡਿਸਕਸ ਦੇ ਵਿੱਚ ਇਹ ਹੈ ਕਿ ਆਪਾਂ ਗਾਂਹ ਲੰਘ ਗਏ। ਜਿਹੜਾ ਮੈਂ ਸਵਾਲ ਕੀਤਾ ਸੀ ਤੁਹਾਨੂੰ ਵਿਰਕ ਸਾਹਿਬ, ਵੇਖੋ ਜਦੋਂ ਸਵਾਲ ਜੱਕਦਮ ਆਉਂਦਾ ਨਾ, ਸਾਡੇ ਕੋਲ ਵੀ ਜਵਾਬ ਨਹੀਂ ਦਿਓ, ਤੁਹਾਡੇ ਕੋਈ ਜਵਾਬ ਨਹੀਂ ਹੈਗਾ। ਤੁਸੀਂ ਵੈਲ ਪ੍ਰਪੇਅਰਡ ਹੋ, ਵੈਲ ਐਜੂਕੇਟਡ ਹੋ, ਪੜ੍ਹੇ ਲਿਖੇ ਹੋ, ਕਿਸੇ ਚੰਗੇ ਅਹੁਦੇ ਤੋਂ ਰਿਟਾਇਰ ਹੋ, ਬਟ ਸਰਕਾਰਾਂ ਆਪਣੀਆਂ ਮੋਹਰਾਂ ਤਿਆਰ ਕਰਕੇ ਰੱਖਦੀਆਂ ਨੇ ਕਿ ਅਸੀਂ ਕਿਵੇਂ ਵਰਤਣਾ। ਤੁਸੀਂ ਸਹਿਮਤ ਹੋ? ਬਿਲਕੁਲ ਠੀਕ ਹੈ। ਚਲੋ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਲਵ ਯੂ। ਡੈਮੋਕ੍ਰੇਸੀ ਦੇਖੋ, ਡੈਮੋਕ੍ਰੇਸੀ ਦਾ ਨਾਂ ਹੈ, ਜਿਹਨੇ ਕੰਟਰੀ ਦੇ ਵਿੱਚ ਚੱਲਦੇ, ਡੈਮੋਕ੍ਰੇਸੀ ਕਿੱਥੇ ਆ? ਬਸ ਚਲੋ, ਬਿਲਕੁਲ ਸਹੀ ਗੱਲ ਸਹੀ ਕਹਿ ਰਹੇ ਹੋ। ਮੈਂ ਅੱਜ ਵੇਖੋ, ਜਦੋਂ ਆਪਾਂ ਇੱਥੇ ਬੈਠੇ ਕੋਈ ਡਿਨਾਈ ਨਹੀਂ ਕਰਨਾ ਆਪਾਂ ਬਿਲਕੁਲ ਸਹੀ ਆ। ਆਪਾਂ ਹੁਣ ਕਿਉਂਕਿ ਆਪਾਂ ਹੁਣ ਉਸ ਮੰਚ ਤੇ ਆ ਕਿ ਜਿੱਥੇ ਪਰਿਵਾਰ 'ਚ ਬੈਠੇ ਆ ਨਾ। ਨਹੀਂ ਠੀਕ ਹੈ, ਲੈਂਗੁਏਜ ਤੇ ਦੇਖੋ, ਜੇ ਤੁਹਾਡੇ, ਮੈਂ ਤਾਂ ਸਿਰਫ ਇਸ ਕਰਕੇ ਕੀਤਾ ਸੀ ਵੀ ਕਈ ਵਾਰੀ ਦੇਖੋ ਛੋਟਾ ਬੰਦਾ ਜਿਹਨੂੰ ਨਹੀਂ ਸਮਝ, ਉਹਦੇ ਤੋਂ ਵੀ ਆਪਾਂ ਸਿੱਖ ਲੈਨੇ ਆ। ਸਮਝ ਆ ਗਿਆ ਨਾ? ਤੇ ਜੇ ਹੁਣ ਆਪਾਂ ਸੁਣਦੇ ਆ ਵੀ ਆ ਕਿੰਤੂ ਪਰੰਤੂ, ਤੇ ਆਪਾਂ ਮਤਲਬ ਰੱਬ ਨਾਲ ਵੀ ਕਰ ਲੈਨੇ ਆ ਨਾ। ਹਾਂਜੀ ਕਰਦੇ ਕਰ ਲੈਨੇ ਆ ਨਾ। ਕਰਦੇ ਜੇ ਇਹ ਸਮਝਦਾ ਵੀ ਇਹਦੇ ਕੋਲ ਸਾਨੂੰ ਕੁਝ ਮਿਲਦਾ ਤੇ ਤਾਂ ਹੀ ਕਰਦੇ ਆ, ਅਦਰਵਾਈਜ਼ ਜੇ ਸਾਡਾ ਸੰਬੰਧ ਹੀ ਕਿਉਂ, ਤੇਰਾ ਕੌਣ ਕਰੇਗਾ? ਚਲੋ ਮਿਹਰਬਾਨੀ, ਤਾਈਓ ਤੇ ਮੈਂ ਕਿਹਾ ਆਈ ਲਵ ਯੂ। ਥੈਂਕ ਯੂ ਜੀ। ਥੈਂਕ ਯੂ ਪਾਟੀ ਸਾਹਿਬ। ਦੇਖੋ ਜੀ, ਸਾਡੇ ਇੱਥੇ ਡੀਜੀਪੀ ਹੁੰਦੇ ਸੀ ਰਿਬੈਰੋ ਸਾਹਿਬ, ਅੰਮ੍ਰਿਤਸਰ ਆਏ। ਹਾਂ, ਅੰਮ੍ਰਿਤਸਰ ਆਏ ਤੇ ਸਾਡੇ ਹੁਣ ਮੁਲਾਜ਼ਮ ਹੀ ਤੂੰ ਕਰਕੇ ਗੱਲ ਕਰਦੇ। ਕਿਸੇ ਮੁਲਾਜ਼ਮ ਨੇ ਤੂੰ ਕਹਿਤਾ ਉਹ ਡੀਜੀਪੀ ਨੂੰ ਕਿਤੇ। ਉਹ ਇਕਬਾਲ ਸਿੰਘ ਲਾਲਪੁਰ ਇੱਥੇ ਸੀਆਈਡੀ ਦੇ ਐਸਪੀ ਹੁੰਦੇ ਸੀ, ਉਹਨਾਂ ਨੇ ਪੁੱਛਿਆ ਵੀ ਯਾਰ ਇੱਥੇ ਲੋਕ ਤੂੰ ਬੜਾ ਕਹਿੰਦੇ ਪਏ। ਉਹ ਹੱਸ ਕੇ ਕਹਿੰਦਾ ਕੀ ਮਤਲਬ ਇਹਦਾ? ਉਹ ਕਹਿੰਦਾ ਅਸੀਂ ਤਾਂ ਇਸ ਵਿੱਚ ਤੂੰ ਕਰਕੇ ਬੁਲਾਉਂਦੇ, ਰੱਬ ਨੂੰ ਵੀ ਤੂੰ ਕਰਕੇ ਬੁਲਾਉਂਦੇ ਆ। ਤੂੰ ਮੇਰਾ ਰਾਖਾ ਸਭਨੀ ਥਾਈ। ਪੱਟੀ ਸਾਹਿਬ, ਮੈਨੂੰ ਮੇਰੇ ਟੈਕਨੀਸ਼ੀਅਨ ਨੇ ਕਿਹਾ ਹੈ ਜੀ ਪੱਟੀ ਸਾਹਿਬ ਨੂੰ ਖੁਸ਼ ਕਰਨਾ, ਤੇ ਮੈਨੂੰ ਨਹੀਂ ਪਤਾ ਤੁਸੀਂ ਅੱਜ ਖੁਸ਼ ਹੋ ਜਾਂ ਨਹੀਂ, ਪਰ ਕਰਨਾ ਉਹੀ ਮੁੰਡਾ ਆਪਣਾ ਗੱਭਰੂ ਨੌਜਵਾਨ। ਔਰ ਵਧੀਆ ਸਵਾਲ ਜਵਾਬ ਹੋਏ ਨੇ, ਵਿਰਕ ਸਾਹਿਬ ਆਏ ਨੇ, ਬੀਬੀ ਜੀ ਆਏ ਨੇ, ਬਾਕੀ ਸਾਰੇ ਵੀਰ ਆਏ ਨੇ, ਬਹੁਤ ਵਧੀਆ ਪ੍ਰੋਗਰਾਮ ਹੋਇਆ। ਕਰਨ ਇਹੋ ਤੁਹਾਨੂੰ, ਅੱਛਾ ਕਰਨ ਤੁਹਾਡੇ ਤੋਂ ਬੜਾ ਪ੍ਰਭਾਵਿਤ, ਤੁਹਾਡੀਆਂ ਗੱਲਾਂ ਬਾਤਾਂ ਤੋਂ ਬੜਾ ਪ੍ਰਭਾਵਿਤ ਆ, ਸੁਣ ਰਿਹਾ ਇਸ ਵਕਤ। ਮਿਹਰਬਾਨੀ, ਸ਼ੁਕਰੀਆ। ਹਾਂਜੀ, ਤੁਸੀਂ ਮਿਲੇ ਆ ਨੌਜਵਾਨ ਨੂੰ। ਹਾਂਜੀ, ਤੇ ਮੈਂ ਵੀ ਸਲੂਟ ਕਰਦਾ ਕਿ ਮੁੰਡੇ ਨੇ ਸਵੇਰੇ ਉੱਠਣਾ ਹੁੰਦਾ। ਮੈਨੂੰ ਲੱਗਦਾ ਕਿ ਅੱਛਾ, ਇਹਦੀ ਮੈਂ ਡਿਊਟੀ ਤੁਹਾਨੂੰ ਦੱਸਾਂ, ਤੁਸੀਂ ਮੇਰੇ ਨਾਲੋਂ ਵੀ ਸਖਤ ਵਾ। ਰੀਸੈਂਟਲੀ ਆਇਆ ਮੁੰਡਾ, ਅਸੀਂ ਬੜੀ ਮਿਹਨਤ ਕੀਤੀ, ਅਸੀਂ ਵੀ 84 ਘੰਟੇ ਕੰਮ ਕੀਤਾ। ਮੈਂ ਔਨ ਮਾਈਕ ਤੇ ਕਹਿ ਰਿਹਾ, ਰੇਡੀਓ ਤੇ ਕਹਿ ਰਿਹਾ, ਟੀਵੀ ਤੇ ਕਹਿ ਰਿਹਾ, ਆਈ ਹੈਵ ਅ ਪ੍ਰੂਫ ਕਿ 84 ਆਵਰ ਵੀਕ ਦੇ ਕੰਮ ਕੀਤਾ, 84 ਘੰਟੇ ਹਫ਼ਤੇ ਦੇ ਕੰਮ ਕੀਤਾ, ਪ੍ਰੂਫ ਹੈਗਾ ਮੇਰੇ ਕੋਲ, ਅਜੇ ਵੀ ਪ੍ਰੂਫ ਹੈਗਾ ਉਹਦਾ। ਹਾਂਜੀ, ਉਹ ਜਿਹੜੇ ਉਹ ਚੈੱਕ ਹੁੰਦੇ ਨੇ, ਚੈੱਕ ਦੇ ਪਿਛਲੇ ਪਾਸੇ ਲਿਖਿਆ ਹੁੰਦਾ ਸੀ ਇੰਨੇ ਘੰਟੇ ਵੀਕ ਦੇ ਕੰਮ ਕੀਤੇ ਕੰਟੀਨਿਊਸਲੀ, ਉਹ ਸਾਡੇ ਕੋਲ ਹੈ। ਮੈਂ ਕਹਿ ਰਿਹਾ ਮੁੰਡਾ ਮਿਹਨਤ ਕਰਦਾ ਪਿਆ। ਭੱਟੀ ਸਾਹਿਬ, ਮੈਂ ਗੱਲ ਕਹਿਣ ਲੱਗਾ ਕਿ 3 ਵਜੇ, ਹੁਣ ਇਹਨੇ 12 ਵਜੇ, ਜਦੋਂ 12 ਵਜੇ ਤੋਂ 5 ਮਿੰਟ ਹੋ ਜਾਂਦੇ ਨੇ, ਤੇ ਮੈਂ ਤਾਂ ਉਹ ਕਹਿਣਾ ਕਿ ਸਾਡੇ ਟੈਕਨੀਸ਼ੀਅਨ ਹੀ ਜਾਣਾ। 3 ਵਜੇ ਇਹਨੇ ਫੇਰ ਉੱਠਣਾ, ਆਪਣੇ ਇੱਕ ਡਿਊਟੀ ਇਹਦੀ, ਮਤਲਬ ਉਹਨੇ ਕੰਮ ਕਰਨਾ ਜ਼ਰੂਰੀ, ਕਿਉਂਕਿ ਸਟਰਗਲ ਕਰਦੀ ਫੈਮਿਲੀ, ਨਵੀਂ ਫੈਮਿਲੀ ਆ, ਹੈ ਨਾ। ਅਤੇ ਫਿਰ ਉਹ ਤੋਂ ਬਾਅਦ ਮੁੰਡੇ ਨੇ ਜੇ ਕਿਤੇ ਕੰਮ ਕਰਨਾ, ਜਾਂ ਥੋੜ੍ਹੀ ਬਹੁਤੀ ਜਿੰਮ ਜਾਣਾ ਜਾਂ ਕੰਮ ਕਰਨਾ, ਉਹ ਤੋਂ ਬਾਅਦ ਸ਼ਾਮ ਨੂੰ ਫਿਰ ਮਾਂ ਨੂੰ ਜਿਹੜਾ ਕੰਮ ਕਰਨਾ, ਘਰ ਦੇ ਵੀ ਕੰਮ ਕਰਨੇ ਆ, ਫਿਰ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ, ਜਿਹੜੇ ਆਫਿਸ ਦੇ ਵਿੱਚ ਕੰਮ ਕਰਨ ਜਾਣਾ, ਉੱਥੇ ਵੀ ਕੰਮ ਕਰਨਾ, ਸ਼ਾਮ ਨੂੰ ਸਾਡੇ ਕੋਲ ਵੀ ਕੰਮ ਕਰਨਾ। ਇਹ ਇੱਕ ਬਹੁਤ ਮਿਹਨਤ ਭਰਿਆ ਕੰਮ ਹੁੰਦਾ, ਤੇ ਬਹੁਤ ਸੋਹਣਾ ਕੰਮ ਕਰ ਰਿਹਾ। ਤੇ ਅੱਜ ਮੈਨੂੰ ਇਹ ਕਹਿਣ ਤੇ ਕੋਈ ਹਿਚਕਾਹਟ ਨਹੀਂ ਕਿ ਤੁਹਾਡਾ ਬਹੁਤ ਵੱਡਾ ਫੈਨ ਹੈ। ਮਿਹਰਬਾਨੀ। ਤੁਹਾਡੀਆਂ ਗੱਲਾਂ ਦਾ, ਤੁਹਾਡੇ ਅੰਦਾਜ਼ ਦਾ, ਕਿ ਜਦੋਂ ਪੱਟੀ ਅੰਕਲ ਆਉਂਦੇ ਨੇ ਮੈਨੂੰ ਵੀ ਅੱਛਾ ਲੱਗਦਾ। ਅੱਜ ਫਿਰ ਅੱਧਾ ਘੰਟਾ ਦੇ ਦਈਏ, ਇਹਨੇ ਕਿਹਾ ਅੱਧਾ ਘੰਟਾ, ਅਸੀਂ ਲੈ ਗਏ 50 ਮਿੰਟ। ਥੈਂਕ ਯੂ ਵੈਰੀ ਮਚ, ਸ਼ੁਕਰੀਆ। YouTube, ਫੇਸਬੁੱਕ ਦੇ ਜਿੰਨੇ ਵੀ ਦਰਸ਼ਕ ਨੇ, ਉਹਨਾਂ ਦਾ ਵੀ ਧੰਨਵਾਦ ਆ, ਉਹਨਾਂ ਨੂੰ ਵੀ ਪਿਆਰ ਆ ਵੀ, ਲਵ ਯੂ ਆਲ। ਤੁਸੀਂ ਸ਼ੇਅਰ ਕਰ ਦੋਗੇ, ਸਾਡੀਆਂ ਗੱਲਬਾਤਾਂ ਨੂੰ ਧਿਆਨ ਨਾਲ ਸੁਣੋਗੇ, ਤੇ ਇਹਦੇ ਵਿੱਚੋਂ
ਇੱਕ ਮੈਨੂੰ ਸਿੱਧੂ ਮੂਸੇਵਾਲ ਦੀ ਗੱਲ ਚੰਗੀ ਨਹੀਂ ਲੱਗੀ, ਵਿਰੋਧੀ ਨੂੰ ਲੀਰਾਂ ਨਹੀਂ ਕਹੀਦਾ ਹੁੰਦਾ, ਲੀਰਾਂ ਨਹੀਂ ਹੁੰਦੀਆਂ ਉਹ। ਵਿਰੋਧੀ ਦੇ ਵਿਚਾਰ ਹਮੇਸ਼ਾ, ਮੈਂ 97 ਤੋਂ ਕਹਿੰਦਾ ਕਿ ਪੋਜ਼ਿਟਿਵ ਆ, ਮੇਰੇ ਵਿਚਾਰ ਨੈਗੇਟਿਵ ਹੋ ਸਕਦੇ, ਉਹਦੀ ਵਿਚਾਰਧਾਰਾ ਪੋਜ਼ਿਟਿਵ ਆ, ਮੇਰੀ ਨਿਗਾਹ ਦੇ ਵਿੱਚ ਮੇਰੀ ਵਿਚਾਰਧਾਰਾ ਪੋਜ਼ਿਟਿਵ ਆ, ਪੱਟੀ ਸਾਹਿਬ ਦੀ ਨਿਗਾਹ ਦੇ ਪੱਟੀ ਸਾਹਿਬ ਦੀ ਵਿਚਾਰਧਾਰਾ ਪੋਜ਼ਿਟਿਵ ਆ, ਤੇ ਜਿਹੜਾ ਬੰਦਾ ਸਾਡੇ ਕਾਲਰ ਨੇ ਉਹਨਾਂ ਦੀ ਵਿਚਾਰਧਾਰਾ ਪੋਜ਼ਿਟਿਵ ਆ। ਪਰ ਜੇ ਅਸੀਂ ਕਿਸੇ ਨੂੰ ਕਹੀਏ ਲੀਰਾਂ ਤੇ ਐਫ ਲਫ਼ਜ਼ ਵੀ ਵਰਤਦੇ ਨੇ, ਨੋ ਗੁੱਡ, ਸਾਡੇ ਹੋਸਟ ਵੀ ਐਫ ਲਫ਼ਜ਼ ਵਰਤਣ ਲੱਗ ਪਏ ਨੇ। ਇਹਦੇ ਨਾਲ ਕੋਈ ਕਾਮਯਾਬੀ ਨਹੀਂ ਮਿਲਣੀ, ਇਹਦੇ ਨਾਲ 4 ਤੁਹਾਡੇ ਵਿਊਅਰਸ ਵੱਧ ਸਕਦੇ ਨੇ, ਪਰ 4 ਤੁਹਾਨੂੰ ਨਿੰਦਣ ਵਾਲੇ ਵੀ ਘਟ ਸਕਦੇ ਨੇ। ਬਿਲਕੁਲ 4 ਤੁਹਾਡੇ ਚਾਹੁਣ ਵਾਲੇ ਵੱਧ ਜਾਣਗੇ, 4 ਨਹੀਂ ਤੇ 40 ਤੁਹਾਡੇ ਸੁਣਨ ਵਾਲੇ ਵੀ ਘਟ ਜਾਣਗੇ। ਰੰਗਲਾ ਪੰਜਾਬ ਦਾਅਵੇ ਨਾ ਕਹਿੰਦਾ, ਹਾਂ ਕਦੀ ਕਦੀ ਸਾਡੇ ਕੋਲ ਵੀ ਕੋਈ ਗਲਤੀ ਹੋ ਜਾਂਦੀ ਹੋਊਗੀ, ਪਰ ਟੀਵੀ ਰੇਡੀਓ ਤੁਸੀਂ ਆਪਣੇ ਪਰਿਵਾਰ ਨਾਲ ਬੈਠ ਕੇ ਸੁਣ ਸਕਦੇ ਹੋ, ਕਿਉਂਕਿ ਜੇ ਮੇਰੀ ਧੀ ਸੁਣਦੀ ਆ, ਮੇਰਾ ਪੁੱਤ ਸੁਣਦਾ, ਮੇਰੀ ਨੂੰਹ ਸੁਣਦੀ ਆ, ਮੇਰੀਆਂ ਭੈਣਾਂ ਸੁਣਦੀਆਂ ਨੇ, ਦੇਖਦੀਆਂ ਨੇ, ਤੇ ਤੁਸੀਂ ਵੀ ਸੁਣ ਸਕਦੇ ਹੋ। ਕੋਈ ਵਲਗੈਰਿਟੀ ਨਹੀਂ, ਬੜੇ ਲਫ਼ਜ਼ ਆਉਂਦੇ ਨੇ, ਅਸੀਂ ਅੰਮ੍ਰਿਤਸਰੀਏ ਹਾਂ, ਬਹੁਤ ਕੁਝ ਸਾਡੇ ਕੋਲ ਹੈ, ਬਹੁਤ ਕੁਝ ਇਹੋ ਜਿਹਾ ਵਲਗੈਰਿਟੀ। ਹਾਂਜੀ, ਬੂਟਾ ਸਿੰਘ ਸ਼ਾਦ ਨੂੰ ਕਿਸੇ ਨੇ ਪੜ੍ਹਿਆ ਹੋਵੇ ਜਾਂ ਨਾ ਪੜ੍ਹਿਆ ਹੋਵੇ, ਅਸੀਂ ਪੜ੍ਹਿਆ। ਸੈਯਦ ਹਸਨ ਮੰਟੋ ਨੂੰ ਵੀ ਪੜ੍ਹਿਆ, ਉਹਨੂੰ ਪਾਗਲ ਕਹਿੰਦੇ ਸੀਗੇ ਲੋਕ। ਇਹੋ ਜੀ ਪਾਪੂਲੈਰਿਟੀ ਕਿਸੇ ਕੰਮ ਨਹੀਂ, ਪੈਸਾ ਵੀ ਕਿਸੇ ਕੰਮ ਨਹੀਂ, ਹਨਾ। ਅੱਜ ਸਮਾਜ ਦੇ ਵਿੱਚ ਇੱਜ਼ਤ ਕਮਾਉਣੀ ਬੜੀ ਔਖੀ ਹੈ, 1 ਸੈਕਿੰਡ ਦੇ ਵਿੱਚ ਗਵਾਉਣੀ ਬਰਕਰਾਰ ਰੱਖਣੀ ਬੜੀ ਔਖੀ ਹੈ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ ਪੱਟੀ ਸਾਹਿਬ। ਸ਼ੁਕਰੀਆ ਜੀ, ਧੰਨਵਾਦ। ਅੱਛਾ, ਮੈਨੂੰ ਦੱਸ ਦਿਓ ਜਹੇਦਾਰ ਸਾਹਿਬ ਕੀ ਕਹਿੰਦੇ। ਮੈਨੂੰ ਵੇਖੋ, ਹੁਣ ਚੰਗੀ ਗੱਲ ਹੈ ਤਾਂ ਮੈਂ ਵੀ ਸੁਣਨੀ ਚਾਹਾਂਗਾ। ਸਤਿ ਸ੍ਰੀ ਅਕਾਲ, ਥੈਂਕ ਯੂ ਕਰਨ, ਲਵ ਯੂ, ਥੈਂਕ ਯੂ ਕਰਨ। ਸਾਡੇ ਟੈਕਨੀਸ਼ੀਅਨ ਦਾ ਨਾਂ ਜੀ, ਸਾਡਾ ਟੀਵੀ ਸੰਚਾਲਕ। ਇਹ ਨਹੀਂ ਕਿ ਕੈਮਰਾ ਇੱਥੇ ਲੱਗਾ, ਇਹ ਬਿਲਕੁਲ ਇੱਕ ਸਾਡਾ ਮੁੰਡਾ 10 ਮੁੰਡਿਆਂ ਦੇ ਬਰਾਬਰ ਦਾ, ਜੋ ਉਹਨੂੰ ਕਹਿ ਦਿਓ ਮਿੰਟੋ ਮਿੰਟ। ਤੁਸੀਂ ਅਗਲੇ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਸੈਗਮੈਂਟ ਸ਼ੁਰੂ ਕਰਨੀ ਪੱਟੀ ਸਾਹਿਬ, ਅਸੀਂ ਤੁਸੀਂ ਕੋਈ ਗਾਣਾ ਗਾਉਣਾ, ਇਧਰੋਂ RP ਲਿਖਿਆ ਆਉਣਾ, ਉਧਰੋਂ ਗਾਣਾ ਪਲੇ ਕਰਦਿਆ ਕਰਨਾ ਸੀ, ਪਰ YouTube ਤੇ ਨਹੀਂ, ਸਾਡੇ ਆਪਣੇ ਸਿਸਟਮ ਤੇ। ਰੱਬ ਰਾਖਾ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।